सतनाम वाहेगुरु साहिब जी। लूण साहिब दा खाए कै राणे अंदर लड़ मरै सो जापै। सिर वड्डे हथियार कर वरियां मां वरियां सिंजापै। गगन दमामा बाजियो परयो निशानै काओ। खेत जो मांड्यो सूरमा अब जूजन को दाओ। सूरा सो पहचानिए जो लरै दीन के हेत। पुरजा पुरजा कट मरै कबहू न छाड़ै खेत। कबीर मोहे मरने का चाओ है मरो ताहर कै द्वार। मत हर पूछे कौन है परा हमारे बार। बेसुमार अथाह अगनत अतोलै जो बुलावो त्यो नानक दास बोलै। धन धन सतगुरु गुरु गरीब निवाज किरपा निध दया निध करुणा निध सतगुरु श्री गुरु ग्रंथ साहिब जी दीन दयाल पातशाह तिन्हां दी अपार मेहरामत है अथाह बख्शिश है। जो आप सब गुरसिख सतसंगी जन पातशाह जी दी पवित्र हजूरी दे अंदर बड़े अदब प्रीत भावना जग्यासा दे सहित जुड़ बैठे हो जी, बड़े ही सुभागशाली हो। सतगुरु की मेहरामत नूं माणदियां होयां गुर चरणां दी प्रीत हिरदे अंदर दृढ़ करन दा यतन कर रहे हो जी। रहा मुल रहाम करा मुल कराम खालिसो बेकीना मर्द अगमड़े सूरबीर वरियाम। धर्म युद्ध का चाओ प्रचंड करने वाले सतगुरु श्री गुरु गोबिंद सिंह साहिब जी महाराज तिन्हां दे धर्म चलावन संत उबारन दुष्ट सबन को मूल उपारण दी धर्म युद्ध दी लड़ीवार गाथा जो इस पोह दे महीने अंदर कटित होई। रोजाना आप जी उस लड़ीवार गाथा दा वर्णन श्रवण करके दसम पातशाह जी दी अजीम शान, दसम पातशाह जी दी परम सूरबीरता ते युद्ध दा पराक्रम रच के किवें उन्हां ने जुल्म दा अत्याचार दा अधर्म दा नाश कीता, उस लासानी गाथा दा आप जी रोजाना जिक्र श्रवण करते हो। लड़ीवार गाथा दे अंतर्गत सतपोह नूं जद सरसा कंडे परिवार विछोड़ा होया तो फिर गुरु साहब जी अपने वड्डे साहिबजादियां समेत कोटला निहंग खां रोपड़ तो हुंदियां होयां उत्थे गुरु साहब जी ने निहंग खां नूं ढाल दी कटार दी बख्शिश करके महाराज जदों अगे चल पए अपने सिंघां दे नाल। तो हुण जदों आनंदपुर साहब नगर विचों निकले हैं तो 2200 घोड़ सवार सन महाराज दे नाल जिक्र मिलता है। पर जदों जदों राह विच होए युद्धां तो महाराजे लंघदे आए, सरसा पार कीती रोपड़ जदों महाराज चलण लगे अगे तो ਸਿੰਘਾਂ ਦਾ काफला बड़ा छोटा रह गया।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੰਗਾਂ ਦਾ ਪਰਾਕਰਮ ਰਚਿਆ ਸੀ ਭੰਗਾਣੀ ਤੋਂ। ਭੰਗਾਣੀ ਦੇ ਯੁੱਧ ਦੇ ਮੈਦਾਨ ਵਿੱਚ ਗੁਰੂ ਸਾਹਿਬ ਜੀ ਦੇ ਸੂਰਬੀਰਾਂ ਦੀਆਂ ਉਹ ਸ਼ਮਸ਼ੀਰਾਂ ਚਮਕੀਆਂ, ਉਹ ਤਲਵਾਰਾਂ ਜਿਹੜੀਆਂ ਹਨ ਢਾਲਾਂ ਦੇ ਉੱਪਰ ਖੜਕੀਆਂ, ਉਹ ਤੀਰਾਂ ਨੇ ਦੁਸ਼ਮਣਾਂ ਨੂੰ ਵਿੰਨਿਆ, ਉਹਨਾਂ ਬਰਸ਼ੀਆਂ ਨੇ ਦੁਸ਼ਮਣਾਂ ਦੇ ਆਹੂ ਲਾਏ, ਦੋ ਧਾਰੇ ਖੰਡਿਆਂ ਨੇ ਜ਼ੁਲਮ ਦਾ ਨਾਸ ਕੀਤਾ। ਜਿਹੜੀ ਤਲਵਾਰਾਂ ਸ਼ਮਸ਼ੀਰਾਂ ਦਾ ਜ਼ੋਰ ਆਨੰਦਪੁਰ ਸਾਹਿਬ ਦੇ ਸਾਰੇ ਯੁੱਧਾਂ 'ਚ ਗੂੰਜਦਾ ਰਿਹਾ ਹੈ। ਗੁਰੂ ਸਾਹਿਬ ਜੀ ਨੇ ਜਿਹੜੇ ਖਾਲਸੇ ਨੂੰ ਖੰਡੇ ਦੀ ਪੌਲ ਪਿਆਈ, ਉਹ ਪੌਲ ਕੇਵਲ ਮਾਤਰ ਕਿਸੇ ਧਾਰਮਿਕ ਦੀਖਿਆ ਦਾ ਨਾਮ ਨਹੀਂ ਸੀ। ਉਸ ਪੌਲ ਦੇ ਅੰਦਰ ਮਹਾਰਾਜ ਨੇ ਮੌਤ ਤੋਂ ਪਾਰ ਜਾਣ ਵਾਲੀ, ਮੌਤ ਦੇ ਸਾਹਮਣੇ ਬੜੀ ਸ਼ਾਨ ਨਾਲ ਜੂਝਣ ਵਾਲੀ ਐਸੀ ਮਹਾਰਾਜ ਜੀ ਨੇ ਜਜ਼ਬੇ ਦੀ ਭਾਵਨਾ ਭਰ ਦਿੱਤੀ ਸੀ ਕਿ ਭਾਵੇਂ ਅੱਜ ਗੁਰੂ ਸਾਹਿਬ ਜੀ ਦਾ ਪਰਿਵਾਰ, ਗੁਰੂ ਸਾਹਿਬ ਜੀ ਦੇ ਮਰਜੀਵੜੇ ਸਿੰਘ ਆਨੰਦਪੁਰ ਸਾਹਿਬ ਨਗਰ ਤੋਂ ਨਿਕਲ ਆਏ ਨੇ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਹੁਣ ਜਿਹੜੇ ਸਫ਼ਰ ਦੀ ਚੋਣ ਕਰਨੀ ਹੈ, ਮਹਾਰਾਜ ਜੀ ਨੇ ਖਾਲਸੇ ਦੀ ਸ਼ਮਸ਼ੀਰ ਜਿਹਦੇ ਵਿੱਚ ਅੰਮ੍ਰਿਤ ਦੀ ਸ਼ਕਤੀ ਹੈ, ਜਿਹਦੇ ਵਿੱਚ ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਕਾਲ ਕਾਲੇ ਦੀ ਭਾਵਨਾ ਗੂੰਜਦੀ, ਜਿਹਦੇ ਮਗਰ ਐਸੀ ਸਪਿਰਿਟ ਹੈ। ਜਦੋਂ ਐਸਾ ਖਾਲਸਾ ਮਹਾਰਾਜ ਲੈ ਕੇ ਚੱਲੇ ਹਨ ਤੇ ਮਹਾਰਾਜ ਨੇ ਜੰਗਾਂ ਯੁੱਧਾਂ ਦੇ ਮੈਦਾਨ ਚੁਣੇ ਹਨ। ਕਦੇ ਮਹਾਰਾਜ ਨੇ ਆਨੰਦਪੁਰ ਸਾਹਿਬ ਨਗਰ ਚੁਣਿਆ ਆਪਣੇ ਯੁੱਧਾਂ ਦੇ ਲਈ, ਕਦੇ ਭੰਗਾਣੀ ਦਾ ਮੈਦਾਨ, ਕਦੇ ਨਾਹਨ ਦਾ, ਕਦੇ ਰੜੇ ਮੈਦਾਨ, ਕਦੇ ਨਿਰਮੋਹਗੜ੍ਹ, ਕਦੇ ਬਸਾਲੀ। ਬੜਿਆਂ ਥਾਵਾਂ ਤੇ ਮਾਂ ਨੇ ਯੁੱਧਾਂ ਦਾ ਪਰਾਕਰਮ ਕੀਤਾ। ਸਰਸਾ ਕੰਡੇ ਯੁੱਧ ਕਰਨ ਤੋਂ ਬਾਅਦ ਹੁਣ ਕਲਗੀਧਰ ਪਾਤਸ਼ਾਹ ਪਾਰ ਉਤਰੇ ਹਨ। ਹੁਣ ਸਫ਼ਰ ਕਰਦਿਆਂ ਹੋਇਆਂ ਮਹਾਰਾਜ ਧਰਮ ਯੁੱਧ ਦੀ ਜਿਹੜੀ ਵੱਡੀ ਗਾਥਾ ਲੜਨ ਜਾ ਰਹੇ ਹਨ। 8 ਪੋਹ ਨੂੰ ਚਮਕੌਰ ਦਾ ਭਾਰੀ ਯੁੱਧ ਹੋਇਆ। ਉਸ ਯੁੱਧ ਦੇ ਵਿੱਚ ਕਲਗੀਧਰ ਦੇ ਸੂਰਬੀਰਾਂ ਨੇ, ਪਿਆਰੇ ਲਾਲਾਂ ਨੇ, ਪਿਆਰੇ ਸਹਿਬਾਨਾਂ ਨੇ ਕਿਵੇਂ ਸ਼ਹਾਦਤਾਂ ਦੇ ਜਾਮ ਪੀਤੇ, ਕਿਵੇਂ ਦੁਸ਼ਮਣਾਂ ਦੇ ਆਹੂ ਲਾਏ, ਕਿਵੇਂ ਰਣ ਤੱਤੇ ਵਿੱਚ ਜੂਝਦਿਆਂ ਹੋਇਆਂ ਆਖਰੀ ਪ੍ਰਾਣ ਤੱਕ, ਆਖਰੀ ਸਾਹ ਤੱਕ ਐਸੀ ਤਲਵਾਰ ਵਾਹੀ, ਐਸਾ ਨੇਜਾ ਵਾਇਆ ਕਿ ਲੱਖਾਂ ਦੇ ਦਲ ਨੂੰ ਵੀ ਦਲ ਮਲ ਕਰਕੇ ਰੱਖ ਦਿੱਤਾ ਗੁਰੂ ਸਾਹਿਬ ਜੀ ਦੇ ਸੂਰਬੀਰਾਂ ਨੇ। ਸੋ ਲੜੀਵਾਰ ਗਾਥਾ ਦਾ ਆਪ ਜੀ ਜ਼ਿਕਰ ਸਰਵਣ ਕਰ ਰਹੇ ਹੋ। ਇੱਥੋਂ ਕਲਗੀਧਰ ਪਾਤਸ਼ਾਹ ਜੀ ਫਿਰ ਰੋਪੜ ਤੋਂ ਚੱਲ ਕੇ ਕਿਵੇਂ ਚਮਕੌਰ ਪਹੁੰਚਦੇ ਹਨ। ਚਮਕੌਰ ਗੜ੍ਹੀ ਦੇ ਅੰਦਰ ਪ੍ਰਵੇਸ਼ ਕਰਕੇ ਕਿਵੇਂ ਵੱਡਾ ਭਾਰੀ ਯੁੱਧ ਕਲਗੀਧਰ ਪਾਤਸ਼ਾਹ ਜੀ ਦੁਨੀਆ ਦੀ ਸਭ ਤੋਂ ਅਸਾਵੀਂ ਜੰਗ ਲੜਦੇ ਹਨ। ਉਹ ਜੰਗ ਜਿਹਦੇ ਵਿੱਚ ਮਹਾਰਾਜ ਜੀ ਦੇ 40 ਸਿੰਘ ਪਿਆਰਿਆਂ ਸਮੇਤ, ਸਾਹਿਬਜ਼ਾਦਿਆਂ ਸਮੇਤ ਦੁਸ਼ਮਣ ਨੂੰ ਐਸੀ ਕਰਾਰੀ ਮਾਤ ਦਿੰਦੇ ਹਨ ਕਿ ਚਮਕੌਰ ਦੀ ਗੜ੍ਹੀ ਦੁਨੀਆ ਦੇ ਵਿੱਚ ਅਮਰ ਹੋ ਗਈ। ਸੋ ਇੱਥੋਂ ਅੱਗੇ ਵਾਰਤਾ ਆਰੰਭ ਕਰਨ ਤੋਂ ਪਹਿਲਾਂ ਦਸਮ ਪਾਤਸ਼ਾਹ ਜੀ ਦੀ ਪਰਮ ਸੂਰਬੀਰਤਾ ਨੂੰ ਨਮਨ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕਲਗੀਧਰ ਪਾਤਸ਼ਾਹ ਜੀ ਦਾ ਜਦੋਂ ਅਸੀਂ ਪਰਮ ਸੂਰਬੀਰਤਾ ਦਾ ਜ਼ਿਕਰ ਕਰਦੇ ਤੇ ਜਦੋਂ ਮਹਾਰਾਜ ਰੋਪੜ ਤੋਂ ਅੱਗੇ ਲੰਘੇ ਨਾ, ਮਹਾਰਾਜ ਬਾਹਮਣ ਮਾਜਰੇ ਤੋਂ ਹੋ ਕੇ ਜਦੋਂ ਭਗਵੰਤਪੁਰ ਦਾ ਹੀ ਬੂਰ ਮਾਜਰੇ ਤੇ ਪਹੁੰਚੇ ਤੇ ਮਹਾਰਾਜ ਜੀ ਨੇ ਆਪਣੇ ਦਲ ਨੂੰ ਰੋਕਿਆ। ਮਹਾਰਾਜ ਜੀ ਨੇ ਭਾਈ ਆਲਮ ਸਿੰਘ ਨੂੰ, ਭਾਈ ਮਾਨ ਸਿੰਘ ਨੂੰ ਹੁਕਮ ਕੀਤਾ ਕਿ ਜਿਹੜਾ ਸਾਡਾ ਦਲ ਹੈ ਕਿਤਨੀ ਕੁ ਗਿਣਤੀ ਵਿੱਚ ਰਹਿ ਗਿਆ ਹੈ, ਕਿਉਂਕਿ ਮਹਾਰਾਜ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਜਿਹੜਾ ਮਹਾਰਾਜ ਯੁੱਧ ਲੜਨ ਜਾ ਰਹੇ ਹਨ ਉਹ ਯੁੱਧ, ਕਿਉਂਕਿ ਦਸਮ ਪਾਤਸ਼ਾਹ ਦੀ ਕਲਾ ਦੇ ਵਿੱਚ, ਸੁਰਤ ਵਿੱਚ ਇਹ ਸਾਰੀ ਕਲਾ ਪਹਿਲਾਂ ਹੀ ਖੁੱਲ੍ਹ ਗਈ ਹੈ। ਇਸ ਕਰਕੇ ਮਹਾਰਾਜ ਇਸ ਗੱਲ ਦਾ ਸੰਪੂਰਨ ਇਲਮ ਲੈਣਾ ਚਾਹੁੰਦੇ ਸਨ ਕਿ ਜਿਹੜੇ ਮੇਰੇ ਨਾਲ ਹੁਣ ਸਿੰਘ ਰਹਿ ਗਏ ਨੇ ਉਹ ਕਿੰਨੇ ਰਹਿ ਗਏ ਨੇ। ਗੁਰੂ ਸਾਹਿਬ ਜੀ ਨੇ ਭਾਈ ਆਲਮ ਸਿੰਘ ਨੱਚਣਾ ਨੂੰ ਤੇ ਭਾਈ ਮਾਨ ਸਿੰਘ ਨੂੰ ਕਿਹਾ ਕਿ ਜਿੰਨਾ ਆਪਣੇ ਨਾਲ ਦਲ ਹੈ, ਦਲ ਦਾ ਮੁਆਇਨਾ ਕਰੋ ਕਿੰਨਾ ਕੁ ਦਲ ਆਪਣੇ ਨਾਲ ਰਹਿ ਗਿਆ ਹੈ। ਕਿਉਂਕਿ ਜਦੋਂ ਮਹਾਰਾਜ ਆਨੰਦਪੁਰ ਨਗਰ ਤੋਂ ਨਿਕਲੇ ਹਨ, ਯੁੱਧ ਕਰਦੇ ਹੀ ਮਹਾਰਾਜ ਆਏ ਹਨ, ਦੁਸ਼ਮਣਾਂ ਦੇ ਆਹੂ ਲਾਉਂਦੇ ਹੀ ਆਏ ਹਨ। ਇਹ ਨਹੀਂ ਕਿ ਮਹਾਰਾਜ ਦਾ ਸਫ਼ਰ ਬੜੇ ਆਰਾਮਦਾਇਕ ਰਿਹਾ। ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ, ਬੀਬੀ ਭਿੱਖਾਂ ਨੇ, ਭਾਈ ਬਚਿੱਤਰ ਸਿੰਘ ਵਰਗਿਆਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ। ਜਦੋਂ ਮਹਾਰਾਜ ਦਲ ਦਾ ਮੁਆਇਨਾ ਕੀਤਾ ਤੇ ਕਲਗੀਧਰ ਪਾਤਸ਼ਾਹ ਦਾ ਦਲ ਜਿਹੜਾ ਕਦੇ ਲੱਖਾਂ ਹਜ਼ਾਰਾਂ ਵਿੱਚ ਹੁੰਦਾ ਹੈ, ਅੱਜ ਦਸਵੇਂ ਪਾਤਸ਼ਾਹ ਜੀ ਦਾ ਜਿਹੜਾ ਦਲ ਹੈ ਨਾ,
ਉਹ 50 ਦੇ ਅੰਕੜੇ ਤੋਂ ਪਾਰ ਨਹੀਂ ਗਿਆ। ਇੱਥੋਂ ਪਤਾ ਲੱਗ ਜਾਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਕਿੱਡੀ ਵੱਡੀ ਅਜ਼ਮਤ ਲੈ ਕੇ ਚੱਲੇ ਨੇ। ਮਹਾਰਾਜ ਜੀ ਦੇ ਸਿੰਘਾਂ ਦਾ ਦਲ ਗਿਣਤੀ ਦੇ ਵਿੱਚ ਕੇਵਲ 40-45 ਮਿਲਦੇ ਆ। ਜਦੋਂ ਭਾਈ ਮਾਨ ਸਿੰਘ ਨੇ ਕਿਹਾ ਮਹਾਰਾਜ ਦਲ ਬਹੁਤ ਥੋੜ੍ਹਾ ਰਹਿ ਗਿਆ, ਮਹਾਰਾਜ ਜੀ ਕਹਿਣ ਲੱਗੇ ਭਾਵੇਂ ਦਲ ਥੋੜ੍ਹਾ ਰਹਿ ਗਿਆ ਹੈ, ਪਰ ਖਾਲਸੇ ਦੇ ਅੰਦਰ ਇੱਕ ਇਹੋ ਜਿਹੀ ਭਾਵਨਾ ਭਰੀ, ਇਹੋ ਜਿਹੀ ਇੱਕ ਸੂਰਬੀਰਤਾ ਭਰੀ ਹੈ ਜਿਹੜੀ ਮਹਾਰਾਜ ਜੀ ਨੇ ਅੰਮ੍ਰਿਤ ਛਕਾਉਣ ਸਮੇਂ ਪ੍ਰਗਟ ਕੀਤਾ ਸੀ। ਚਿੜੀਓਂ ਸੇ ਮੈਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਰਜਾ ਦੇ ਮਾਲਕ ਘੋੜੇ ਤੇ ਸਵਾਰ ਹੋਏ ਮਹਾਰਾਜ ਚੱਲਦੇ ਜਾ ਰਹੇ ਹਨ। ਚੱਲਦੇ ਚੱਲਦੇ ਜਦੋਂ ਮਹਾਰਾਜ ਬੂਰ ਮਾਜਰੇ ਤੋਂ ਲੰਘ ਕੇ ਹੁੰਦਿਆਂ ਹੋਇਆਂ ਦੁੱਗਰੀ ਪਿੰਡ ਦੇ ਵਿੱਚ ਚਮਕੌਰ ਪਹੁੰਚੇ, ਤੇ ਇੱਥੇ ਆ ਕੇ ਮਹਾਰਾਜ ਜੀ ਨੇ ਪਤਾ ਸੀ ਕਿ ਫੈਸਲਾ ਕੁਨ ਯੁੱਧ ਕਰਨਾ ਪੈਣਾ, ਤੇ ਗੁਰੂ ਸਾਹਿਬ ਜੀ ਨੇ ਭਾਈ ਆਲਮ ਸਿੰਘ ਨੱਚਣਾ ਨੂੰ ਕਿਹਾ ਕਿ ਦੁਸ਼ਮਣ ਦਲ ਜਿਹੜਾ ਮਗਰ ਚੜ੍ਹ ਕੇ ਆ ਰਿਹਾ ਸੀ ਉਹਦੇ ਕੀ ਹਾਲ ਹਨ, ਕਿਉਂਕਿ ਇੱਕ ਜਿਹੜਾ ਬਹਾਦਰ ਸੈਨਾਪਤੀ ਹੁੰਦਾ ਯੁੱਧ ਵਿੱਚ ਰਣਨੀਤੀ ਦਾ ਕਦੇ ਜਿਹੜਾ ਹੈ ਪੱਲਾ ਨਹੀਂ ਛੱਡਦਾ। ਗੁਰੂ ਸਾਹਿਬ ਜੀ ਨੇ ਉਸ ਵਕਤ ਭਾਈ ਆਲਮ ਸਿੰਘ ਨੇ ਭਾਈ ਮਾਨ ਸਿੰਘ ਨੇ ਕਿਹਾ ਮਹਾਰਾਜ ਜਦੋਂ ਅਸੀਂ ਰੋਪੜ ਤੋਂ ਨਿਕਲਿਆ ਤੇ ਰੋਪੜ ਦੇ ਵਿੱਚ ਸੁਣਿਆ ਕਿ ਫੌਜਾਂ ਆ ਕੇ ਮਗਰੇ ਮੁਗਲਾਂ ਦੀਆਂ ਧਮਕ ਪਈਆਂ ਸਨ। ਨਵਾਬ ਮੁਹੰਮਦ ਸ਼ੇਰ ਖਾਂ ਮਲੇਰਕੋਟਲੇ ਵਾਲੇ ਦੇ 3 ਭਰਾ ਨਾਰ ਖਾਨ, ਗੁਲਸ਼ੇਰ ਖਾਂ ਤੇ ਖਵਾਜਾ ਖਿਜਰ ਖਾਂ ਜਿਹੜੇ ਹਨ ਇਹ ਆਪੋ ਆਪਣੀਆਂ ਫੌਜਾਂ ਲੈ ਕੇ ਮਹਾਰਾਜ ਸਾਡੇ ਦਲ ਦਾ ਪਿੱਛਾ ਕਰਨ ਆ ਰਹੇ ਸਨ। ਤੇ ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਦੀਆਂ ਵੱਡਿਆਂ ਦਲਾਂ ਨੇ ਵੀ ਕੀਰਤਪੁਰ ਨਿਰਮੋਹਗੜ੍ਹ ਤੱਕ ਸਾਡਾ ਪਿੱਛਾ ਕੀਤਾ। ਇਸ ਕਰਕੇ ਮਹਾਰਾਜ ਕੋਈ ਬਹੁਤੀ ਦੇਰ ਨਹੀਂ ਲੱਗੇਗੀ, ਦਲ ਜਿਹੜਾ ਜਲਦੀ ਇੱਧਰ ਹਰਲ ਹਰਲ ਕਰਦਾ ਪਹੁੰਚ ਜਾਵੇਗਾ। ਜਿਵੇਂ ਦਰਿਆ ਦੇ ਵਿੱਚ ਵਹਿਣ ਆਇਆ ਹੁੰਦਾ ਨਾ, ਤੇ ਵਹਿਣ ਜਿਹੜਾ ਹੈ ਸਾਰਿਆਂ ਨੂੰ ਵਹਾ ਕੇ ਲੈ ਜਾਂਦਾ। ਭਾਈ ਮਾਨ ਸਿੰਘ ਕਹਿਣ ਲੱਗੇ ਮਹਾਰਾਜ ਐਡਾ ਦਲ ਚੜ੍ਹ ਕੇ ਆ ਰਿਹਾ ਹੋਵੇਗਾ ਕਿ ਉਹਨਾਂ ਨੂੰ ਇੱਥੇ ਆਉਂਦਿਆਂ ਬਹੁਤੀ ਦੇਰ ਨਹੀਂ ਲੱਗੇਗੀ। ਮਹਾਰਾਜ ਇੱਥੋਂ ਜਦੋਂ ਚਮਕੌਰ ਨਗਰ ਦੇ ਅੰਦਰ ਪ੍ਰਵੇਸ਼ ਕੀਤੇ ਤੇ ਮਹਾਰਾਜ ਜਦੋਂ ਇੱਥੇ ਆਏ, ਕਿਉਂਕਿ ਮਹਾਰਾਜ ਨੂੰ ਇਸ ਸਾਰੇ ਨਗਰ ਦਾ ਇਲਮ ਸੀ, ਮਹਾਰਾਜ ਜੀ ਨੂੰ ਪਤਾ ਸੀ ਕਿ ਚਮਕੌਰ ਨਗਰ ਦੇ ਵਿੱਚ ਗੜੀ ਮੌਜੂਦ ਹੈ। ਕਿਉਂ? ਇਹ ਚਮਕੌਰ ਮਹਾਰਾਜ ਨਗਰ ਵਿੱਚ ਅੱਗੇ ਵੀ ਮਹਾਰਾਜ ਆ ਚੁੱਕੇ ਹਨ। ਚਮਕੌਰ ਸਾਹਿਬ ਵਿੱਚ ਜਦੋਂ ਮਹਾਰਾਜ 1702 ਵਿੱਚ ਕੁਰੂਕਸ਼ੇਤਰ ਤੋਂ ਵਾਪਸ ਆ ਰਹੇ ਸਨ ਨਾ ਮਹਾਰਾਜ, ਇੱਥੇ ਜਦੋਂ ਮਹਾਰਾਜ ਰੁਕੇ ਹੋਏ ਸਨ ਤੇ ਉਸ ਸਮੇਂ ਮੁਗਲ ਜਰਨੈਲਾਂ ਦੇ ਵਿੱਚੋਂ ਜਿਹੜਾ ਸੀ ਸੈਦੇ ਬੇਗ ਤੇ ਅਲਿਫ ਖਾਨ ਆਪਣੇ ਸੈਨਿਕ ਦਲ ਦੇ ਨਾਲ ਲਾਹੌਰ ਵੱਲ ਜਾ ਰਹੇ ਸਨ। ਤੇ ਉਸ ਸਮੇਂ ਭੀਮ ਚੰਦ ਦਾ ਬੇਟਾ ਮੁੰਡਾ ਅਜਮੇਰ ਚੰਦ, ਉਹਨੇ ਉਸ ਵਕਤ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਖਾਰ ਚੱਲਦੀ ਸੀ, ਉਹਨੇ ਸੈਦੇ ਬੇਗ ਨੂੰ ਤੇ ਅਲਫ ਖਾਨ ਨੂੰ ਵੱਡੇ ਭਾਰੀ ਨਜ਼ਰਾਨੇ ਦੇ ਕੇ ਪ੍ਰੇਰਨਾ ਕਰਕੇ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਰੜੇ ਮੈਦਾਨ ਹਨ, ਜੇ ਹੁਣ ਵੱਡਾ ਦਲ ਲੈ ਕੇ ਹਮਲਾ ਕਰੋਗੇ ਇਹਨਾਂ ਨੂੰ ਮਾਰਨਾ ਜਿੱਤਣਾ ਸੌਖਾ ਰਹੇਗਾ। ਸੈਦੇ ਬੇਗ ਤੇ ਅਲਿਫ ਖਾਨ ਅਜਮੇਰ ਚੰਦ ਦੀ ਗੱਲ ਮੰਨ ਗਏ। ਗੱਲ ਤਾਂ ਮੰਨ ਬੈਠੇ, ਪਰ ਗੁਰੂ ਸਾਹਿਬ ਜੀ ਦੇ ਨਾਲ ਗਿਣਤੀ ਦੇ ਮਾਤਰ 400 ਸਿੰਘ ਸਨ ਉਸ ਸਮੇਂ ਜਦੋਂ ਮਹਾਰਾਜ 1702 ਵਿੱਚ ਚਮਕੌਰ ਆਏ ਸਨ ਕੁਰੂਕਸ਼ੇਤਰ ਹੁੰਦਿਆਂ ਹੋਇਆਂ। ਜਦੋਂ ਮਹਾਰਾਜ ਨੂੰ ਪਤਾ ਲੱਗਾ ਕਿ ਅਜਮੇਰ ਚੰਦ ਵਰਗਿਆਂ ਨੇ ਅਚਨਚੇਤ ਯੁੱਧ ਦਾ ਜਿਹੜਾ ਹੈ ਸੰਗਰਾਮ ਛੇੜ ਦਿੱਤਾ, ਕਲਗੀਧਰ ਪਾਤਸ਼ਾਹ ਦਾ ਦਲ ਸੁਚੇਤ ਹੋ ਗਿਆ। ਸੈਦੇ ਬੇਗ ਤੇ ਅਲਿਫ ਖਾਨ ਆਏ ਯੁੱਧ ਕਰਨ। ਸੈਦੇ ਬੇਗ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨਾਲ ਯੁੱਧ ਕਰਨਾ ਚਾਹੁੰਦਾ ਸੀ, ਜਦੋਂ 10ਵੇਂ ਪਾਤਸ਼ਾਹ ਜੀ ਦੀ ਸ਼ਾਨ ਨੂੰ ਤੱਕਿਆ, ਅਜ਼ਮਤ ਨੂੰ ਤੱਕਿਆ, ਤੇ 10ਵੇਂ ਪਾਤਸ਼ਾਹ ਇੱਕ ਬਾਣ ਮਾਰਦੇ ਨੇ ਜਿਹੜਾ ਕਮਾਨ 'ਚੋਂ ਚੱਲਦਾ ਹੈ। ਇੱਕ ਮਹਾਰਾਜ ਜੀ ਦੀ ਅਜ਼ਮਤ ਦਾ ਬਾਣ ਹੈ ਜਿਹੜਾ ਮਹਾਰਾਜ ਦੇ ਨੇਤਰਾਂ ਵਿੱਚੋਂ ਚੱਲਦਾ ਹੈ, ਜਿਹੜਾ ਰੰਕ ਨੂੰ ਰਾਜਾ ਬਣਾ ਦਿੰਦਾ ਹੈ, ਜਿਹੜਾ ਯੋਧੇ ਨੂੰ ਫਕੀਰ ਬਣਾ ਦਿੰਦਾ ਹੈ। ਇੱਕ ਮਹਾਰਾਜ ਦੀ ਅਜ਼ਮਤ ਦਾ ਇੱਕ ਬਾਣ ਵੱਜਾ ਸੈਦੇ ਬੇਗ ਨੂੰ। ਯੁੱਧ ਕਰਨ ਦਾ ਖਿਆਲ ਭੁੱਲ ਗਿਆ ਸੈਦੇ ਬੇਗ। ਖਿਆਲ ਨਹੀਂ ਰਿਹਾ ਕਿ ਮੈਂ ਕਿ ਅਜਮੇਰ ਚੰਦ ਤੋਂ ਨਜ਼ਰਾਨੇ ਲੈ ਕੇ ਤਾਂ ਯੁੱਧ ਕਰਨ ਆਇਆ ਹਾਂ। ਗੁਰੂ ਸਾਹਿਬ ਜੀ ਦਰਸ਼ਨ ਦੇਖਦੇ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਨ ਮੈਂ ਨਾ ਮਤ ਹੈ। ਇਹ ਹਾਲਤ ਹੋ ਗਈ ਸੈਦੇ ਬੇਗ ਦੀ। ਸੈਦੇ ਬੇਗ ਨੇ ਗੁਰੂ ਚਰਨਾਂ ਦਾ ਫਕੀਰ ਹੋ ਗਿਆ ਤੇ ਆਪਣੇ ਦਲ ਦਾ ਪੱਲਾ ਛੱਡ ਕੇ ਤੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਢਹਿ ਪਿਆ। ਚਮਕੌਰ ਨਗਰ ਦੀ ਗੱਲ ਗੁਰੂ ਸਾਹਿਬ ਜੀ ਵੱਲੋਂ ਯੁੱਧ ਕਰਨ ਦੀ ਉਹਨੇ ਤੁਰੰਤ ਤਿਆਰੀ ਕਰ ਲਈ। ਸੈਦੇ ਬੇਗ ਨੇ ਅਲਿਫ ਖਾਨ ਨੇ ਵੇਖਿਆ ਕਿ ਮੇਰੇ ਨਾਲ ਦਾ ਉਮਰਾਵ ਜਰਨੈਲ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਰਲ ਗਿਆ, ਉਹਦਾ ਹੌਸਲਾ ਟੁੱਟ ਗਿਆ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਯੁੱਧ ਕਰਨ ਦਾ ਹੀਆ ਨਾ ਕਰ ਸਕਿਆ। ਥੋੜ੍ਹੀ ਜਿਹੀ ਝੜਪ ਤੋਂ ਬਾਅਦ ਉਹ ਵਾਪਸ ਭੱਜ ਗਿਆ। ਅਜਮੇਰ ਚੰਦ ਵਰਗਿਆਂ ਦੇ ਜਿਹੜੇ ਐਸੇ ਕੁਝ ਮਨਸੂਬੇ ਫੇਲ ਹੋ ਗਏ। ਇਸ ਕਰਕੇ ਚਮਕੌਰ ਨਗਰ ਵਿੱਚ ਮਹਾਰਾਜ ਪਹਿਲੀ ਵਾਰੀ ਆ ਚੁੱਕੇ ਹਨ।
ਪਰ ਅੱਜ ਜਦੋਂ ਮਹਾਰਾਜ ਚਮਕੌਰ ਦੀ ਧਰਤੀ ਆਏ ਨੇ ਤੇ ਵਿਸ਼ੇਸ਼ ਹੈ ਮਹਾਰਾਜ ਦਾ। ਅੱਜ ਮਹਾਰਾਜ ਦਲ ਵਿਸ਼ੇਸ਼ ਹੈ। ਮਹਾਰਾਜ ਚਮਕੌਰ ਦੀ ਗੜੀ ਵਿੱਚ ਆਏ ਨੇ, ਚਮਕੌਰ ਨਗਰ ਵਿੱਚ ਆਏ ਨੇ। ਕਦੇ ਅਨੰਦਪੁਰ ਸਾਹਿਬ ਤੋਂ ਮਹਾਰਾਜ ਜੀ ਦਾ ਦਲ ਨਿਕਲਦਾ ਸੀ ਨਾ, ਰਣਜੀਤ ਨਗਾਰਾ ਜਦੋਂ ਦਲ ਦੇ ਚੱਲਣ ਸਮੇਂ ਗੂੰਜਦਾ ਸੀ ਨਾ, ਪਹਾੜਾਂ ਦੀਆਂ 22 ਧਾਰ ਦੀਆਂ ਰਿਆਸਤਾਂ ਕੰਬਦੀਆਂ ਸਨ। ਘਰਾਂ ਅੰਦਰ ਬੈਠੇ ਹੋਏ ਪਹਾੜੀਏ ਕੰਬਦੇ ਸਨ ਕਿ ਅੱਜ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਨਗਾਰਾ ਗੂੰਜ ਰਿਹਾ ਹੈ। ਪਤਾ ਨਹੀਂ ਕਿਹੜੇ ਪਾਸੇ ਮਹਾਰਾਜ ਦੀ ਸੂਰਬੀਰਤਾ ਦਾ ਪ੍ਰਚੰਡ ਜਲਾਓ ਅੱਜ ਫੈਲਣਾ ਹੈ। ਪਹਾੜੀਏ ਕੰਬਦੇ ਹੁੰਦੇ ਸਨ। ਹਜ਼ਾਰਾਂ ਨਿਸ਼ਾਨ ਫਰਰੇ ਮਹਾਰਾਜ ਦੇ ਦਲ ਦੇ ਸਾਹਮਣੇ ਝੂਲਦੇ ਹੁੰਦੇ ਸਨ। ਹਜ਼ਾਰਾਂ ਘੋੜਿਆਂ ਦੀਆਂ ਸੁੰਮਾਂ ਟਾਪਾਂ ਜ਼ਮੀਨ ਤੇ ਵੱਜਦੀਆਂ ਸਨ। ਧੂੜ ਉੱਡ ਕੇ ਅਸਮਾਨੀ ਚਲੀ ਜਾਂਦੀ ਸੀ, ਬੱਦਲਾਂ ਨੂੰ ਢੱਕ ਲੈਂਦੀ ਸੀ। ਪਾਤਸ਼ਾਹ ਜੀ ਦਲ ਦੇ ਵਿੱਚ ਪ੍ਰਸ਼ਾਦੀ ਹਾਥੀ ਵਰਗੇ ਹੁੰਦੇ ਸਨ। ਮਹਾਰਾਜ ਦੇ ਦਲ ਦੇ ਵਿੱਚ ਇੰਨੇ ਕੀਮਤੀ ਘੋੜੇ ਜਿਹੜੇ ਮੋਰ ਵਰਗੇ ਨਾਚ ਕਰਦੇ, ਹਵਾ ਨਾਲੋਂ ਵੀ ਤੇਜ਼ ਚੱਲਦੇ, ਜਿਹੜੇ ਕਈ 20 ਫੁੱਟ ਤੱਕ ਲੰਮੀ ਛਾਲ ਲਾ ਕੇ ਆਪਣੇ ਘੋੜ ਸਵਾਰ ਨੂੰ ਪਾਰ ਲੰਘਾ ਕੇ ਲੈ ਜਾਂਦੇ ਸਨ। ਐਡੇ ਵੱਡੇ ਦਲ ਦੀ ਸ਼ਾਨ ਅਨੰਦਪੁਰ ਸਾਹਿਬ ਤੋਂ ਨਿਕਲਦੀ, ਸ਼ਿਕਾਰ ਖੇਡ ਕੇ ਯੁੱਧ ਕਰਕੇ ਰੋਜ਼ਾਨਾ ਵਾਪਸ ਆਉਂਦੀ ਸੀ। ਤੇ ਪਾਤਸ਼ਾਹ ਜੀ ਦੇ ਸੈਨਿਕ ਦਲ ਦੇ ਦਰਸ਼ਨ ਕਰਕੇ ਕਿੰਨੇ ਹੀ ਐਸੇ ਕਾਇਰ ਹੁੰਦੇ ਸਨ ਜਿਨ੍ਹਾਂ ਦਾ ਸੂਰਬੀਰ ਬਣਨ ਦਾ ਮਨ ਕਰ ਜਾਂਦਾ ਸੀ ਮਹਾਰਾਜ ਦੇ ਸੈਨਿਕ ਦਲ ਨੂੰ, ਖਾਲਸੇ ਦੀ ਸੱਜੇ ਹੋਏ ਸੈਨਿਕ ਦਲ ਨੂੰ ਦੇਖ ਕੇ। ਅੱਜ ਜਦੋਂ ਮਹਾਰਾਜ ਚਮਕੌਰ ਨਗਰ ਵਿੱਚ ਆਏ ਨੇ, ਨਾ ਕੋਈ ਵੱਡੇ ਧੌਂਸਿਆਂ ਨਗਾਰਿਆਂ ਦਾ ਮਹਾਰਾਜ ਕੋਲੋਂ ਕੋਈ ਹੈ, ਨਾ ਹੀ ਮਹਾਰਾਜ ਕੋਲੋਂ ਸ਼ਲਖਾਂ ਛੱਡਣ ਵਾਲੇ ਵੱਡੇ ਦਲਾਂ ਸੂਰਮਿਆਂ ਦਾ ਦਲ ਹੈ, ਨਾ ਹੀ ਬਹੁਤੇ ਨਿਸ਼ਾਨ ਝੂਲ ਰਹੇ ਨੇ। ਬੜੇ ਸਾਧ ਮੁਰਾਦੇ ਢੰਗ ਦੇ ਨਾਲ 40-45 ਦੇ ਸੰਗ ਮਹਾਰਾਜ ਚਮਕੌਰ ਨਗਰ ਵਿੱਚ ਪ੍ਰਵੇਸ਼ ਕੀਤੇ। ਮਹਾਰਾਜ ਇੱਥੇ ਕੋਈ ਠਾਰ ਲੈਣਾ ਚਾਹੁੰਦੇ ਸਨ। ਮਹਾਰਾਜ ਨੂੰ ਪਤਾ ਕਿ ਫੈਸਲਾ ਕੁੰਨ ਯੁੱਧ ਕਰਨਾ ਪਵੇਗਾ, ਦੁਸ਼ਮਣ ਜਿੰਨਾ ਮਰਜ਼ੀ ਚੜ੍ਹ ਕੇ ਆ ਰਿਹਾ ਮਗਰ। ਮਹਾਰਾਜ ਜੀ ਨੇ ਫਿਰ ਇੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਨਗਰ ਵਿੱਚ ਵੜਦਿਆਂ ਜਿਸ ਜਗ੍ਹਾ ਰੁਕੇ, ਉੱਥੇ ਇੱਕ ਬਾਗ ਸੀ। ਮਹਾਰਾਜ ਉੱਥੇ ਆਪਣੇ ਦਲ ਦੇ ਨਾਲ ਠਹਿਰੇ ਤੇ ਮਹਾਰਾਜ ਜੀ ਨੇ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਤੇ ਭਾਈ ਮਾਨ ਸਿੰਘ ਨੂੰ ਕਿਹਾ ਕਿ ਇਸ ਨਗਰ ਦੇ ਵਿੱਚ ਇੱਕ ਗੜੀ ਹੈ ਤੇ ਉਸ ਗੜੀ ਦੇ ਮਾਲਕਾਂ ਕੋਲੋਂ ਜਾਓ। ਉਹਨਾਂ ਨੂੰ ਕਹੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਹਾਡੀ ਗੜੀ ਦੇ ਵਿੱਚ ਠਾਹਰ ਲੈਣਾ ਚਾਹੁੰਦੇ ਹਨ ਤੇ ਸਾਨੂੰ ਥੋੜੇ ਸਿਰ ਲਈ ਗੜੀ ਸੌਂਪ ਦਿਓ। ਮਹਾਰਾਜ ਇੱਥੇ ਠਹਿਰੇ ਸਨ ਜਿੱਥੇ ਮਹਾਰਾਜ ਦਾ ਸੈਦੇ ਬੇਗ ਦੇ ਨਾਲ ਯੁੱਧ ਹੋਇਆ ਸੀ। ਉੱਥੇ ਗੁਰਦੁਆਰਾ ਰਣਜੀਤਗੜ੍ਹ ਬਣਿਆ ਹੋਇਆ। ਜਿੱਥੇ ਮਹਾਰਾਜ ਇੱਥੇ ਆ ਕੇ ਜਿਸ ਬਾਗ ਵਿੱਚ ਠਹਿਰੇ ਸਨ, ਇੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ। ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ 7 ਮਹੀਨੇ ਯੁੱਧ ਕਰਨ ਵਾਲੇ ਭੁੱਖਣ ਭਾਣੇ ਸਰਸਾ ਦੇ ਕੰਢੇ ਯੁੱਧ ਕਰਕੇ ਰੋਪੜ ਵਿੱਚ ਯੁੱਧ ਕਰਦਿਆਂ ਹੋਇਆਂ ਹੁਣ ਕਲਗੀਧਰ ਪਾਤਸ਼ਾਹ ਦੇ ਦਲ ਇੱਥੇ ਪਹੁੰਚਿਆ 40 ਸਿੰਘਾਂ ਸਮੇਤ, 45 ਸਿੰਘਾਂ ਸਮੇਤ। ਭਾਈ ਮਦਨ ਸਿੰਘ, ਕਾਠਾ ਸਿੰਘ ਤੇ ਮਾਨ ਸਿੰਘ ਗੜੀ ਦੇ ਮਾਲਕਾਂ ਦੇ ਪਾਸ ਗਏ। ਜਾ ਕੇ ਰਾਏ ਜਗਤ ਜਿਹੜਾ ਉਸ ਗੜੀ ਦਾ ਮਾਲਕ ਸੀ, ਉਹਨੂੰ ਜਾ ਕੇ ਕਿਹਾ ਕਿ ਕਲਗੀਧਰ ਪਾਤਸ਼ਾਹ ਜੋ ਅਨੰਦਪੁਰ ਸਾਹਿਬ ਤੋਂ ਨਿਕਲੇ ਨੇ, ਜਾਣਦੇ ਤੇ ਭਾਵੇਂ ਇਹ ਵੀ ਸਨ ਕਿਉਂਕਿ ਚਮਕੌਰ ਨਗਰ ਵਿੱਚੋਂ ਮਹਾਰਾਜ ਪਹਿਲਾਂ ਵੀ ਹੋ ਕੇ ਗਏ ਨੇ, ਪਰ ਜਦੋਂ ਮਹਾਰਾਜ ਕਹਿਣ ਲੱਗੇ ਕਿ ਹੁਣ ਗੜੀ ਅੰਦਰ ਠਾਰ ਚਾਹੀਦੀ ਹੈ ਤੇ ਇਹਨਾਂ ਨੂੰ ਪਤਾ ਸੀ, ਜਦੋਂ ਸਾਰਾ ਬਿਰਤਾਂਤ ਦੱਸਿਆ ਕਿ ਅਨੰਦਪੁਰ ਸਾਹਿਬ ਤੋਂ ਇੰਝ ਵੈਰੀ ਨੇ ਕਸਮਾਂ ਛਿੱਕੇ ਟੰਗ ਕੇ ਤੇ ਮਗਰ ਧਾਵਾ ਹਮਲਾ ਕਰ ਦਿੱਤਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਡਟਣਾ ਚਾਹੁੰਦੇ ਹਨ। ਤੇ ਜਿਹੜਾ ਰਾਏ ਜਗਤ ਸੀ ਨਾ, ਇਹ ਜਦੋਂ ਇਹ ਗੱਲ ਸੁਣੀ ਤੇ ਇਹਦਾ ਮਨ ਡੋਲ ਗਿਆ। ਉਹਨੂੰ ਪਤਾ ਲੱਗ ਗਿਆ ਕਿ ਵੱਡਾ ਭਾਰੀ ਯੁੱਧ ਹੋਵੇਗਾ। ਲੱਖਾਂ ਦੇ ਦਲ ਚੜ੍ਹ ਕੇ ਆਉਣਗੇ, ਗੜੀ ਨੂੰ ਉਜਾੜ ਦੇਣਗੇ, ਗਲੀ ਨੂੰ ਢਹਿ ਢੇਰੀ ਮਲਬਾ ਬਣਾ ਦੇਣਗੇ, ਥੇ ਕਰ ਦੇਣਗੇ। ਇਸ ਕਰਕੇ ਇਹਦਾ ਮਨ ਡੋਲ ਗਿਆ। ਇਹ ਜਿਕਲ ਮਿਲ ਦਾ ਇਤਿਹਾਸ 'ਚ ਕੇ ਦੇਣ ਲਈ ਸਹਿਮਤ ਨਾ ਹੋਇਆ। ਇਹਦਾ ਇੱਕ ਛੋਟਾ ਭਰਾ ਸੀ ਰੂਪ ਚੰਦ। ਇਹ ਗੁਰੂ ਸਾਹਿਬ ਦਾ ਸ਼ਰਧਾਲੂ ਨਿਕਲਿਆ। ਇਹਦੇ ਮਨ 'ਚ ਗੁਰੂ ਚਰਨਾਂ ਦਾ ਭੈ ਜਾਗਿਆ, ਪ੍ਰਤੀਤ ਜਾਗੀ। ਆਪਣੇ ਭਰਾ ਨੂੰ ਕਹਿਣ ਲੱਗਾ, ਡੋਲਦਾ ਕਿਉਂ? ਗੜੀ ਦੇ ਵਿੱਚ ਅੱਧਾ ਹਿੱਸਾ ਮੇਰਾ। ਆ ਕੇ ਗੁਰੂ ਚਰਨਾਂ 'ਚ ਰੂਪ ਚੰਦ ਹਾਜ਼ਰ ਹੋਇਆ। ਕਹਿਣ ਲੱਗਾ, ਪਾਤਸ਼ਾਹ ਜੀ ਗੜੀ ਤੁਹਾਡੇ ਠਹਿਰਨ ਦੇ ਲਈ ਤਿਆਰ ਹੈ, ਆਪਣੇ ਦਲ ਸਮੇਤ ਗੜੀ ਅੰਦਰ ਪ੍ਰਵੇਸ਼ ਕਰੋ। ਕਈ ਇਤਿਹਾਸਕਾਰਾਂ ਨੇ ਬੁੱਧੀ ਚੰਦ ਦੀ ਹਵੇਲੀ ਬਾਰੇ ਵੀ ਲਿਖਿਆ ਕਿ ਭਾਈ ਬੁੱਧੀ ਚੰਦ ਦੀ ਹਵੇਲੀ ਸੀ, ਪਰ ਰਾਏ ਜਗਤ ਤੇ ਰੂਪ ਚੰਦ ਦੀ ਜਿਹੜੀ ਹੈ ਇਹ ਹਵੇਲੀ ਇਤਿਹਾਸ ਵਿੱਚ ਪ੍ਰਸਿੱਧ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਬਾਗ ਵਿੱਚੋਂ ਉੱਠ ਕੇ ਕਲਗੀਧਰ ਪਾਤਸ਼ਾਹ ਚੜ੍ਹਾਈ ਚੜ੍ਹਦਿਆਂ ਹੋਇਆਂ, ਕਿਉਂਕਿ ਗੜੀ ਉੱਚੇ ਥਾਂ ਤੇ ਸੀ, ਮਹਾਰਾਜਾ ਨੀਲੇ ਦੇ ਸ਼ਾਹ ਸਵਾਰ ਗੜੀ ਅੰਦਰ ਪ੍ਰਵੇਸ਼ ਕਰ ਗਏ ਹਨ। ਮਹਾਰਾਜ ਜਦੋਂ ਹੀ ਮਹਾਰਾਜ ਗੜੀ ਅੰਦਰ ਪ੍ਰਵੇਸ਼ ਕਰ ਗਏ
ਘੋੜਸਵਾਰ ਸੂਰਮਿਆਂ ਦਾ ਦਲ ਵੀ ਮਗਰੇ ਪ੍ਰਵੇਸ਼ ਕਰ ਗਿਆ। ਕਲਗੀਧਰ ਪਾਤਸ਼ਾਹ ਜੀ ਗੜੀ ਅੰਦਰ ਪ੍ਰਵੇਸ਼ ਕਰ ਗਏ। ਮਹਾਰਾਜ ਨੇ ਗਲੀ 'ਚ ਵੜਦੇ ਸਾਰ ਗਲੀ ਦੇ ਦਰਵਾਜ਼ੇ ਦਾ ਮੁਆਇਨਾ ਕੀਤਾ। ਮਹਾਰਾਜ ਨੇ ਦੇਖਿਆ ਕਿ ਦਰਵਾਜ਼ਾ ਮਜ਼ਬੂਤ ਹੈ, ਕਿਉਂਕਿ ਜਿੱਥੇ ਯੁੱਧ ਕਰਨਾ ਹੈ ਉਹ ਕੋਈ ਆਮ ਥਾਂ ਨਹੀਂ ਹੋਣੀ ਚਾਹੀਦੀ, ਵੱਡਾ ਭਾਰੀ ਅਸਾਵੀਂ ਜੰਗ ਹੋਣੀ। ਉੱਥੇ ਉਹ ਯੁੱਧ ਦਾ ਪ੍ਰਕਰਮ ਹੋਣਾ ਹੈ ਕਿ 1.25 ਲੱਖ ਨਾਲ ਇੱਕ ਲੜਨਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੜੀ ਦੇ ਅੰਦਰ ਪ੍ਰਵੇਸ਼ ਹੋਏ ਤੇ ਪ੍ਰਵੇਸ਼ ਕਰਦਿਆਂ ਕਰਦਿਆਂ 7 ਪੋਹ ਦੀ ਸ਼ਾਮ ਹੋ ਗਈ। ਸਾਰੇ ਸੂਰਮਿਆਂ ਨੇ ਆਪਣੇ ਘੋੜੇ ਗੜੀ ਦੇ ਅੰਦਰ ਲੈ ਗਏ ਹਨ। ਸ਼ਾਮ ਦਾ ਸਮਾਂ ਹੋਣ ਜਾਣ ਕੇ ਜੇ ਮਹਾਰਾਜ ਜੀ ਨੇ ਸਰਸਾ ਕੰਢੇ ਨੇਮ ਨਹੀਂ ਨਾ ਛੱਡਿਆ, ਜੇ ਆਪਣੇ ਕੁੱਲ ਮਾਲਕ ਦੇ ਨਾਲ ਪ੍ਰੀਤ ਪਰਦਿਆਂ ਸਰਸਾ ਦੇ ਕੰਢੇ ਮਹਾਰਾਜ ਨੇ ਨਿਤਨੇਮ ਆਸਾ ਦੀ ਵਾਰ ਕੀਤੀ ਤੇ 7 ਪੋਹ ਦੀ ਸ਼ਾਮ ਨੂੰ ਪਹੁੰਚੇ। ਤੇ ਮਹਾਰਾਜ ਨੇ ਇੱਥੇ ਆ ਕੇ ਜਦੋਂ ਹੀ ਮਹਾਰਾਜ ਇੱਕ ਬਣੇ ਹੋਏ ਥੜੇ ਤੇ ਬਿਰਾਜੇ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਦੇ ਸਿੰਘ ਇਕਾਗਰ ਹੋ ਗਏ ਤੇ ਮਹਾਰਾਜ ਜੀ ਨੇ ਰਲ ਕੇ, ਜਿਵੇਂ ਆਪਾਂ ਸੰਗਤੀ ਰੂਪ 'ਚ ਬਾਣੀ ਪੜ੍ਹਦੇ ਹਾਂ ਨਾ, ਗੁਰੂ ਸਾਹਿਬ ਜੀ ਨੇ 100 ਦਰ ਦਾ ਜਾਪ ਕੀਤਾ। 100 ਦਰ ਦਾ ਜਾਪ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਕਿਹਾ ਕੁਝ ਵਿਰਾਮ ਕਰ ਲਓ। ਹੁਣ ਜਦੋਂ ਮਹਾਰਾਜ 7 ਪੋਹ ਦੀ ਸ਼ਾਮ ਨੂੰ ਗੜੀ ਅੰਦਰ ਪ੍ਰਵੇਸ਼ ਕੀਤੇ ਨੇ, ਸਿੰਘਾਂ ਦੀਆਂ ਹਾਲਤ ਦਾ ਥੋੜ੍ਹਾ ਜਿਹਾ ਆਪਾਂ ਜੇ ਵਿਚਾਰ ਕਰੀਏ ਤਾਂ ਕੀ ਹਾਲਤ ਹੈ ਇਹਨਾਂ ਸਿੰਘਾਂ ਦੀ। ਇਹਨਾਂ ਸਿੰਘਾਂ ਦੀ ਹਾਲਤ ਕੀ ਹੈ ਕਿ 20 ਮਈ 1704 ਤੋਂ ਜਿਹੜੇ 10 ਲੱਖ ਦੇ ਮੁਲਖਈਏ ਵਿੱਚ ਘਿਰੇ ਹੋਏ ਰੋਜ਼ ਯੁੱਧ ਕਰ ਰਹੇ ਹਨ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੇ 7 ਮਹੀਨੇ ਦੇ ਭਏ ਕੇਰੇ ਵਿੱਚ ਹਜ਼ਾਰਾਂ ਤੀਰ ਚਲਾਏ, ਹਜ਼ਾਰਾਂ ਗੁਲਕਾਂ ਚਲਾਈਆਂ, ਹਜ਼ਾਰਾਂ ਤੁਰਕਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ, ਆਹੂ ਲਾਏ ਜਿਨ੍ਹਾਂ ਦੇ। ਘੇਰਾ ਜਦੋਂ ਭਿਆਨਕ ਹੋ ਗਿਆ, ਭੁੱਖ ਦੀ ਮਾਰ ਸਹੀ, ਸਿਦਕਾਂ ਦੇ ਅਡੋਲ ਰਹੇ, ਆਪਣੇ ਸਬਰਾਂ ਨੂੰ ਨਹੀਂ ਡੋਲਣ ਦਿੱਤਾ, ਸਿੱਖੀ ਜਜ਼ਬੇ ਦੀ ਭਾਵਨਾ ਨੂੰ ਸਿਰਮੌਰ ਰੱਖਿਆ। ਜਿੱਦਣ ਅਨੰਦਪੁਰ ਸਾਹਿਬ ਨਗਰ ਵਿੱਚੋਂ ਨਿਕਲ ਕੇ ਆਏ, ਇੱਕ ਇੱਕ ਸਫ਼ਰ ਤੇ ਇੱਕ ਇੱਕ ਕਦਮ ਤੇ ਤਲਵਾਰਾਂ ਦੇ ਮਾਰ ਕੇ ਦਲ ਨੂੰ ਕੱਟ ਵੱਢ ਕੇ ਇੱਥੇ ਪਹੁੰਚੇ ਹਨ। 7 ਮਹੀਨਿਆਂ ਦੇ ਸਖਤ ਘੇਰੇ ਨੂੰ ਝੱਲਿਆ, ਯੁੱਧ ਦਾ ਇੱਕ ਪਲ ਵੀ ਸਾਥ ਨਹੀਂ ਛੱਡਿਆ। ਤੇ ਹੁਣ ਜਦੋਂ ਚਮਕੌਰ ਗੜੀ ਅੰਦਰ ਪ੍ਰਵੇਸ਼ ਕੀਤੇ ਹਨ ਤੇ 2 ਰਾਤਾਂ ਦਾ ਸਫ਼ਰ ਬਣਦਾ ਹੈ, ਕਿੱਡਾ ਸਖਤ ਸਫ਼ਰ ਬਣਦਾ ਹੈ। ਤੇ ਯਾਦ ਇਹ ਵੀ ਰੱਖੋ ਕਿ ਪੋਹ ਦਾ ਮਹੀਨਾ ਹੈ। ਇੱਕ ਪਾਸੇ ਜ਼ੁਲਮ ਦਾ ਅਤਿਆਚਾਰ ਦਾ ਹੜ੍ਹ ਹੈ ਜਿਹੜਾ, ਜਿਹਦੇ ਨਾਲ ਹਰ ਪਲ ਗੁਰੂ ਸਾਹਿਬ ਦੇ ਖਾਲਸਾ ਟਕਰਾ ਰਿਹਾ ਹੈ, ਤਲਵਾਰਾਂ ਢਾਲਾਂ ਪਕੜ ਕੇ। ਦੂਜੇ ਪਾਸੇ ਸਰਦੀ ਦਾ ਕਹਿਰ ਹੈ। ਅਸੀਂ ਜ਼ਿਕਰ ਸੁਣਦੇ ਕਿ ਸਰਸਾ ਕੰਢੇ ਮੀਂਹ ਪੈ ਰਿਹਾ ਸੀ। ਸਰਦੀ ਵੀ ਆਪਣੇ ਸਿਖਰ ਤੇ ਗਈ ਹੋਈ ਹੈ। ਕਲਗੀਧਰ ਪਾਤਸ਼ਾਹ ਜੀ ਦਾ ਦਲ ਆਪੋ ਆਪਣੀ ਥਾਂ ਤੇ ਸੂਰਮੇ ਚਲੇ ਗਏ। ਤੇ ਮਹਾਰਾਜ ਜਦੋਂ ਨਿਤਨੇਮ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਆਲਮ ਸਿੰਘ ਨੂੰ ਤੇ ਭਾਈ ਮਾਨ ਸਿੰਘ ਨੂੰ ਤੇ ਪਿਆਰੇ ਭਾਈ ਹਿੰਮਤ ਸਿੰਘ ਤੇ ਸਾਹਿਬ ਸਿੰਘ ਨੂੰ ਤੇ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਗੜੀ ਦੀ ਤਕੜਾਈ ਚੰਗੀ ਤਰ੍ਹਾਂ ਕਰੋ। ਜਿੰਨੀਆਂ ਹਨ ਬਾਈਆਂ, ਸਾਰੀਆਂ ਬਾਈਆਂ ਦੇ ਨਾਲ ਲੱਗ ਕੇ ਕੁਝ ਸਿੰਘ ਗੜੀ ਦੀ ਤਕੜਾਈ ਕਰਦੇ ਰਹੋ, ਬਾਕੀ ਸਿੰਘ ਵਿਸ਼ਰਾਮ ਕਰ ਲਓ। ਕਲਗੀਧਰ ਪਾਤਸ਼ਾਹ ਜੀ ਨੇ ਐਸਾ ਕਿਹਾ। ਸਿੰਘ ਜਿਹੜੇ ਹੁਣ ਭੁੱਖਣ ਭਾਣੇ ਯੁੱਧਾਂ ਦੇ ਵਿੱਚੋਂ ਲੰਘ ਕੇ ਆਏ ਹਨ, ਠੰਡ ਨੇ ਸਰੀਰ ਝੰਬੇ ਹੋਏ ਹਨ, ਕਲਗੀਧਰ ਪਾਤਸ਼ਾਹ ਦੇ ਸੂਰਮੇ ਵਿਸ਼ਰਾਮ ਕਰਨ ਲੱਗ ਪਏ ਨੇ। ਹੁਣ ਇਹ ਵਿਸ਼ਰਾਮ ਕਰਨ ਦੀ ਮੁਦਰਾ ਕੀ ਹੈ? ਗੁਰੂ ਸਾਹਿਬ ਜੀ ਦੇ ਸਿੰਘਾਂ ਦੀ। ਕਿਸੇ ਨੇ ਜਿਹੜੀ ਘੋੜੇ ਦੀ ਪਿੱਠ ਦੇ ਉੱਪਰ ਖੇਸੀ ਪਾਈ ਹੁੰਦੀ ਉਹਨੂੰ ਲਾਇਆ ਹੈ, ਉਹਨੂੰ ਵਿਛਾ ਕੇ ਵਿਸ਼ਰਾਮ ਕਰ ਰਿਹਾ ਹੈ। ਕਿਸੇ ਨੇ ਘੋੜੇ ਦੀ ਕਾਠੀ ਲਾ ਕੇ ਸਰਾਣੇ ਲਈ ਹੋਈ ਹੈ, ਤਲਵਾਰ ਇੱਕ ਪਾਸੇ ਰੱਖ ਕੇ ਤੇ ਵਿਰਾਮ ਕਰ ਰਹੇ ਹਨ। ਹੌਲੀ ਹੌਲੀ ਸਿੰਘ ਸਾਰੇ ਜਿਹੜੇ ਹਨ ਇੰਜ ਵਿਰਾਮ ਕਰਨ ਲਈ, ਕੋਈ ਕਿਸੇ ਕੰਧ ਨਾਲ ਥੋੜਾ ਆਸਰਾ ਲਾ ਕੇ ਥੋੜਾ ਹਲਕਾ ਜਿਹਾ ਨੀਂਦ ਦਾ ਆਰਾਮ ਲੈਣ ਲੱਗ ਪਿਆ। ਕੋਈ ਕਿਸੇ ਢੰਗ ਦੇ ਨਾਲ, ਕਿਸੇ ਨੇ ਆਪਣਾ ਧਿਆਨ ਬਾਣੀ ਨਾਲ ਜੋੜ ਲਿਆ। ਸਾਰੇ ਸਿੰਘ ਇੰਜ ਜਦੋਂ ਵਿਅਸਤ ਹੋ ਗਏ ਤੇ ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਥੋੜ੍ਹੀ ਰਾਤ ਗਿਆ, ਸਾਰਾ ਦਲ ਮਹਾਰਾਜ ਜੀ ਦਾ ਜਿਹੜੇ ਪਹਿਰੇ ਤੇ ਸਿੰਘਾਂ ਨੇ ਡਟੇ ਹਨ, ਬਾਕੀ ਸਿੰਘ ਜਿਹੜੇ ਆਰਾਮ ਕਰ ਰਹੇ ਹਨ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਥਾਂ ਤੋਂ ਉੱਠੇ। ਮਹਾਰਾਜ ਨਾਲ ਦਇਆ ਸਿੰਘ, ਧਰਮ ਸਿੰਘ ਨਾਲ ਹਨ ਮਹਾਰਾਜ ਜੀ ਦੇ ਪਿਆਰਿਆਂ ਵਿੱਚੋਂ। ਸਾਹਿਬਜ਼ਾਦੇ ਵੀ ਮਹਾਰਾਜ ਦੇ ਮਗਰ ਹਨ। ਮਹਾਰਾਜ ਨੇ ਉਹਨਾਂ ਨੂੰ ਵੀ ਕਿਹਾ ਵਿਸ਼ਰਾਮ ਕਰੋ। ਕਲਗੀਧਰ ਪਾਤਸ਼ਾਹ ਜੀ ਜਦੋਂ ਆਪਣੇ ਦਲ ਸਮੇਤ ਅੱਗੇ ਆਏ ਤੇ ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਜਾਨਾਂ ਤੋਂ ਪਿਆਰੇ ਸਿੰਘ ਨੇ ਮਹਾਰਾਜ ਦੇ, ਇਸ 7 ਪੋਹ ਦੀ ਰਾਤ ਨੂੰ ਕਹਿੰਦੇ ਮਹਾਰਾਜ ਜੀ ਨੇ ਆਪਣੇ ਮੁਰੀਦਾਂ ਤੇ ਪਿਆਰ ਲਟਾਇਆ।
ਆਪਣੇ ਸਿੱਖਾਂ ਤੋਂ ਮਹਾਰਾਜ ਜੀ ਨੇ ਆਪਣਾ ਦਿਲ ਖੋਲ ਕੇ ਮੁਹੱਬਤ ਦਾ ਇਜ਼ਹਾਰ ਕੀਤਾ। ਕਲਗੀਧਰ ਪਾਤਸ਼ਾਹ ਨੇ ਆਪੇ ਗੁਰ ਚੇਲਾ ਸਤਿਗੁਰੂ ਨੇ ਮਹਾਰਾਜ ਜੀ ਨੇ ਦੇਖਿਆ ਕਿ ਕੋਈ ਸਿੰਘ ਨੀਂਦ ਵਿੱਚ ਹੈ, ਆਸਰਾ ਲਾ ਕੇ ਸੁੱਤਾ ਹੈ, ਦਸਤਾਰ ਢਿੱਲੀ ਹੋ ਰਹੀ ਹੈ। ਮਹਾਰਾਜ ਜੀ ਨੇ ਦਸਤਾਰ ਸੰਭਾਲ ਕੇ ਨਾ ਗਾਤਰਿਓ ਕਿਰਪਾਨ ਲਾ ਕੇ ਲਾਗੇ ਰੱਖ ਕੇ ਤਨ ਸਿੱਧਾ ਕਰਕੇ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਹਰ ਸਿੰਘ ਦੀ ਮੁਦਰਾ ਨੂੰ ਸਵਾਰ ਕੇ ਮਹਾਰਾਜ ਪਿਆਰ ਕਰਦੇ ਨੇ। ਮਹਾਰਾਜ ਦੇ ਚੇਤਿਆਂ 'ਚ ਕੀ ਚੱਲ ਰਿਹਾ ਹੋਏਗਾ, ਥੋੜਾ ਇਸ ਗੱਲ ਦਾ ਖਿਆਲ ਕਰੀਏ। ਮਹਾਰਾਜ ਦੇ ਦਲ ਦੇ ਵਿੱਚ ਕੌਣ ਨੇ ਜੀ? ਮਹਾਰਾਜ ਦੇ ਦਲ ਦੇ ਵਿੱਚ ਭਾਈ ਮਨੀ ਸਿੰਘ ਦਾ ਭਰਾ ਹੈ ਭਾਈ ਦਾਨ ਸਿੰਘ। ਭਾਈ ਮਨੀ ਸਿੰਘ ਦੇ 3 ਪੁੱਤਰ ਮਹਾਰਾਜ ਦੇ ਨਾਲ ਆਏ ਹਨ। 2 ਪੁੱਤਰ ਮਗਰ ਸ਼ਹੀਦ ਹੋਏ ਹਨ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ। 5 ਪਾਂਡਵਾਂ ਨੂੰ ਤੇ ਅਸੀਂ ਸਾਰੇ ਜਾਣਦੇ ਹਾਂ, ਪਰ ਭਾਈ ਮਨੀ ਸਿੰਘ ਦੇ 5 ਪਾਂਡਵ ਇਸ ਜੰਗੇ ਮੈਦਾਨ ਦੇ ਵਿੱਚ ਸ਼ਹੀਦ ਹੋਏ। ਉਦੈ ਸਿੰਘ, ਬਚਿੱਤਰ ਸਿੰਘ, ਅਨਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਇਸ ਗੱਲ ਨੂੰ ਆਪਾਂ ਨਹੀਂ ਜਾਣਦੇ। ਮਹਾਰਾਜ ਦੇਖ ਰਹੇ ਹਨ ਕਿ ਮੇਰੇ ਤੋਂ ਗੁਰੂ ਘਰ ਤੋਂ ਜਾਨ ਕੁਰਬਾਨ ਕਰਨ ਵਾਲੇ ਭਾਈ ਮਨੀ ਸਿੰਘ ਦੇ 5 ਪੁੱਤਰ ਮੇਰੇ ਨਾਲ ਜੂਝ ਰਹੇ ਨੇ। ਮਹਾਰਾਜ ਨੇ ਦੇਖਿਆ ਕਿ 3 ਪਿਆਰੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਵਿਸਾਖੀ ਦੇ ਸਮੇਂ ਖਾਲਸੇ ਦੀ ਸਿਰਜਣਾ ਸਮੇਂ ਸੀਸ ਦਿੱਤੇ, ਉਹ 5 ਜਿਹੜੇ ਪਿਆਰੇ ਹਨ ਮੇਰੇ ਨਾਲ ਹਨ। ਮਹਾਰਾਜ ਨੇ ਦੇਖਿਆ ਕਿ ਮੇਰੇ ਸਾਹਿਬਜ਼ਾਦੇ ਨਾਲ ਹਨ। ਮਹਾਰਾਜ ਨੇ ਦੇਖਿਆ ਕਿ ਭਾਈ ਆਲਮ ਸਿੰਘ ਨੱਚਣਾ, ਉਹਦਾ ਭਰਾ ਵੀਰ ਸਿੰਘ, ਮੋਹਰ ਸਿੰਘ ਤੇ ਅਮੋਲਕ ਸਿੰਘ ਉਹਦੇ ਦੋਵੇਂ ਪੁੱਤਰ ਵੀ ਨਾਲ ਨੇ। ਭਾਈ ਮਦਨ ਸਿੰਘ, ਕਾਠਾ ਸਿੰਘ ਦੋਵੇਂ ਭਰਾ ਨੇ। ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਆਇਆ ਕਿਰਪਾ ਰਾਮ, ਅੰਮ੍ਰਿਤ ਛਕ ਕੇ ਕਿਰਪਾ ਰਾਮ ਸਿੰਘ ਬਣ ਗਿਆ ਹੈ। ਕਿਰਪਾ ਸਿੰਘ ਬਣ ਗਿਆ, ਉਹਦਾ ਭਰਾ ਨਾਲ ਸਨਮੁਖ ਸਿੰਘ ਵੀ ਹੈ। ਮਹਾਰਾਜ ਆਪਣੇ ਮੁਰੀਦਾਂ ਨੂੰ ਨਿਹਾਰ ਰਹੇ ਹਨ, ਉਹਨਾਂ ਦੀ ਆਰਾਮ ਦੀ ਮੁਦਰਾ ਬਣਾ ਕੇ ਮਹਾਰਾਜ ਦੁਲਾਰ ਕਰ ਰਹੇ ਹਨ। ਤੇ ਮਹਾਰਾਜ ਜਾਣਦੇ ਹਨ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਣ ਸਮੇਂ ਆਪਣੇ ਸੀਸ ਦੇ ਬਲੀਦਾਨ ਦਿੱਤੇ ਸਨ, ਪ੍ਰਣ ਕੀਤੇ ਸਨ ਕਿ ਮਹਾਰਾਜ ਆਖਰੀ ਲਹੂ ਦੇ ਕਤਰੇ ਤੱਕ ਤੇਰੇ ਤੋਂ ਜਾਨ ਨਿਸ਼ਾਵਰ ਕਰ ਦਿਆਂਗੇ। ਹੁਣ ਉਹ ਮਹਾਰਾਜ ਜੀ ਨੇ ਉਹ ਜਿਹੜਾ ਦਲ ਦੇਖਿਆ, ਮਹਾਰਾਜ ਜੀ ਜਾਣ ਗਏ ਕਿ ਅੱਜ ਇਹਨਾਂ ਦੀ ਨੀਂਦ ਥੋੜੀ ਥੋੜੀ ਹੈ, ਪਰ ਜਦੋਂ ਕੱਲ 8 ਪੋਹ ਦੀ ਸਵੇਰ ਦਾ ਦਿਨ ਚੜ੍ਹਨਾ ਹੈ ਨਾ, ਇਹਨਾਂ ਸੂਰਮਿਆਂ ਨੇ ਅੰਮ੍ਰਿਤ ਦੀ ਦੁਧਾਰੇ ਖੰਡੇ ਦੀ ਇਹੋ ਜਿਹੀ ਸ਼ਕਤੀ ਦਿਖਾਉਣੀ ਹੈ ਕਿ ਆ ਟਿੱਡੀ ਦਲ ਮਲ ਕਰਕੇ ਰੱਖ ਦੇਣਾ ਮਹਾਰਾਜ ਸਾਰੇ ਸੂਰਮਿਆਂ ਦੇ। ਤੇ ਇੱਥੋਂ ਲੈ ਕੇ ਮਹਾਰਾਜ ਹੁਣ ਗੜੀ ਦਾ ਮੁਆਇਨਾ ਕਰਨ ਲੱਗ ਪਏ ਨੇ, ਕਿਉਂਕਿ ਜਿਹੜਾ ਬਹਾਦਰ ਯੁੱਧਪਤੀ ਸੈਨਾਪਤੀ ਹੁੰਦਾ ਹੈ ਨਾ, ਉਹਦੇ ਲਈ ਇਹ ਬੜਾ ਜ਼ਰੂਰੀ ਹੈ। ਮਹਾਰਾਜ ਨੇ ਉਸ ਜੰਗ ਨੂੰ ਅੰਜਾਮ ਦੇਣਾ ਜਿਹੜੀ ਦੁਨੀਆ ਵਿੱਚ ਲਾ ਮਿਸਾਲ ਬਣਨੀ ਹੈ। ਇਹ ਉਹ ਥਾਂ ਆ ਗਿਆ ਜਿੱਥੇ ਕੀ ਕਹਿ ਸਕਦੇ ਅਸੀਂ, ਜਿਹੜਾ ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਖੁਦ ਕਿਹਾ ਮਹਾਰਾਜ ਨੇ, ਜਬ ਆਵ ਕੀ ਔਦ ਨਿਧਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋ। ਕਲਗੀਧਰ ਪਾਤਸ਼ਾਹ ਜੀ ਨੇ ਐਸਾ ਕਿਹਾ। ਜਦੋਂ ਗੜੀ ਦਾ ਮਹਾਰਾਜ ਮੁਆਇਨਾ ਕਰ ਲਗੇ ਨਾ, 7 ਪੋਹ ਦੀ ਅੱਧੀ ਰਾਤ ਹੋ ਗਈ। ਦਇਆ ਸਿੰਘ, ਧਰਮ ਸਿੰਘ ਜੀ ਨਾਲ ਹਨ, ਮਹਾਰਾਜ ਦੇ ਸਾਹਿਬਜ਼ਾਦੇ ਵੀ ਨਾਲ ਹਨ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਗੜੀ ਦਾ ਮੁਆਇਨਾ ਕਰਦਿਆਂ ਗੜੀ ਨੂੰ ਮਹਾਰਾਜ ਉਹਦੀਆਂ ਕੰਧਾਂ ਨੂੰ ਛੂਹ ਰਹੇ ਹਨ। ਮਹਾਰਾਜ ਛੂਹ ਰਹੇ ਹਨ ਤੇ ਮਹਾਰਾਜ ਦੇ ਰਸਨਾ ਦੇ ਵਿੱਚ ਵਾਕ ਹਨ, ਹੇ ਰਬ ਹੇ ਸਸ ਹੇ ਕਰੁਣਾ ਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ, ਔਰ ਨ ਮੰਗਤ ਹੋ ਤੁਮ ਤੇ ਕਛ ਚਾਹਤ ਹੋ, ਚਿਤ ਮੈਂ ਸੋਈ ਖੀਜੈ, ਸ਼ਸਤਰ ਸਿਉ ਅਤ ਹੀ ਰਣ ਭੀਤਰ, ਜੂਝ ਮਰੋਂ ਤੋਂ ਸਾਚ ਭਤੀਜੈ, ਸੰਤ ਸਹਾਏ ਸਦਾ ਜਗ ਮਾਏ, ਕਿਰਪਾ ਕਰ ਸਿਆਮ ਇਹ ਬਰ ਦੀਜੈ। ਭਾਈ ਦਇਆ ਸਿੰਘ ਮਹਾਰਾਜ ਗੁਣਗੁਣਾ ਰਹੇ ਹਨ। ਭਾਈ ਦਇਆ ਸਿੰਘ ਮਹਾਰਾਜ ਦੇ ਨਾਲ ਨਾਲ ਚੱਲਦੇ ਜਾ ਰਹੇ ਨੇ ਕਲਗੀਧਰ ਪਾਤਸ਼ਾਹ ਦੇ ਨਾਲ। ਕਹਿਣ ਲੱਗੇ, ਮਹਾਰਾਜ ਗੜੀ ਦੀਆਂ ਕੰਧਾਂ ਨੂੰ ਛੂਹ ਰਹੇ ਹੋ ਤੇ ਮੁੱਖ ਤੇ ਤੁਹਾਡੇ ਹੈ ਸ਼ਸਤਰ ਸਿਉ ਅਤ ਹੀ ਰਣ ਭੀਤਰ। ਕਲਗੀਧਰ ਪਾਤਸ਼ਾਹ ਜੀ, ਤੁਹਾਡੇ ਚੋਜ, ਤੁਹਾਡੀ ਕਲਾ ਅਗੰਮੀ ਹੈ, ਪਰ ਜੇ ਤੁਹਾਡੇ ਮੁੱਖ ਤੇ ਵਾਕ ਆ ਗਿਆ ਕਿ ਸ਼ਸਤਰ ਸਿਉ ਅਤ ਹੀ ਰਣ ਭੀਤਰ, ਇਹਦਾ ਮਤਲਬ ਇਹ ਹੈ ਕਿ ਇੱਥੇ ਹੁਣ ਸ਼ਸਤਰ ਚੱਲਣ ਦੀ ਪ੍ਰਚੰਡ ਖੇਲ ਹੋਏਗਾ। ਮਹਾਰਾਜ 10ਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਸ੍ਰੀ ਅਸਕੇਤ ਖੜਗ, ਸ੍ਰੀ ਅਸਕੇਤ ਅਕਾਲ ਪੁਰਖ ਜੀ ਕੀ ਐਸੀ ਹੀ ਆਗਿਆ ਹੈ। ਮਹਾਰਾਜ ਚੱਲਦੇ ਚੱਲਦੇ ਗੜੀ ਦੀਆਂ ਕਦੇ ਜ਼ਮੀਨ ਨੂੰ ਮਹਾਰਾਜ ਛੂੰਹਦੇ ਹਨ, ਕਦੇ ਕੰਧਾਂ ਨੂੰ ਛੂੰਹਦੇ ਹਨ। ਮਹਾਰਾਜ ਜੇਕਰ ਆਪਣੀ ਰਸਨਾ ਤੋਂ ਗੁਣ ਗੁਣਾ ਰਹੇ ਹਨ, ਦੇਹ ਸ਼ਿਵਾ ਬਰ ਮੋਹੇ ਇਹ ਸ਼ਿਵ ਸ਼ੁਭ ਕਰਮਨ ਤੇ, ਕਬਹੂ ਨਾ ਟਰੂ ਅਰਸੋਂ ਜਬ ਜਾਏ ਲਰੂ, ਨਿਸ਼ਚੈ ਕਰੇ ਆਪਣੀ ਜੀਤ ਕਰੂੰ, ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲ ਚਾਹੋ ਗੁਣ ਤਾਉ ਉਚਰੋਂ,
जब आव की औद निधान बनै अत ही रण में तब जूझ मरूं। भाई दया सिंह बड़े हैरान ਹਨ कि महाराज की रसना ते अज युद्धां दे वाक ने महाराज जी दे। महाराज जी की रसना ते इउं झलक रहा कि महाराज किसी बड़े वड्डे युद्ध के चाਅ नाल, बड़े वड्डे युद्ध के जज्बे नाल महाराज भर गए ने। भाई दया सिंह कहण लगे महाराज की ये चमकौर की गढ़ी दे विच ऐसे ही हालात बनणगे जिहड़ा कि जब आव की औद, कि जदों शस्त्र उठाउण दी रण तत्ते विच जूझण दी आखिरी घड़ी आ जावे ते सूरमा जरा जिन्ना ना झिझके, जरा जिन्ना ना रुके। महाराज की ये मौका आ गया। महाराज कहण लगे करता पुरख ने कोई ऐसा ही विधान साजिया है। जदों महाराज चलते चलते गढ़ी के दरवाजे नेड़े आए ना, महाराज ने उच्ची गढ़ी नूं निहारिया। महाराज कहण लगे बा कमाल है थां, धन्नवाद है तेरा अकाल पुरख, मैनू तू ये गढ़ी बख्शी, मैनू ये जाना तो प्यारे मरजीवड़े सिदकी सूरबीर सिंह बख्शे, इन्हां दा मैनू मुरशद बनाया, रहबर बनाया। तेरी किरपा नूं जदों तेरी किरपा दी खड़ग चलदी है ना, उदों कुल जमाने दा अंधकार, अज्ञान, अत्याचार, अधर्म मिट जाता है। महाराज गढ़ी के दरवाजे नूं बड़ा किन्ना चिर निहारदे रहे। महाराज कहण लगे बा कमाल है, बा कमाल है। भाई दया सिंह कहण लगे महाराज ब्रह्म ज्ञानी सुरत के मालिक ने भाई दया सिंह महाराज के नाल तां ही रहिंदे क्योंकि हर वक्त ब्रह्म ज्ञानी सुरत नाल रहिंदी है। कहण लगे महाराज ये गढ़ी वाल देख के अज तुहाडा बड़ा स्नेह, बड़ी तुहाडी मुहब्बत, तुहाडी बड़ी सूरबीरता वाली भावना तुहाडे मुख तो, तुहाडी सरीरक भाषा तो ਜ਼ਾਹਰ हो रही है कि ये गढ़ी आनंदपुर साहब नालों भी ज़्यादा प्यारी है। कहण लगे महाराज नूं भाई दया सिंह, कहण लगे महाराज उत्थे आप जी ने 5 किले बनाए, आनंदगढ़, केसगढ़, लोहगढ़, होलगढ़, तारागढ़। महाराज आप जी ने किले बनाए कि ये गढ़ी तुहानूं आनंदपुर साहब दे किलियां तो भी ज़्यादा प्यारी है, लोहगढ़ के किलियां तो जिथे मदमस्त हाथी के मत्थे विच नेजे वजे सन। महाराज की उहदे तो प्यारी। महाराज कहण लगे भाई दया सिंह जी आनंदपुर साहब के किले भी मैनूं बड़े प्यारे हैं, पर अकाल पुरख ने देखो किलियां दे मालक हुंदियां होइयां, वड्डे वड्डे दुर्गपति हुंदियां होइयां सानूं आ गढ़ी बख्शी है। कच्ची गढ़ी है, फसील भी कोई चौड़ी नहीं, उचाई भी कोई ज़्यादा नहीं। ये गढ़ी बख्शी दे अंदर सिंह भी सानू गिणती दे बख्शे हन, पर यह अकाल पुरख की आग्या जिहड़ी अमृत की शक्ति है ना, जिदों असीं अमृत छकाया सी उदों कुछ बूंदा चिड़ी नूं पाईयां सन ते चिड़ी ने बाज मरोड़ते, बाज दे खंभ मरोड़ते सन। कहण लगे भावें देखण 'च गढ़ी छोटी है, ਸਿੰਘਾਂ ਦਾ दल भी जिहड़ा गिणती विच थोड़ा लगदा है, पर इत्थे अमृत की शक्ति का ऐसा प्रचंड जलाओ होना, दुधारे खंडे की शक्ति शरीरां दे विचों इंज प्रगट होनी है कि जिवें चिड़ी ने खंभ बाजां दे खंभ मरोड़े सन ना भाई दया सिंह जी, उवें ये जिहड़ी गढ़ी दे अंदर मेरे सिंह हन, ये छोटी जी गढ़ी दे अंदर ये दुश्मन दल नूं इंज दल मल करके रख देणगे। गुरु महाराज जी ने सारी गढ़ी महाराज जागदे रहे सारी रात। इसे दौरान जिहड़ा दुश्मनां दा वधिया होया दल अद्धी को रात दे समय तक आके सारे दल ने चमकौर नगर नूं मल लिया। घरां दे विचों लोकां नूं कढ दित्ता, दबके मारदियां होइयां, अत्याचार करदियां होइयां सारे दल नूं जिहड़ा वजीद खां वर्गियां, जबरदस्त खां वर्गियां ने कढ कढ के नगर चों बाहर अपने फौजी मोर्चे बना लए। गढ़ी पूरी नूं घेर लिया। कलगीधर पातशाह जी ने जदों अद्धी रात बतीत हो गई ना, कलगीधर पातशाह जी ने फिर अपने नेम विच जुड़े ते महाराज 2-2.5 घंटिਆਂ तक अपनी परम ध्यानी अवस्था विच महाराज रहे। एक मिक अकाल पुरख नाल हो गए। जदों सवेर दा दिन चढ़िया, अमृत वेला होया, कलगीधर दे सिंह सुचेत होण लग पए, क्योंकि सूरमा जिहड़ा रण तत्ते दे विच जंग दे मैदान 'च ਚੱਲਿਆ ਉਹ कदे रुकदा नहीं। सूरबीरां नूं पता कि युद्ध होण जा रहा, युद्ध दा आगाज होण जा रहा। सारे सिंह सुचेत हो के नाम बाणी दे आसरे नाल जुड़े। ਝੰਬੇ ਹੋਏ ਸਰੀਰਾਂ ਦੇ ਵਿੱਚ, ਫੱਟੜ ਹੋਏ ਸਰੀਰਾਂ ਦੇ ਵਿੱਚ ਨਾਮ ਬਾਣੀ ਦੇ ਨਾਲ ਇੱਕ ਰੂਹਾਨੀ ਤਾਕਤ ਭਰੀ ਹੈ ਗੁਰੂ ਸਾਹਿਬ ਜੀ ਦੇ ਦਲ ਨੇ।
ਗੁਰੂ ਸਾਹਿਬ ਜੀ ਦਲ ਨੇ ਤਾਕਤ ਭਰੀ, ਸਾਰਵੇਂ ਸੂਰਮੇ ਸੁਚੇਤ ਹੋ ਗਏ। 8 ਪੋਹ ਦਾ ਦਿਨ ਚੜਿਆ ਹੈ। ਪਹਿਲੀ ਕਿਰਨ ਹੈ, ਗਹਿਰੀ ਧੁੰਦ ਹੈ, ਸੰਘਣੀ ਧੁੰਦ ਹੈ। ਉਜਾਲੇ ਦੀ ਕਿਰਨ ਜਦੋਂ ਧਰਤੀ ਦੇ ਪਹਿਲੀ ਆ ਕੇ ਡਿੱਗੀ, ਕਲਗੀਧਰ ਪਾਤਸ਼ਾਹ ਜੀ ਨੇ ਪਟਾਰੀ ਤੇ ਮਹਾਰਾਜ ਸੱਜੇ ਬੈਠੇ ਸਨ। ਮਹਾਰਾਜ ਨੇ ਕਿਹਾ ਭਾਈ ਸ਼ੇਰ ਸਿੰਘ ਨਾਰ ਸਿੰਘ ਨੂੰ ਕਿ ਜਰਾ ਦੁਸ਼ਮਣ ਦਲ ਦਾ ਮੁਆਇਨਾ ਤਾਂ ਕਰੋ ਕਿ ਕਿੰਨੇ ਕਿੰਨੇ ਘੇਰਿਆ। ਕਹਿਣ ਲੱਗੇ ਮਹਾਰਾਜ ਗੜੀ ਦੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਨਾ, ਤੁਰਕਾਂ ਮੁਗਲਾਂ ਦੇ, ਪਹਾੜੀਆਂ ਦੇ, ਗੁੱਜਰਾਂ ਰੰਗੜਾਂ ਦੇ ਸਿਰ ਹੀ ਨਜ਼ਰ ਆ ਰਹੇ ਨੇ ਮਹਾਰਾਜ। ਸ਼ਮਸ਼ੀਰਾਂ ਹੀ ਨਜ਼ਰ ਆ ਰਹੀਆਂ ਨੇ ਮਹਾਰਾਜ, ਸ਼ਲਖਾਂ ਹੀ ਤੋਂ ਜਵਾਲਾ ਬੰਮਣੀਆਂ ਹੀ ਨਜ਼ਰ ਆ ਰਹੀਆਂ ਨੇ ਮਹਾਰਾਜ। ਮਹਾਰਾਜ ਕਹਿਣ ਲੱਗੇ ਅਨੁਮਾਨ ਲਗਾਓ ਕਿੰਨਾ ਕੁ ਦਲ ਹੋਏਗਾ। ਭਾਈ ਸ਼ੇਰ ਸਿੰਘ ਨਾਰ ਸਿੰਘ ਕਹਿਣ ਲੱਗੇ ਮਹਾਰਾਜ ਅਨੰਦਪੁਰ ਸਾਹਿਬ ਜਿੰਨਾ ਦਲ ਚੜ੍ਹ ਕੇ ਆਇਆ ਸੀ ਓਨਾ ਹੀ ਲੱਗਦਾ, ਲੱਖਾਂ ਦੀ ਗਿਣਤੀ 'ਚ ਲੱਗਦਾ। 2 ਲੱਖ ਦੇ ਕਰੀਬ ਦੇ ਦਲ ਨੇ। ਆਹ ਜਿਹੜੀ ਪੌਣੇ 5 ਵਿਗੇ ਦੇ ਵਿੱਚ ਜਿਹੜੀ ਗੜੀ ਚੁਗਰਦੇ ਵਾਲੀ ਇਹ ਘੇਰੀ ਹੋਈ 1 ਏਕੜ ਦੇ ਕਰੀਬ। ਕਲਗੀਧਰ ਪਾਤਸ਼ਾਹ ਜਦੋਂ ਇੰਜ ਨਜ਼ਰ ਦੌੜਾਈ, ਮਹਾਰਾਜ ਜੀ ਨੇ ਕੋਲ ਸਾਹਿਬਜ਼ਾਦਾ ਅਜੀਤ ਸਿੰਘ ਮਹਾਰਾਜ ਦੇ ਖੜੇ ਨੇ। ਮਹਾਰਾਜ ਕਹਿਣ ਲੱਗੇ, ਸਾਹਿਬਜ਼ਾਦਾ ਅਜੀਤ ਸਿੰਘ ਕਹਿਣ ਲੱਗੇ ਮਹਾਰਾਜ ਦੁਸ਼ਮਣ ਤਾਂ ਬਹੁਤ ਨੇੜੇ ਢੁਕਿਆ ਹੋਇਆ ਹੈ। ਜਿੰਨਾ ਚਿਰ ਮਹਾਰਾਜ ਦੁਸ਼ਮਣ ਪਛਾਣ ਨਹੀਂ ਹੋਏਗਾ ਉਹਨਾਂ ਚਿਰ ਯੁੱਧ ਕਰਨਾ ਆਸਾਨ ਨਹੀਂ ਹੋਵੇਗਾ। ਖੁੱਲੇ ਮੈਦਾਨ ਵਿੱਚ ਯੁੱਧ ਜਿਹੜਾ ਚੰਗੀ ਤਰ੍ਹਾਂ ਲੜਿਆ ਜਾ ਸਕਦਾ ਜੇ ਇਸ ਲੱਖਾਂ ਦੇ ਦਲ ਦਾ ਸੰਘਾਰ ਕਰਨਾ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਾਹਿਬਜ਼ਾਦਾ ਅਜੀਤ ਸਿੰਘ ਐਸਾ ਹੀ ਹੋਵੇਗਾ। ਪਾਤਸ਼ਾਹ ਜੀ ਕਹਿਣ ਲੱਗੇ ਲੱਖਾਂ ਦਾ ਦਲ ਸੰਘਾਰਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣਾ ਕਠੋਰ ਕਮਾਨ ਪਕੜਿਆ। ਮਹਾਰਾਜ ਜੀ ਨੇ ਇੱਕ ਤੀਰ ਚੁਣਿਆ, ਕਮਾਨ ਦੇ ਚੱਲੇ ਤੇ ਚਾੜ ਕੇ ਬਾਗਣ ਨੂੰ ਖਿੱਚ ਕੇ ਮਸਤਕ ਨਾਲ ਲਗਾਇਆ। ਮਹਾਰਾਜ ਜੀ ਨੇ ਕਿਹਾ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰਬੰਡੰ ਪੁਜਦੰਡ ਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਨਵੰਗ ਦੁਰਮਤ ਦਰਣੰ ਕਿਲ ਵਿਖ ਹਰਣੰ ਅਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਣ ਮੰਬ੍ਰਿਤ ਪਾਰਣ ਜੈ ਤੇਗੰ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਈ ਸਹਿਥੀ ਜਹ ਹਮਾਰੇ ਪੀਰ। ਮਹਾਰਾਜ ਜੀ ਨੇ ਵਾਕਈ ਮਸਤਕ ਨੂੰ ਮਹਾਰਾਜ ਜੀ ਨੇ ਤੀਰ ਲਗਾਇਆ। ਸ੍ਰੀ ਅਸਕੇਤ ਮਹਾਰਾਜ ਜੀ ਨੇ ਖੜਗ ਕੇਤ ਨੂੰ ਧਿਆਇਆ। ਮਹਾਰਾਜ ਜੀ ਨੇ ਜਿਹਦੇ ਥਾਪੇ ਭੇਜੇ। ਮਹਾਰਾਜ ਪਰਮ ਸਰੂਪ ਲੈ ਕੇ ਇਸ ਜਗਤ ਤਮਾਸ਼ੇ ਵਿੱਚ ਆਏ ਹਨ। ਮਹਾਰਾਜ ਜੀ ਨੇ ਤੀਰ ਖਿੱਚਿਆ ਬਾਗੜ ਤੱਕ, ਤੀਰ ਦੀ ਤੰਦੀ ਨੂੰ ਬਾਗੜ ਸਮੇਤ ਕੰਨ ਤੱਕ ਖਿੱਚਿਆ। ਮਹਾਰਾਜ ਜੀ ਨੇ ਕਮਾਨ ਪੂਰਾ ਝੁਕਾ ਦਿੱਤਾ। ਹੁਣ ਕਲਗੀਧਰ ਪਾਤਸ਼ਾਹ ਦਾ ਇਹ ਤੀਰ ਚੱਲ ਰਿਹਾ ਤੇ ਇਹ ਅਜ਼ਮਤੀ ਤੀਰ। ਮਹਾਰਾਜ ਜੀ ਨੇ ਤੀਰ ਜਦੋਂ ਛੱਡਿਆ ਤੇ ਜਦੋਂ ਉਹ ਤੀਰ ਛੱਡ ਕੇ ਦੁਸ਼ਮਣ ਦਲ ਵੱਲ ਗਿਆ, 1 ਨਹੀਂ 2 ਨਹੀਂ ਸੈਂਕੜੇ ਮੁਗਲ ਜਦੋਂ ਤੁਰਕ ਡਿੱਗ ਕੇ ਉਸ ਇੱਕ ਤੀਰ ਦੇ ਨਾਲ ਮਰੇ। ਦਿਲਾਵਰ ਖਾਂ, ਜ਼ਬਰਦਸਤ ਖਾਂ ਵਰਗੇ ਤਰਬਕ ਗਏ। ਕਹਿਣ ਲੱਗੇ ਕਿੰਨੇ ਤੀਰ ਆਏ ਹਨ ਗੜੀ ਵੱਲੋਂ। ਕਹਿਣ ਲੱਗੇ ਗੜੀ ਵੱਲੋਂ ਤੀਰ ਤਾਂ ਇਕੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਛੱਡਿਆ ਹੈ, ਪਰ ਕਹਿਣ ਲੱਗਾ ਇੱਕ ਤੀਰ ਨਾਲ ਸੈਂਕੜੇ ਕਿਵੇਂ ਮਰ ਸਕਦੇ ਹਨ। ਉਸ ਵਕਤ ਜ਼ਬਰਦਸਤ ਖਾਂ ਕਹਿਣ ਲੱਗਾ ਕਿ ਇਹ ਕੋਈ ਅਜ਼ਮਤੀ ਤੀਰ ਚਲਾ ਰਹੇ ਹਨ, ਇਹਨਾਂ ਦੇ ਥੋੜ੍ਹੇ ਤੀਰਾਂ ਨਾਲ ਸਾਡਾ ਦਲ ਮਾਰਿਆ ਜਾਣਾ। ਜਦੋਂ ਭਾਈ ਦਇਆ ਸਿੰਘ ਨੇ ਮਹਾਰਾਜ ਦੇ ਇਸ ਤੀਰ ਦੀ ਕਰਾਮਾਤ ਦੇਖੀ ਨਾ, ਅਕਾਲ ਪੁਰਖ ਸਹਾਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ। ਮਹਾਰਾਜ ਜੀ ਨੇ ਥਾਂ ਥਾਂ ਲਿਖਿਆ ਆਪਣੀ ਬਾਣੀ 'ਚ ਕਿ ਮੈਂ ਉਹਦੇ ਭਾਣੇ ਵਿੱਚ, ਉਹਦੇ ਹੁਕਮ ਵਿੱਚ, ਉਹਦੀ ਰਜਾ ਵਿੱਚ, ਉਹਦੀ ਆਗਿਆ ਵਿੱਚ ਹਾਂ। ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਤੁਹਾਡਾ ਇੱਕ ਤੀਰ ਚੱਲਿਆ, ਸੈਂਕੜੇ ਤੁਰਕ ਮੁਗਲ ਗਿਰ ਗਏ ਨੇ ਜ਼ਮੀਨ ਤੇ। ਮਹਾਰਾਜ 10-15 ਤੀਰ ਚਲਾਓ ਤੇ ਸਾਰਾ ਦਲ ਹੀ ਵੱਡੇ ਹੋਏ ਕੇਲਿਆਂ ਦੇ ਰੁੱਖ ਵਾਂਗ ਵਿਛਾ ਦਿਓ, ਵੱਡੀ ਹੋਈ ਫਸਲ ਵਾਂਗ ਵਿਛਾ ਦਿਓ। ਦਸਮ ਪਾਤਸ਼ਾਹ ਜੀ ਕਹਿਣ ਲੱਗੇ ਆਗਿਆ ਹੀ ਨਹੀਂ ਹਮੇ ਰਣ ਕੀ, ਕਿ ਸਾਨੂੰ ਐਸੀ ਅਜੇ ਆਗਿਆ ਨਹੀਂ। ਫਿਰ ਮਹਾਰਾਜ ਜੀ ਨੇ ਨਾਲ ਦੇ ਜਦੋਂ ਦੇਖਿਆ ਕਿ ਜਦੋਂ ਇੱਕ ਤੀਰ ਨਾਲ ਇਹ ਤਰਬਕ ਗਏ, ਦਿਲਾਵਰ ਖਾਂ ਵਰਗੇ, ਜ਼ਬਰਦਸਤ ਖਾਂ, ਵਜ਼ੀਰ ਖਾਂ ਵਰਗੇ, ਨਾਰ ਖਾਂ ਵਰਗੇ, ਖਵਾਜੇ ਖਿਜਰ ਵਰਗੇ ਦੰਦ ਪੀਂਦੇ ਕਰਨ ਕੀ ਹੁਣ ਕਲਗੀਧਰ ਪਾਤ ਦੇ ਸਾਹਮਣੇ ਗੁੱਸੇ ਵਿੱਚ ਆਇਆਂ ਨੇ ਧੌਂਸਿਆਂ ਨਗਾਰਿਆਂ ਤੇ ਚੋਟਾਂ ਲਗਾਈਆਂ। ਰਣ ਸਿੰਘੇ ਗੁੱਜੇ ਤੁਰਨੀਆਂ ਵੱਜੀਆਂ, ਭੇਰੀਆਂ ਦਾ ਨਾਦ ਗੂੰਜਿਆ, ਸ਼ਲਖਾਂ ਛੱਡੀਆਂ ਇਹਨਾਂ ਨੇ ਚਮਕੌਰ ਗੜੀ ਦੇ ਵੱਲ ਤੇ ਦਲ ਨੂੰ ਹਿੱਲਾ ਕਰਕੇ ਜਦੋਂ ਅੱਗੇ ਵਧਾਉਣ ਲੱਗੇ,
ਕਲਗੀਧਰ ਪਾਤਸ਼ਾਹ ਨੇ ਸਾਰੇ ਸੂਰਮਿਆਂ ਨੂੰ ਕਿ ਆਪਣੇ ਕਮਾਨਾਂ ਦੀ ਸ਼ਿਸ਼ਤ ਬੰਨ ਲਓ, ਚੰਗੀ ਤਰ੍ਹਾਂ 2-2 ਤੀਰ ਚਾੜੋ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਰੇ ਸੂਰਮਿਆਂ ਨੇ ਗੜੀ ਵੱਲ ਹੇਠਾਂ ਨੂੰ ਕਰਕੇ 2-2 ਤੀਰ ਛੱਡੇ। ਜਿਹੜਾ ਦਲ ਅੰਨਾ ਹੋਇਆ ਹਿੱਲਾ ਕਰਦਾ ਅੱਗੇ ਵਧਿਆ ਸੀ, ਇੱਕ ਇੱਕ ਤੀਰ ਨਾਲ 3-3 4-4 ਮਰੇ ਤੇ ਵਧਦੇ ਹੋਏ ਦਲ ਨੂੰ ਠੱਲ ਪਾ ਦਿੱਤੀ ਮਹਾਰਾਜ। ਜਦੋਂ ਅੱਗੇ ਹੋਏ ਵੱਧਦਾ ਦਲ ਇੰਜ ਤੀਰਾਂ ਦੀ ਮਾਰ ਨਾਲ ਮਰਦਾ ਵੇਖਿਆ, ਖਵਾਜੇ ਖਿਜਰ ਵਰਗਿਆਂ ਨੇ, ਖਵਾਜਾ ਮਰਦੂਦ ਵਰਗਿਆਂ ਨੇ, ਜ਼ਬਰਦਸਤ ਖਾਂ ਵਰਗਿਆਂ ਨੇ, ਅਜਮੇਰ ਚੰਦ ਵਰਗੇ ਇਹਨਾਂ ਦੇ ਨਾਲ ਹਨ। ਜਦੋਂ ਦੇਖਿਆ ਇਹਨਾਂ ਨੇ, ਇਹਨਾਂ ਦੇ ਹੌਸਲੇ ਪਸਤ ਹੋ ਗਏ ਕਿ 8 ਪੋਹ ਦਾ ਦਿਨ ਹੈ, ਜੰਗ ਦਾ ਨਾਦ ਗੂੰਜ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਦਲ ਦੇ ਨੇੜੇ ਨਹੀਂ ਜਾਣ ਦੇ ਰਹੇ। ਜ਼ਬਰਦਸਤ ਖਾਂ ਵਰਗਿਆਂ ਨੂੰ ਜਦੋਂ ਤੀਰਾਂ ਦੀ ਮਾਰ ਵੇਖੀ ਨਾ, ਇਹਨਾਂ ਨੂੰ ਉਹ ਸਮਾਂ ਚੇਤੇ ਆਇਆ ਕਿ ਜਦੋਂ ਅਨੰਦਪੁਰ ਸਾਹਿਬ ਨੂੰ ਇੱਕ ਦਿਨ ਘੇਰਨ ਦੀਆਂ ਤਜਵੀਜ਼ਾਂ ਬਣਾ ਰਹੇ ਸਨ ਤੇ ਮੰਜਾ ਢਾ ਕੇ ਬੈਠੇ ਸਨ ਤੇ ਚਮਕਾਓ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਵਿੱਚੋਂ ਤੀਰ ਛੱਡਿਆ ਸੀ ਤੇ 2.5 ਕੋਹ ਦੇ ਦੂਰ ਬੈਠੇ ਮੰਜੇ ਦੇ ਪਾਵੇ ਵਿੱਚ ਆ ਕੇ ਵੱਜਿਆ ਸੀ। ਉਹਨੂੰ ਦਸਮ ਪਾਤਸ਼ਾਹ ਦੀ ਤੀਰ ਕਲਾ ਚੇਤੇ ਆਈ। ਚੇਤੇ ਆਇਆ ਦੀਨਾ ਬੇਗ ਵਰਗਿਆਂ ਦੇ ਸਮੇਂ ਜਦੋਂ ਪੈਂਡੇ ਖਾਂ ਚੜ੍ਹ ਕੇ ਇੱਕ ਤੀਰ ਦੇ ਨਾਲ ਉਹਦਾ ਕੰਮ ਤਮਾਨ ਕੀਤਾ। ਰਮਜ਼ਾਨ ਖਾਨ ਵਰਗਿਆਂ ਨੂੰ ਇੱਕ ਇੱਕ ਤੀਰ ਦੇ ਨਾਲ ਮਹਾਰਾਜ ਨੇ ਪਾਰ ਬੁਲਾਇਆ। ਮਨ ਤਰਵਕ ਗਏ, ਬੈਠ ਗਏ ਕਿ ਐਸੇ ਮਰਦ ਗੰਮੜੇ ਸੂਰਬੀਰ ਵਰਿਆਮ ਨਾਲ ਕਿਵੇਂ ਯੁੱਧ ਕਰਾਂਗੇ। ਡਰਦੇ ਮਾਰੇ ਪਿਛਾਂਹ ਹਟ ਗਏ ਯੁੱਧ ਦੇ ਵਿੱਚ। ਖਵਾਜਾ ਖਿਜਰ ਖਾਂ ਕਿਲਦਿਆਂ ਹੋਇਆ ਜ਼ਬਰਦਸਤ ਖਾਂ ਨੂੰ ਕਹਿਣ ਲੱਗਾ ਕਿ ਗੜੀ ਕਿੰਨੀ ਕੁ ਉੱਚੀ ਹੈ, ਕਿੱਡਾ ਕੁ ਦਲ ਹੈ ਉਹਨਾਂ ਦੇ ਮਗਰ, ਇੱਕੋ ਵਾਰੀ ਹਿੱਲਾ ਕਰਕੇ ਪੈ ਜਾਓ। ਜ਼ਬਰਦਸਤ ਖਾਂ ਕਹਿਣ ਲੱਗਾ ਅਸੀਂ 7 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰੀ ਰੱਖਿਆ, ਸਾਨੂੰ ਪਤਾ ਉਹਦੇ ਤੀਰਾਂ ਦੀ ਅਜ਼ਮਤ ਕਿੱਡੀ ਵੱਡੀ ਹੈ। ਕਹਿਣ ਲੱਗਾ ਤੀਰ ਥੋੜਾ ਹਨ, ਇੱਕ ਤੀਰ ਦੇ ਵਿੱਚੋਂ ਕਾਲ ਦੇ ਗੂੰਜਦੇ ਹੋਏ ਕਹਿੰਦਾ ਨਿੱਕੇ ਨਿੱਕੇ ਫਨੀਅਰ ਨਾਗ ਲੰਘਦੇ ਨਿਕਲਦੇ ਨੇ, ਪਤਾ ਨਹੀਂ ਕਿੰਨਿਆਂ ਨੂੰ ਡੱਸ ਲੈਂਦੇ ਨੇ, ਜਿਹਨੂੰ ਡੱਸਦੇ ਨੇ ਮੁੜ ਕੇ ਉਹ ਪਾਣੀ ਨਹੀਂ ਮੰਗਦਾ, ਜੰਮਪੁਰੀ ਪਹੁੰਚ ਜਾਂਦਾ ਹੈ। ਕਹਿਣ ਲੱਗਾ ਉਹ ਤੀਰ ਆਮ ਥੋੜਾ ਚਲਾਏ ਜਾ ਰਹੇ ਇਹਦੇ। ਇਹਨਾਂ ਦੇ ਮਨ ਤਰਬ ਕੇ ਦਿਲ ਬੈਠ ਗਏ ਇਹਨਾਂ ਪਹਾੜੀਆਂ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਹੜਾ ਪਹਿਲਾ ਅਜਮਤੀ ਤੀਰ ਚੱਲਿਆ ਤੇ ਹੁਣ ਸਿੰਘਾਂ ਦੇ ਤੀਰ ਚੱਲੇ ਹਨ, ਇਹਨਾਂ ਦੇ ਮਨ ਬੈਠ ਗਏ, ਯੁੱਧ ਕਰਨ ਦਾ ਹੌਸਲਾ ਗਵਾ ਰਹੇ ਹਨ। ਸੋਚਣ ਲੱਗ ਪਏ ਕਿ ਗੜੀ ਦੇ ਨੇੜੇ ਕਿਵੇਂ ਜਾਵਾਂਗੇ। ਜਿੱਡਾ ਵੱਡਾ ਪਰਾਕਰਮ ਦਸਮ ਪਾਤਸ਼ਾਹ ਨੇ ਬਣਾ ਲਿਆ, ਗੜੀ ਦੇ ਨੇੜੇ ਤਾਂ ਜਾਇਆ ਹੀ ਨਹੀਂ ਜਾਣਾ ਏਡੇ ਵੱਡੇ ਪਰਾਕਰਮ ਦੇ ਵਿੱਚ। ਉਸ ਸਮੇਂ ਦੇ ਵਿੱਚ ਫਿਰ ਇਹ ਆਪਸ 'ਚ ਵਿਚਾਰਾਂ ਕਰਦੇ ਰਹਿ ਗਏ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਤੀਰਾਂ ਦੀ ਅਜ਼ਮਤ ਦਾ ਅੰਦਾਜ਼ਾ ਲਗਾਓ ਜਰਾ ਕੁ ਆਪਣੀ ਸੁਰਤ ਨੂੰ ਤੀਰ ਧਨੁਰ ਵਿਦਿਆ ਦੇ ਪਾਸੇ ਲੈ ਕੇ ਜਾਓ। ਕਲਗੀਧਰ ਪਾਤਸ਼ਾਹ ਦੇ ਕਿ 40 ਸਿੰਘਾਂ ਦੇ ਤੀਰ ਹਨ। ਜਦੋਂ ਤੀਰ 2-2 ਨਿਕਲੇ ਨਾ ਮਹਾਰਾਜ ਯੁੱਧ ਵਿਦਿਆ ਸੂਰਮਿਆਂ ਦੇ, ਤੇ ਇਹ ਜਿਹੜੇ ਤੁਰਕ ਪਹਾੜੀਏ ਮੁਗਲ ਸਨ ਅੰਦਾਜ਼ਾ ਲਗਾਉਣ ਲੱਗ ਪਏ। ਕਹਿਣ ਲੱਗੇ ਗੜੀ ਦੇ ਅੰਦਰ ਜਿਹੜੇ ਸਿੰਘ ਹਨ ਉਹ ਕਾਫੀ ਵੱਡੀ ਗਿਣਤੀ ਵਿੱਚ ਹਨ, ਕਿਉਂਕਿ ਇੰਨੇ ਤੀਰ ਇੱਕੋ ਦਮ ਨਿਕਲ ਰਹੇ ਹਨ। ਇਹਨਾਂ ਨੂੰ ਵਕਤ ਪਿਆ ਰਿਹਾ। ਸ਼ੇਰ ਕਿਤੇ ਵੀ ਬੈਠਾ ਹੋਵੇ ਨਾ, ਰੜੇ ਬੈਠਾ ਹੋਵੇ, ਕਿਸੇ ਕੰਦਰਾ ਗੁਫਾ ਦੇ ਵਿੱਚ ਲੁਕਿਆ ਹੋਵੇ, ਜਰਾ ਜਿੰਨੀ ਉਹ ਆਪਣੀ ਹੁੰਕਾਰ ਭਰੇ ਨਾ, ਜਰਾ ਜਿੰਨਾ ਗਰਜੇ ਤੇ ਹਿਰਨਾਂ ਦੀਆਂ ਡਾਰਾਂ ਨੂੰ ਵਕਤ ਪੈ ਜਾਂਦਾ ਹੈ। ਲੇਲਿਆਂ ਨੂੰ ਆਪਣੀ ਜਾਨ ਦੀ ਗਨੀਮਤ ਮਨਾਉਣੀ ਪੈਂਦੀ ਹੈ। ਦਸਵੇਂ ਪਾਤਸ਼ਾਹ ਦੀ ਤੀਰਾਂ ਦੀ ਸ਼ੇਰ ਵਰਗੀ ਹੁੰਕਾਰ ਨੇ ਇਹਨਾਂ ਪਹਾੜੀਆਂ ਨੂੰ ਕੰਬਣ, ਇਹਨਾਂ ਮੁਗਲਾਂ ਨੂੰ, ਤੁਰਕਾਂ ਨੂੰ ਕੰਬਣ ਲਾ ਦਿੱਤਾ ਹੈ। ਸਰਦੀਆਂ ਦੇ ਮਹੀਨੇ ਦੇ ਵਿੱਚ ਵੀ ਇਹਨਾਂ ਨੂੰ ਤੀਰਾਂ ਨਾਲ ਮਰਦੀ ਹੋਈ ਸੈਨਾ ਦੇਖ ਕੇ ਤਰੇਲੀਆਂ ਆਉਣ ਲੱਗ ਪਈਆਂ ਹਨ, ਮੱਥੇ ਤੇ ਪਸੀਨੇ ਛੁੱਟ ਪਏ ਹਨ। ਐਸੀ ਮਹਾਰਾਜ ਦੀ ਅਜ਼ਮਤ। ਕਿੰਨਾ ਚਿਰ ਰੁਕੇ ਰਹੇ, ਪਰ ਹੁਣ ਕਿਉਂਕਿ ਵੰਗਾਰ ਬਣੀ ਸੀ ਕਿ ਜੇ ਅਨੰਦਪੁਰ ਸਾਹਿਬ ਨਹੀਂ ਘੇਰ ਸਕਦੇ, ਚਮਕੌਰ ਗੜੀ 'ਚ ਘੇਰ ਲਈਏ ਇਹਨਾਂ ਨੂੰ। ਹੁਣ ਇਹਨਾਂ ਨੂੰ ਵੰਗਾਰ ਬਣੀ ਤੇ ਫਿਰ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲੇ ਦਾ ਭਰਾ ਨਾਰ ਖਾਂ ਕਹਿਣ ਲੱਗਾ ਕਿ ਇੱਕ ਪਾਸੇ ਦਲ ਦਾ ਹਿੱਲਾ ਕਰਕੇ ਪੌੜੀ ਲਾ ਕੇ ਅੰਦਰ ਚੜ੍ਹਦੇ ਆ। ਪੌੜੀ ਲਾ ਕੇ ਅੰਦਰ ਚੜ੍ਹਦੇ, ਪੌੜੀ ਲੈ ਕੇ ਗਿਆ ਏ। ਇਹਨੇ ਹੀਆ ਕੀਤਾ, ਹੌਲੀ ਹੌਲੀ ਪੌੜੀ ਤੇ ਚੜ੍ਹਦਿਆਂ ਤਲਵਾਰ ਹੱਥ ਵਿੱਚ ਫੜੀ ਹੋਈ ਹੈ। ਨਾਲ ਇਹਦੇ ਸੂਰਮੇ ਜਿਹੜੇ ਹਨ ਉਹ ਡਟੇ ਹੋਏ ਹਨ, ਅਟਾਰੀ ਤੇ ਮਹਾਰਾਜ ਸੱਜੇ ਹੋਏ ਹਨ। ਇਹ ਹੌਲੀ ਹੌਲੀ ਪੌੜੀ ਦਾ ਇੱਕ ਡੰਡਾ ਚੜ੍ਹਦਾ, ਇਹ ਪੌੜੀ ਦੇ ਡੰਡੇ ਨਹੀਂ ਚੜ੍ਹ ਰਿਹਾ, ਇਹ ਆਪਣੇ ਕਾਲ ਦੇ ਬਿਲਕੁਲ ਨੇੜੇ ਹੋ ਰਿਹਾ। ਇਹਨੂੰ ਨਹੀਂ ਪਤਾ ਕਿ ਮਹਾਕਾਲ ਰਖਵਾਰ ਹਮਾਰੋ ਦੇ ਮਾਲਕ ਸਤਿਗੁਰੂ ਸਾਹਿਬ ਜੀ
ਇਹਦੇ ਕਾਲ ਦਾ ਪਰਵਾਨਾ ਆਪਣੇ ਤੀਰ ਨਾਲ ਬੰਨ੍ਹ ਕੇ ਬੈਠੇ ਹਨ ਤੇ ਇਹਨੂੰ ਗੜੀ ਅੰਦਰ ਛਾਲ ਮਾਰਨਾ ਜਾਂ ਉੱਪਰ ਚੜ੍ਹਨਾ ਨਸੀਬ ਨਹੀਂ ਹੋਣਾ। ਮਹਾਰਾਜ ਨੇ ਇਹਨੂੰ ਆਪਣੇ ਕਾਲ ਰੂਪ ਤੀਰ ਦਾ ਪ੍ਰਸ਼ਾਦ ਦੇ ਕੇ ਭੇਜਣਾ। ਜਦੋਂ ਹੀ ਇਹਨੇ ਥੋੜ੍ਹੀ ਜਿਹੀ ਧੌਣ ਤਾਂ ਚੁੱਕੀ, ਅਟਾਰੀ ਤੇ ਬੈਠੇ ਮਹਾਰਾਜ ਜੀ ਨੇ ਪਹਿਲਾਂ ਹੀ ਤੀਰ ਕਮਾਨ ਤੇ ਚਾੜਿਆ ਹੋਇਆ ਸੀ। ਮਹਾਰਾਜ ਜੀ ਨੇ ਬਾਗੜ ਖਿੱਚ ਕੇ ਇੰਨੀ ਜ਼ੋਰ ਦੀ ਨਿਸ਼ਾਨਾ ਮਾਰਿਆ, ਇਹਦੀ ਧੌਣ ਦੇ ਵਿੱਚੋਂ ਤੀਰ ਆਰ ਪਾਰ ਹੋ ਗਿਆ। ਲਹੂ ਦੀ ਵਗਦੀ ਹੋਈ ਤਤੀਰੀ ਸਰੀਰ ਵਿੱਚੋਂ ਵਗਦੀ ਹੋਈ ਥੱਲੇ ਆ ਕੇ ਗਿਰਿਆ, ਧੜਮ ਕਰਦਾ ਹੋਇਆ। ਤੇ ਜਦੋਂ ਜ਼ਬਰਦਸਤ ਖਾਂ ਵਰਗਿਆਂ ਨੇ ਇਹਦੇ ਭਰਾ ਗੁਲਸ਼ੇਰ ਖਾਂ, ਖਵਾਜਾ ਖਿਜਰ ਵਰਗਿਆਂ ਨੇ ਇਹਨੂੰ ਮਰਦਾ ਡਿੱਗਦਾ ਵੇਖਿਆ, ਉਹਨਾਂ ਦੇ ਬੁੱਲਾਂ ਤੇ ਸਿੱਕਰੀ ਜੰਮ ਗਈ। ਦਿਲ ਬੈਠ ਗਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਤੀਰਾਂ ਦੀ ਅਜ਼ਮਤ ਸੁਣਦੇ ਸਾਂ ਕਿ ਪੈਂਡੇ ਖਾਂ ਨੂੰ ਵੱਜਾ, ਰਮਜ਼ਾਨ ਖਾਂ ਨੂੰ ਵੱਜਾ। ਅੱਜ ਤੇ ਮਹਾਰਾਜ ਨੇ ਖਵਾਜਾ ਜਿਹੜਾ ਨਾਰ ਖਾਂ, ਇਹਨੂੰ ਪਾਰ ਬੁਲਾ ਦਿੱਤਾ ਹੈ। ਡਰ ਗਏ, ਕੰਬ ਕੇ ਦਲ ਮਰਦਾ ਹੋਇਆ ਪਿਛਾਂਹ ਭੱਜ ਗਿਆ। ਇਹਦੇ ਭਰਾਵਾਂ ਦੇ ਮਨ ਅੰਦਰ ਰੋਹ ਚੁੱਕਿਆ। ਗਨੀ ਖਾਂ, ਗੁਲਸ਼ੇਰ ਖਾਂ ਜਿਹਨੂੰ ਕਹਿੰਦੇ ਨੇ, ਆਪਣੇ ਭਰਾ ਦੇ ਮਰੇ ਦੀ ਮਨ ਅੰਦਰ ਰੋਹ ਉੱਠਿਆ। ਕਹਿਣ ਲੱਗਾ ਮੈਂ ਅੱਗੇ ਜਾਵਾਂਗੇ। ਜ਼ਬਰਦਸਤ ਖਾਂ ਕਹਿਣ ਲੱਗਾ ਇੰਜ ਦੇ ਤਰੀਕੇ ਨਾਲ ਜਾਣ ਵਾਲੀ ਕਿੰਨੇ ਕੁ ਜਾਓਗੇ? ਕਹਿਣ ਲੱਗਾ ਉਹ ਗੜੀ ਦੇ ਮਾਲਕ ਬਣ ਕੇ ਬੈਠਿਆਂ ਨੂੰ ਉੱਚੇ ਥਾਂ ਤੋਂ, ਉਹਨਾਂ ਨਾਲ ਯੁੱਧ ਕਰਨਾ ਕਹਿੰਦਾ ਇੰਨਾ ਆਸਾਨ ਨਹੀਂ ਹੈ। ਭਾਵੇਂ ਇਹ ਦੁਸ਼ਮਣ ਹਨ, ਪਰ ਦਸਮ ਪਾਤਸ਼ਾਹ ਦੀ ਅਜ਼ਮਤ ਤੋਂ, ਉਹਨਾਂ ਦੀ ਧਨੁਰ ਵਿਦਿਆ ਤੋਂ, ਉਹਨਾਂ ਦੀ ਸੂਰਬੀਰਤਾ ਤੋਂ ਇਹ ਲੋਹਾ ਮੰਨਦੇ ਨੇ, ਭੈ ਖਾਂਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸੂਰਬੀਰਤਾ ਸੀ ਕਿ ਕਦੇ ਔਰੰਗਜ਼ੇਬ ਦੀ ਸਭਾ ਦੇ ਵਿੱਚ ਜਦੋਂ ਚੜ੍ਹਾਈ ਕਰਨ ਦੇ ਲਈ, ਮੁਹਿੰਮ ਚੜ੍ਹਨ ਦੇ ਲਈ ਪਾਣ ਦੇ ਬੀੜੇ ਤਲਵਾਰਾਂ ਤੇ ਮਨ ਪਾਉਂਦਾ ਦਲ ਦੀ ਸ਼ਰਤ ਰੱਖੀ ਜਾਂਦੀ ਸੀ, ਕਿਸੇ ਸੂਰਮੇ ਦਾ ਹੀਆ ਨਹੀਂ ਸੀ ਪੈਂਦਾ ਮਹਾਰਾਜ ਜੀ ਦੇ ਖਿਲਾਫ ਚੜ੍ਹਨ ਦਾ। ਪਰ ਇਹਦਾ ਭਰਾ ਗਨੀ ਖਾਂ ਜਿਹੜਾ ਉਹ ਬੜਾ ਰੋਹ ਦੇ ਵਿੱਚ ਆਇਆ। ਕਹਿਣ ਲੱਗਾ ਨਹੀਂ, ਮੈਂ ਉਸ ਤਰ੍ਹਾਂ ਨਹੀਂ ਕਰਾਂਗਾ। ਇਹ ਬੜੇ ਦਬਕੀ ਕਦਮੀ ਗਿਆ। ਜਿਉਂ ਹੀ ਪੌੜੀ ਚੜ੍ਹ ਕੇ, ਪੂਰੀ ਪੌੜੀ ਇਹ ਚੜ੍ਹ ਗਿਆ ਸੀ, ਜਦੋਂ ਇਹ ਤਾਂ ਹੋਣ ਲੱਗਾ, ਮਹਾਰਾਜ ਜੀ ਨੇ ਐਡੀ ਜ਼ੋਰ ਦੀ ਗੁਰਜ ਮਾਰੀ ਵਗਾ ਕੇ ਇਹਦਾ ਸਾਰਾ ਮਿੱਝ ਨਿਕਲ ਗਈ। ਜਿਵੇਂ ਮੱਖਣ ਦੀ ਮਿੱਟੀ ਦੀ ਹਾਂਡੀ ਦੇ ਵਿੱਚ ਪਏ ਹੋਏ ਮੱਖਣ ਨੂੰ ਫੋੜਦੇ ਆ ਨਾ, ਉਂਝ ਮਾਰਨ ਸਿਰ ਵਿੱਚੋਂ ਮਿੱਝ ਕੱਢ ਦਿੱਤੀ। ਜਦੋਂ ਗਨੀ ਖਾਂ, ਗੁਲਸ਼ੇਰ ਖਾਂ ਵੀ ਮਰਿਆ, ਤੁਰਕਾਂ ਮੁਗਲਾਂ ਦੇ ਦਿਲਾਂ ਦੀ ਧੜਕਣ ਜਿਵੇਂ ਥੰਮ ਗਈ ਹੋਈ ਵੀ ਏਡੇ ਏਡੇ ਵੱਡੇ ਜਰਨੈਲ ਜਿਹੜੇ ਹਜ਼ਾਰਾਂ ਸੂਰਮਿਆਂ ਦੀ ਕਮਾਂਡ ਕਰਕੇ ਮੁਹਿੰਮਾਂ ਜਿੱਤਦੇ ਲੜਦੇ ਸਨ, ਯੁੱਧ ਲੜਦੇ ਸਨ, ਕਲਗੀਧਰ ਪਾਤਸ਼ਾਹ ਦੇ ਸਾਹਮਣੇ ਇੰਝ ਮਰ ਰਹੇ ਹਨ। ਖਵਾਜਾ ਖਿਜਰ ਖਾਂ, ਜਿਹਨੂੰ ਖਵਾਜਾ ਮਰਦੂਦ ਵੀ ਕਹਿੰਦੇ ਹਨ, ਦੋ ਭਰਾ ਮਰਦੇ ਦੇਖ ਕੇ ਰੋਹ ਦੇ ਤਰਾਇਆ। ਕਹਿਣ ਲੱਗਾ ਕਿ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੈਂ ਪਾਰ ਬੁਲਾ ਦੇਵਾਂਗਾ। ਮੇਰੇ ਦੋ ਭਰਾਵਾਂ ਨੂੰ ਮਾਰਨ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮੈਂ ਇੰਜ ਜੰਗ ਦੇ ਮੈਦਾਨ ਦੇ ਵਿੱਚ ਮਹਾਬਲੀ ਬਣ ਕੇ ਨਹੀਂ ਰਹਿਣ ਦੇਵਾਂਗਾ, ਤੀਰਾਂ ਦੇ ਨਾਲ ਪਸਤ ਕਰ ਦਿਆਂਗਾ। ਕਹਿਣ ਲੱਗਾ ਇਹ ਵੀ ਕਹਿੰਦੇ ਹੌਲੀ ਹੌਲੀ ਪੌੜੀ ਤੇ ਚੜ੍ਹਿਆ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਇੱਕ ਤੀਰ ਦੇ ਇਹਦੇ ਤੀਰ ਉੱਪਰ ਇੱਕ ਇਹਦੇ ਕਾਲ ਦਾ ਵੀ ਪਰਵਾਨਾ ਮਹਾਰਾਜ ਨੇ ਲਿਖ ਕੇ ਤਿਆਰ ਰੱਖਿਆ। ਅਜੇ ਜਦੋਂ ਤਾਂ ਹੀ ਹੋਣ ਲੱਗਾ, ਜਰਾ ਜਿੰਨੀ ਸਰੀ ਕੱਢੀ ਗੜੀ ਦੀਆਂ ਉਹ ਬਣਨ ਵਾਲੇ ਗੁੰਬਜਾਂ ਜਿਹਦੇ ਵਿੱਚੋਂ, ਪਾਤਸ਼ਾਹ ਜੀ ਨੂੰ ਤੀਰ ਵੱਟਿਆਂ ਨੂੰ ਦੇਖ ਕੇ ਸਾਰੀ ਆਪਣੀ ਇਹਨੂੰ ਯੋਧਾਪਣਾ ਭੁੱਲ ਗਿਆ, ਬਹਾਦਰੀ ਭੁੱਲ ਗਈ ਤੇ ਡਰਦਾ ਮਾਰਾ ਕਿ ਤੀਰ ਕਿਤੇ ਮੇਰੇ ਮੱਥੇ 'ਚ ਆ ਕੇ ਮੌਤ ਦਾ ਤਿਲਕ ਨਾ ਲਾ ਲਏ। ਡਰਦਾ ਮਾਰਾ ਉਤਰਦਾ ਪੌੜੀ ਤੋਂ ਡਿੱਗ ਗਿਆ, ਸੱਟ ਲਵਾ ਲਈ। ਮਹਾਰਾਜ ਜੀ ਨੇ ਵੇਖ ਕੇ ਹੱਸ ਪਏ। ਦੁਸ਼ਮਣ ਦਲ ਦੇ ਵਿੱਚ ਇਹਦੀ ਹਾਸੀ ਹੋਈ ਕਿ ਦੂਜਿਆਂ ਨੂੰ ਕਹਿੰਦਾ ਸੀ ਆਪ ਡਿੱਗ ਮਾਰਨ। ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਲਿਖਿਆ ਵੀ ਆ। ਮਹਾਰਾਜ ਕਹਿਣ ਲੱਗੇ ਇਹੋ ਜਿਹੇ ਡਰਪੋਕ ਜਰਨੈਲਾਂ ਦੇ ਆਸਰੇ ਯੁੱਧ ਲੜਨ ਲਈ ਭੇਜਿਆ ਸੀ। ਜੇ ਤੇਰਾ ਖਵਾਜਾ ਮਰਦੂਦ ਕਿਤੇ ਜਰਾ ਜਿੰਨੀ ਆਪਣੀ ਗਰਦਨ ਹੋਰ ਤਾਂ ਚੁੱਕ ਲੈਂਦਾ ਤੇ ਮੇਰੇ ਤੀਰ ਨੇ ਉਹਦੇ ਮੱਥੇ ਦੇ ਵਿੱਚ ਮੌਤ ਦਾ ਤਿਲਕ ਲਾ ਦੇਣਾ ਸੀ, ਦੇਰੀ ਨਹੀਂ ਸੀ ਲੱਗਣੀ। ਹੁਣ ਜਦੋਂ ਇੰਜ ਇਹ ਮਾਰੇ ਗਏ, ਹੁਣ ਯੁੱਧ ਲੜਨ ਕਿਵੇਂ? ਦਿਨ ਬੀਤਦਾ ਜਾ ਰਿਹਾ, ਸਿਆਲ ਦੇ ਦਿਨ ਛੋਟੇ ਹੁੰਦੇ ਹਨ। ਅੱਗੇ ਕਿੰਨਾ ਦਲ ਮਾਰਿਆ ਜਾ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਸੂਰਮਾ ਨਹੀਂ ਸ਼ਹੀਦ ਹੋਇਆ, ਇਹਨਾਂ ਦੇ ਦੋ ਵੱਡੇ ਜਿਹੜੇ ਜਰਨੈਲ ਮਾਰੇ ਗਏ ਹਨ। ਸੈਂਕੜੇ ਹਜ਼ਾਰਾਂ ਇਹਨਾਂ ਦੇ ਤੁਰਕ ਮੁਗਲ ਸ਼ਹੀਦ ਹੋ ਗਏ ਨੇ, ਜਿਹੜੇ ਹਨ ਮਾਰੇ ਗਏ ਹਨ। ਜੰਮਪੁਰੀ ਪਹੁੰਚਾ ਦਿੱਤੇ ਨੇ ਮਹਾਰਾਜ ਜੀ ਨੇ। ਫਿਰ ਇਹ ਕਹਿਣ ਲੱਗਾ, ਫਿਰ ਇਹਨਾਂ ਦੇ ਵਿੱਚੋਂ ਇੱਕ ਪਠਾਨ ਨੇ ਹੌਸਲਾ ਕੀਤਾ, ਉਹ ਆਪਣਾ ਦਲ ਲੈ ਕੇ ਅੱਗੇ ਵਧਿਆ ਤੇ ਅੱਗੇ ਕਹਿੰਦੇ ਮਹਾਰਾਜ ਜੀ ਨੇ ਗੇਟ ਦੇ ਉੱਪਰ ਮਦਨ ਸਿੰਘ ਕਾਠਾ ਸਿੰਘ ਨੂੰ ਲਗਾਇਆ ਹੋਇਆ ਸੀ।
ਜਦੋਂ ਭਾਈ ਮਦਨ ਸਿੰਘ ਕਾਠਾ ਸਿੰਘ ਨੇ ਦੇਖਿਆ ਕਿ ਪਠਾਨ ਆਪਣੇ ਦਲ ਦੇ ਨਾਲ ਅੱਗੇ ਵੱਧਦਾ ਆ ਰਿਹਾ, ਗੜੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਕੇ ਲੜੇ ਕਲਗੀਧਰ ਪਾਤਸ਼ਾਹ ਦੀ ਆਗਿਆ ਨਾਲ। ਉਹ ਪਠਾਨ ਤੇ ਭਾਈ ਮਦਨ ਸਿੰਘ ਕਾਠਾ ਸਿੰਘ ਆਮੋ ਸਾਹਮਣੇ ਹੋਏ, ਤਲਵਾਰਾਂ ਤੇ ਤਲਵਾਰ ਖਿੱਚੀ, ਚੰਗਿਆੜੇ ਨਿਕਲੇ। ਇੱਕ ਦੂਜੇ ਨੂੰ ਬਲ ਧਾਰਨ ਕਰਕੇ ਦਲ ਦੇ ਨਾਲ ਭਿੜਦੇ ਭਿੜਦੇ ਇੱਕ ਨੂੰ ਵੱਢਿਆ, ਦੂਜੇ ਨੂੰ ਵੱਢਿਆ, ਕੱਟ ਵੱਢ ਕਰਦੇ ਦਲ ਦੇ ਵਿੱਚ ਵੜ ਗਏ। ਉਹ ਪਠਾਨ ਨੇ ਉਛਲ ਕੇ ਭਾਈ ਮਦਨ ਸਿੰਘ ਦੀ ਗਰਦਨ ਤੇ ਮਾਰੀ ਤਲਵਾਰ, ਸੀਸ ਕਲਮ ਕਰ ਦਿੱਤਾ। ਭਾਈ ਕਾਠਾ ਸਿੰਘ ਨੇ ਉਛਲ ਕੇ ਤਲਵਾਰ ਮਾਰੀ ਉਸ ਪਠਾਨ ਦੇ, ਉਹਦਾ ਸਿਰ ਕਲਮ ਕਰ ਦਿੱਤਾ। ਮਗਰੋਂ ਆਈ ਵਾੜ ਨੇ ਹਮਲਾ ਯੁੱਧ ਕਰਕੇ ਪੈ ਗਏ ਤੇ ਬੜੀ ਤੇਜ਼ ਤਲਵਾਰ ਮਾਰੀ। ਸੈਂਕੜੇ ਮੁਗਲ ਮੌਤ ਦੇ ਘਾਟ ਉਤਾਰਦੇ। ਭਾਈ ਮਦਨ ਸਿੰਘ ਤੇ ਕਾਠਾ ਸਿੰਘ ਗੇੜ ਤੇ ਖਲੋਣ ਵਾਲੇ ਦੋਵੇਂ ਭਰਾ ਕਹਿੰਦੇ ਜ਼ਿਕਰ ਮਿਲਦਾ ਸ਼ਹੀਦ ਹੋ ਗਏ। ਕੋਠਾ ਸਿੰਘ ਵੀ ਕਹਿੰਦੇ ਹਨ। ਇਹ ਚਮਕੌਰ ਗੜੀ ਦੇ ਪਹਿਲੇ ਸ਼ਹੀਦ ਹਨ, ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ। ਜਦੋਂ ਮਹਾਰਾਜ ਜੀ ਨੇ ਭਾਈ ਮਦਨ ਸਿੰਘ ਕਾਠਾ ਸਿੰਘ ਦੀ ਸੂਰਬੀਰਤਾ ਨੂੰ ਦੇਖਿਆ, ਮਹਾਰਾਜ ਬੜੇ ਪ੍ਰਸੰਨ ਹੋਏ। ਮਹਾਰਾਜ ਨੇ ਸ਼ੇਰ ਸਿੰਘ ਤੇ ਨਾਰ ਸਿੰਘ ਨੂੰ ਕਿਹਾ ਕਿ ਹੁਣ ਦਰਵਾਜ਼ੇ ਦੇ ਉੱਪਰ ਤੁਸੀਂ ਓਟ ਆਸਰਾ ਲਵੋ। ਹੁਣ ਕਿਉਂਕਿ ਤੀਰ ਬਹੁਤ ਚਲਾ ਚੁੱਕੇ ਸਨ, ਬੰਦੂਕਾਂ ਦੀਆਂ ਗੁਲਕਾਂ ਬੜੀਆਂ ਚਲਾ ਚੁੱਕੇ ਸਨ, ਅਸਲੇ ਖਾਨੇ ਦੀ ਘਾਟ ਹੋ ਗਈ ਸੀ, ਤੇ ਇਸ ਕਰਕੇ ਮਹਾਰਾਜ ਜੀ ਨੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਕਹਿਣ ਲੱਗੇ, ਭਾਈ ਮਾਨ ਸਿੰਘ ਕਹਿਣ ਲੱਗੇ, ਭਾਈ ਆਲਮ ਸਿੰਘ ਨੱਚਣਾ ਕਹਿਣ ਲੱਗੇ, ਮਹਾਰਾਜ ਹੁਣ ਤੀਰਾਂ ਦੇ ਨਾਲ ਯੁੱਧ ਨਹੀਂ ਕਰ ਸਕਾਂਗੇ, ਬਹੁਤੀਆਂ ਛਲਖਾਂ ਨਹੀਂ ਮਹਾਰਾਜ ਮਾਰ ਸਕਾਂਗੇ, ਹੁਣ ਸਾਨੂੰ ਰਣ ਤੱਤੇ ਵਿੱਚ ਜਾ ਕੇ ਜੂਝਣਾ ਪਵੇਗਾ। ਇਹ ਕਲਗੀਧਰ ਪਾਤਸ਼ਾਹ ਦੇ ਸੂਰਮਿਆਂ ਦੇ ਪ੍ਰਚੰਡ ਹੌਸਲੇ। ਬਾਣੀ 'ਚ ਵਾਕ ਆਉਂਦਾ, ਰਣ ਦੇਖ ਸੂਰੇ ਚਿੱਤ ਉਲਾਸ। ਜਿਵੇਂ ਸੂਰਮਿਆਂ ਨੂੰ ਜੰਗ ਦਾ ਮੈਦਾਨ ਦੇ ਕੇ ਚਾਉ ਚੜ੍ਹਦਾ, ਕਹਿੰਦੇ ਮਹਾਰਾਜ ਹੁਣ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਣਾ ਪਏਗਾ। ਹੁਣ ਮਹਾਰਾਜ ਇੱਥੋਂ ਯੁੱਧ ਨਹੀਂ ਹੋਏਗਾ ਗੜੀ ਵਿੱਚ। ਕਲਗੀਧਰ ਪਾਤਸ਼ਾਹ ਜੀ ਨੇ ਅਜੇ ਸਿੰਘਾਂ ਵੱਲ ਨਜ਼ਰ ਹੀ ਘੁਮਾਈ। ਪਿਆਰੇ ਭਾਈ ਮੋਹਕਮ ਸਿੰਘ ਜੀ ਅੱਗੇ ਆਏ, ਕਹਿਣ ਲੱਗੇ ਮਹਾਰਾਜ ਜੇ ਮੈਨੂੰ ਆਗਿਆ ਹੋਵੇ ਤਾਂ ਮੈਂ ਗੜੀ ਦੇ ਅੰਦਰੋਂ ਜਾ ਕੇ ਸਭ ਤੋਂ ਪਹਿਲਾਂ ਆਪਣੀ ਸ਼ਮਸ਼ੀਰ ਨਾਲ ਦੁਸ਼ਮਣ ਦੇ ਆਹੂ ਲਾ ਕੇ ਮੈਦਾਨ ਖਾਲੀ ਕਰ ਦਿਆਂ। ਮਹਾਰਾਜ ਨੂੰ ਕਹਿ, ਮਹਾਰਾਜ ਬੜੇ ਪ੍ਰਸੰਨ ਹੋਏ। ਕਲਗੀਧਰ ਪਾਤਸ਼ਾਹ ਦੇ ਮੱਥੇ ਦੇ ਇੱਕ ਚਮਕਦਾ ਨਿਸ਼ਾਨ ਉੱਭਰਿਆ। ਮਹਾਰਾਜ ਅੰਮ੍ਰਿਤ ਦੀ ਸ਼ਕਤੀ ਨੂੰ ਆਪਣੀ ਅੱਖੀਂ ਦੇਖ ਰਹੇ ਨੇ ਕਿ ਉਦੋਂ ਇਹਨਾਂ ਨੇ ਅਨੰਦਪੁਰ ਸਾਹਿਬ ਵਿਖੇ ਸੀਸ ਅਰਪਣ ਕੀਤਾ ਸੀ। ਅੱਜ ਚਮਕੌਰ ਗੜੀ ਦੇ ਵਿੱਚ ਇੱਕ ਕਲਾ ਹੋਣ ਜਾ ਰਹੀ ਹੈ ਕਿ ਇਹ ਉਸ ਸੀਸ ਨੂੰ ਕੁਰਬਾਨ ਕਰਨ ਦੇ ਲਈ ਆਪ ਜੰਗ ਦੇ ਮੈਦਾਨ ਵਿੱਚ ਜਾ ਰਹੇ ਨੇ। ਬਾਣੀ 'ਚ ਇੱਕ ਵਾਕ ਆਉਂਦਾ, ਜਿਸ ਪਿਆਰੇ ਸਿਓ ਨੇਹੋਂ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਸ਼ੈ ਜੀਵਨ। ਮਹਾਰਾਜ ਜੀ ਨੇ ਕਿਹਾ, ਪਿਆਰੇ ਭਾਈ ਮੋਹਕਮ ਸਿੰਘ ਜੀ, ਸੂਰਮੇ ਨੂੰ ਕਿਸ ਆਗਿਆ ਦੀ ਲੋੜ ਹੁੰਦੀ, ਅਸੀਂ ਤੁਹਾਡੇ ਤੇ ਬੜੇ ਪ੍ਰਸੰਨ ਹਾਂ। ਜਾਓ ਸ੍ਰੀ ਅਸਕੇਤ ਜੀ ਦੀ ਕਿਰਪਾ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਇੱਕ ਇੱਕ ਤੁਰਕ ਮੁਗਲ ਦਾ ਸਿਰ ਵੱਢ ਕੇ ਜ਼ੁਲਮ ਦਾ ਨਾਸ਼ ਕਰਦੇ ਜਾਓ, ਧਰਮ ਦਾ ਪ੍ਰਕਾਸ਼ ਕਰਦੇ ਜਾਓ, ਸੰਤਾਂ ਦਾ ਉਭਾਰ ਕਰਦੇ ਜਾਓ, ਜ਼ੁਲਮ ਦਾ ਸੰਘਾਰ ਕਰਦੇ ਜਾਓ। ਮਹਾਰਾਜ ਦੀ ਆਗਿਆ ਲੈ ਕੇ ਘੋੜੇ ਦੀਆਂ ਰਕਾਬਾਂ ਤੇ ਪੈਰ ਪਾ ਕੇ ਲਗਾਮਾਂ ਨੂੰ ਖਿੱਚਦੇ ਹੋਏ ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ, ਸ਼ੇਰ ਗਰਜਦਾ ਹਿਰਨਾਂ ਦੀਆਂ ਡਾਰਾਂ ਨੂੰ ਵਕਤ ਪੈ ਜਾਂਦਾ ਹੈ। ਗੜੀ ਦਾ ਦਰਵਾਜ਼ਾ ਖੁੱਲਿਆ, ਭਾਈ ਮੁਕਮ ਸਿੰਘ ਬਾਹਰ ਆਏ। ਦੁਸ਼ਮਣ ਦਲ ਨੇ ਦੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇੱਕ ਪਿਆਰਾ ਬਾਹਰ ਆਇਆ। ਭਾਈ ਮੁਕਮ ਸਿੰਘ ਇੰਨੀ ਤੇਜ਼ੀ ਨਾਲ ਗਏ, ਪਹਿਲਾਂ ਚੰਗੀ ਤਰ੍ਹਾਂ ਬਰਛਾ ਵਾਇਆ, ਉਸ ਤੋਂ ਬਾਅਦ ਆਪਣੀ ਤਲਵਾਰ ਦੇ ਨਾਲ ਕਹਿੰਦੇ ਇੰਨੀ ਤੇਜ਼ੀ ਨਾਲ ਪਿਆਰੇ ਭਾਈ ਮੁਕਮ ਸਿੰਘ ਨੇ ਘੋੜਾ ਵੀ ਭਜਾਇਆ ਤੇ ਸੱਜੇ ਖੱਬੇ ਵਾਰ ਮਾਰੇ ਕਿ ਬੜੀ ਦੂਰੀ ਤੱਕ ਦੁਸ਼ਮਣ ਦਲ ਨੂੰ ਕੱਟਦਿਆਂ ਵੜਦਿਆਂ ਚੀਰਦੇ ਅੱਗੇ ਲੰਘ ਗਏ। ਤੇ ਜਦੋਂ ਦਲ ਵਿੱਚ ਘਿਰ ਗਏ ਉਦੋਂ ਸੀਸ ਕਲਮ ਹੋ ਗਿਆ ਤੇ ਪਿਆਰੇ ਭਾਈ ਮੋਹਕਮ ਸਿੰਘ ਜੀ ਤਸ਼ਾ ਮਸ਼ ਕਟਾ ਵੱਡ ਯੁੱਧ ਕਰਦਿਆਂ ਹੋਇਆਂ ਬੜੇ ਤੁਰਕ ਮੁਗਲਾਂ ਨੂੰ ਮੌਤ ਦੀ ਨੀਂਦ ਸੁਆ ਕੇ ਆਪ ਸ਼ਹੀਦੀ ਜਾਮ ਪੀ ਗਏ। ਰਣ ਤੱਤੇ ਦੇ ਵਿੱਚ ਪ੍ਰਚੰਡ ਯੁੱਧ ਕਰਕੇ ਸ਼ਹੀਦ ਹੋਏ। ਕਲਗੀਧਰ ਪਾਤਸ਼ਾਹ ਨੇ ਜਦੋਂ ਆਪਣੇ ਪਿਆਰਿਆਂ ਦਾ ਇਹ ਖੇਲ ਦੇਖਿਆ ਨਾ, ਮਹਾਰਾਜ ਬੜੇ ਪ੍ਰਸੰਨ ਹੋਏ। ਬੜੀ ਚੜ੍ਹਦੀ ਕਲਾ ਵਿੱਚ ਮਹਾਰਾਜ ਨੇ ਜਕਾਰਾ ਬੁਲੰਦ ਕੀਤਾ, ਨਾਲ ਦੇ ਸਿੰਘਾਂ ਨੇ ਜਵਾਬ ਦਿੱਤਾ। ਹੁਣ ਪਿਆਰੇ ਭਾਈ ਮੋਹਕਮ ਸਿੰਘ ਜੀ ਸ਼ਹੀਦ ਹੋਏ ਹਨ ਦੁਸ਼ਮਣ ਦਲ ਦੇ ਵਿੱਚ। ਭਾਵੇਂ ਇਹਨਾਂ ਨੇ ਪਿਆਰੇ ਭਾਈ ਮੋਹਕਮ ਸਿੰਘ ਨੂੰ ਸ਼ਹੀਦ ਕਰ ਲਿਆ, ਪਰ ਜਿੰਨੇ ਤੁਰਕਾਂ ਮੁਗਲਾਂ ਨੂੰ ਪਿਆਰੇ ਭਾਈ ਮੋਹਕਮ ਸਿੰਘ ਨੇ ਕੱਟ ਵੱਢ ਕਰਕੇ ਜ਼ਮੀਨ ਤੇ ਗਿਰਾ ਦਿੱਤਾ ਨਾ, ਇਹ ਆਪਸ ਵਿੱਚ ਦੰਦ ਪੀਚਦੇ ਹਨ, ਕਰੀਚਦੇ ਹਨ, ਕਹਿਣ ਲੱਗੇ ਕਿਹੋ ਜਿਹੇ ਸਿੰਘ ਆਏ ਹਨ
ਕਿਹੋ ਜਿਹੇ ਸਿੰਘ ਆਏ ਹਨ। ਇੱਕ ਆਉਂਦਾ ਹੈ ਹਜ਼ਾਰਾਂ ਦੀ ਮੌਤ ਦਾ ਪਰਵਾਨਾ ਲੈ ਕੇ ਆਉਂਦਾ ਹੈ। ਇਹ ਅੰਦਾਜ਼ੇ ਲਗਾਉਣ ਲੱਗ ਪਏ ਜੇ ਇੰਨੇ ਕੁ ਸਿੰਘ ਹੋਏ ਨਾ ਮਹਾਰਾਜ ਦੇ ਅੰਦਰ ਗੜੀ 'ਚ ਤੇ ਇੰਨਾ ਸਾਡਾ ਦਲ ਮਰ ਜਾਣਾ। ਤਰਬਕਦੇ ਫਿਰਦੇ ਹਨ, ਆਪਣੀ ਸੈਨਾ ਨੂੰ ਹੱਲਾ ਸ਼ੇਰੀਆਂ ਦੇ ਰਹੇ ਨੇ। ਕਹਿੰਦੇ ਕਾਇਰ ਹੋ ਕੇ ਨਾ ਲੜੋ, ਅੱਗੇ ਹੋ ਕੇ ਲੜੋ, ਯੁੱਧ ਖਤਮ ਹੁੰਦਾ, ਦਿਨ ਖਤਮ ਹੁੰਦਾ ਜਾ ਰਿਹਾ ਹੈ। ਦਿਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਯੁੱਧ ਦਾ ਨਿਬੇੜਾ ਕਰ ਦਿਓ। ਦਿਲਾਵਰ ਖਾਂ ਵਰਗੇ, ਜ਼ਬਰਦਸਤ ਖਾਂ ਵਰਗੇ, ਵਜ਼ੀਰ ਖਾਂ ਵਰਗੇ ਹੱਲਾ ਸ਼ੇਰੀਆਂ ਦੇ ਰਹੇ ਹਨ। ਉਸੇ ਸਮੇਂ ਦੇ ਵਿੱਚ ਜਦੋਂ ਪਿਆਰੇ ਭਾਈ ਮੁਕਮ ਸਿੰਘ ਸ਼ਹੀਦ ਹੋ ਗਏ ਨਾ, ਤੇ ਬਾਅਦ ਦੇ ਵਿੱਚ ਪਿਆਰੇ ਭਾਈ ਸਾਹਿਬ ਸਿੰਘ ਤੇ ਪਿਆਰੇ ਭਾਈ ਹਿੰਮਤ ਸਿੰਘ ਮਹਾਰਾਜ ਦੇ ਸਾਹਮਣੇ ਖੜੇ ਨੇ। ਕਹਿਣ ਲੱਗੇ ਮਹਾਰਾਜ ਆਪ ਜੀ ਦਾ ਇੱਕ ਪਿਆਰਾ ਜਿਹੜਾ ਨਾ ਸ਼ਹੀਦੀ ਦਾ ਜਾਮ ਪੀ ਗਿਆ ਹੈ, ਤੇ ਅਸੀਂ ਵੀ ਪਿਆਰਿਆਂ ਦੀ ਕਤਾਰ ਚ ਆਉਂਦੇ ਹਾਂ। ਮਹਾਰਾਜ ਸਾਨੂੰ ਆਪ ਜੀ ਨੇ ਖਾਲਸੇ ਪੰਥ ਦੇ ਪਿਆਰਿਆਂ ਦੇ ਰੂਪ ਵਿੱਚ ਸਾਜਿਆ ਹੀ। ਮੇਰੋ ਰੂਪ ਹੈ ਖਾਸ ਕਿਹਾ ਸੀ ਮਹਾਰਾਜ, ਤੇ ਸਾਨੂੰ ਮਹਾਰਾਜ ਆਪ ਜੀ ਨੇ ਯੁੱਧ ਵਿੱਦਿਆ ਸਿਖਲਾਈ ਹੈ। ਤੇ ਹੁਣ ਜਦੋਂ ਯੁੱਧ ਵਿੱਦਿਆ ਸਿਖਲਾਈ ਹੈ ਤੇ ਸਾਡੇ ਅਮਲ ਦਾ ਸਥਾਨ ਆ ਚਮਕੌਰ ਦੀ ਗੜੀ ਹੈ, ਸਾਹਮਣੇ ਯੁੱਧ ਦਾ ਮੈਦਾਨ ਹੈ, ਸਾਨੂੰ ਆਗਿਆ ਕਰੋ। ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚ ਪਿਆਰੇ ਭਾਈ ਹਿੰਮਤ ਸਿੰਘ ਨੇ, ਸਾਹਿਬ ਸਿੰਘ ਨੇ ਮਹਾਰਾਜ ਕੋਲੋਂ ਆਗਿਆ ਮੰਗੀ। ਆਗਿਆ ਕਿਉਂ ਮੰਗਦੇ? ਇਹਦਾ ਮਤਲਬ ਹੈ ਕਿਉਂਕਿ ਮਹਾਰਾਜ ਨੇ ਕਿਸੇ ਨੀਤੀ ਤਹਿਤ ਲੜਾਉਣਾ ਹੈ, ਲੱਖਾਂ ਦੇ ਦਲ ਨੂੰ ਦਲ ਮਲ ਕਰਨਾ। ਇਸ ਕਰਕੇ ਮਹਾਰਾਜ ਕਾਹਲੀ ਨਹੀਂ ਕਰਨਾ ਚਾਹੁੰਦੇ। ਮਹਾਰਾਜ ਨੇ ਕਿਹਾ ਕਿ 5 ਸਿੰਘ ਹੋ ਆਪ ਜੀ, 5 ਪਿਆਰੇ ਹੋ। 2 ਨੇ ਆਗਿਆ ਮੰਗੀ, 3 ਸਿੰਘ ਹੋਰ ਨਾਲ ਕਰੋ। ਇਹਨਾਂ ਨੇ ਆਪਣੇ ਨਾਂ ਨਾਲ ਜਿਹੜਾ ਹੈ ਜ਼ਿਕਰ ਮਿਲਦਾ ਹੈ। ਭਾਈ ਮਾਣਕ ਸਿੰਘ ਨੂੰ, ਭਾਈ ਸਰਦੂਲ ਸਿੰਘ ਨੂੰ ਤੇ ਭਾਈ ਠਾਕੁਰ ਸਿੰਘ ਨੂੰ ਇਹਨਾਂ ਨੇ ਨਾਂ ਲਿਆ। ਮਹਾਰਾਜ ਜੀ ਨੇ 5 ਨੂੰ ਕਿਹਾ ਆਪਣੀਆਂ ਸ਼ਮਸ਼ੀਰਾਂ ਦੀ ਪਰਖ ਕਰ ਲਓ, ਆਪਣੀਆਂ ਕਟਾਰਾਂ ਦੀ ਪਰਖ ਕਰ ਲਓ। ਤੇ ਮਹਾਰਾਜ ਨੇ ਕਿਹਾ ਕਿ ਜਿਹੜਾ ਯੁੱਧ ਲੜਨਾ, ਜਦੋਂ ਨਿਕਲੋਗੇ ਨਾ ਗੜੀ ਦੇ ਵਿੱਚੋਂ, ਇੰਨੀ ਤੇਜ਼ੀ ਦੇ ਨਾਲ ਦਲ ਚੀਰਵਾਂ ਯੁੱਧ ਕਰਨਾ ਹੈ ਕਿ ਜਦੋਂ ਤੱਕ ਸ਼ਹੀਦ ਨਾ ਹੋ ਜਾਓ, ਉਦੋਂ ਤੱਕ ਜਿਹੜਾ ਦਲ ਤੁਹਾਡੇ ਨੇੜੇ ਹੈ ਇੰਜ ਧਰਤੀ ਤੇ ਵਿਛਿਆ ਪਿਆ ਹੋਵੇ ਕਿ ਜਿਵੇਂ ਤਰਖਾਣ ਆਪਣਾ ਇੱਕ ਕੁਹਾੜਾ ਲੈ ਕੇ ਜਾਂ ਆਰਾ ਲੈ ਕੇ ਕੇਲਿਆਂ ਦੇ ਖੇਤ 'ਚ ਵੜ ਜਾਵੇ ਨਾ, ਤੇ ਇੱਕੋ ਵਾਰੀ 'ਚ ਕਿੰਨੇ ਕੇਲਿਆਂ ਦੇ ਖੇਤ ਜਿਹੜੇ ਹਨ ਕੱਟ ਵੱਢ ਕੇ ਜ਼ਮੀਨ ਤੇ ਗਿਰਾ ਦੇ, ਇੰਜ ਕਰਨਾ। ਮਹਾਰਾਜ ਨੇ ਕਿਹਾ 2 ਸਿੰਘ ਪਿਆਰੇ ਭਾਈ ਹਿੰਮਤ ਸਿੰਘ ਵਿਚਕਾਰ ਹੋਣਗੇ। ਇੱਕ ਪਾਸੇ ਇਹਨਾਂ ਦੇ ਹੋਣਗੇ ਪਿਆਰੇ ਭਾਈ ਸਾਹਿਬ ਸਿੰਘ ਜੀ, ਤੇ ਦੂਜੇ ਪਾਸੇ ਨਾਲ ਹੋਣਗੇ ਭਾਈ ਠਾਕੁਰ ਸਿੰਘ ਜੀ। ਇੱਕ ਪਾਸੇ ਸਰਦੂਲ ਸਿੰਘ ਜੀ, ਇਹ ਸਿੰਘ ਹੋਣਗੇ, ਤੇ ਨਾਲ ਭਾਈ ਮਾਣਕ ਸਿੰਘ ਜੀ, ਇਹ ਸਿੰਘ ਹੋਣਗੇ। ਮਹਾਰਾਜ ਨੇ ਕਿਹਾ ਹੁਣ ਜਦੋਂ ਚਮਕੌਰ ਗੜੀ ਦੇ ਵਿੱਚੋਂ ਦੂਜਾ ਜਥਾ ਨਿਕਲਿਆ ਮਹਾਰਾਜ ਜੀ ਦਾ, ਇਹਨਾਂ ਪਹਾੜੀਆਂ ਨੂੰ ਕੰਨ ਹੋ ਗਏ ਕਿ ਪਿਆਰੇ ਭਾਈ ਮੋਹਕਮ ਸਿੰਘ ਨੇ ਪਹਿਲਾਂ ਹੀ ਯੁੱਧ ਦਾ ਪ੍ਰਚੰਡ ਜਿਹੜਾ ਆਗਾਜ਼ ਕਰ ਦਿੱਤਾ ਹੈ, ਭਾਈ ਮਦਨ ਸਿੰਘ ਕਾਠਾ ਸਿੰਘ ਵਰਗਿਆਂ ਨੇ। ਜਦੋਂ ਹੁਣ ਦੁਬਾਰਾ ਇਹ ਜਥਾ ਨਿਕਲਿਆ, ਇਹਨਾਂ ਨੇ ਆਪੋ ਆਪਣੀਆਂ ਕਮਾਨਾਂ ਨੂੰ ਕੱਸ ਲਿਆ, ਸ਼ਮਸ਼ੀਰਾਂ ਨੂੰ ਘੁੱਟ ਕੇ ਪਕੜ ਲਿਆ, ਢਾਲਾਂ ਦੇ ਉੱਪਰ ਹੱਥ ਮਜ਼ਬੂਤ ਕਰ ਲਏ ਇਹਨਾਂ ਤੁਰਕਾਂ ਮੁਗਲਾਂ ਪਹਾੜੀਆਂ ਨੇ। ਜਦੋਂ ਦਲ ਵੜਿਆ ਤੇ ਦਲ ਚੀਰਦਾ ਹੋਇਆ, ਪਿਆਰੇ ਭਾਈ ਮੁਕਮ ਸਿੰਘ, ਪਿਆਰੇ ਭਾਈ ਸਾਹਿਬ ਸਿੰਘ ਤੇ ਹਿੰਮਤ ਸਿੰਘ ਨੇ ਫੌਲਾਦੀ ਸ਼ਮਸ਼ੀਰਾਂ ਦੇ ਨਾਲ ਇੰਨੇ ਕੱਟ ਵੱਢ ਕੇ ਗਿਰਾਏ। ਹੁਣ ਜਿਹੜੇ ਹਨ ਇੱਥੇ ਯੁੱਧ ਲੜਨ ਦੀ ਭਾਵਨਾ 'ਚ ਵੀ ਫਰਕ ਹੈ। ਉੱਧਰਲੇ ਪਾਸੇ ਨੌਕਰ ਹਨ ਜਿਹੜੇ ਤਨਖਾਹ ਤੇ ਲੜ ਰਹੇ ਹਨ, ਇੱਧਰ ਪ੍ਰੀਤ ਲੜ ਰਹੀ ਹੈ ਜਿਨਨੇ ਗੁਰੂ ਤੋਂ ਆਪਣਾ ਆਪ ਕੁਰਬਾਨ ਕੀਤਾ। ਇਹੋ ਜਿਹਾ ਯੁੱਧ ਕਿਤੇ ਲੜਿਆ ਜਾਏਗਾ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿਪਾਹੀ ਸੈਨਿਕ ਸੂਰਬੀਰ ਤਨਖਾਹੀਏ ਨਹੀਂ ਹਨ। ਉਹ ਕਿਸੇ ਤਨਖਾਹ ਦੇ ਲਈ ਨਹੀਂ ਲੜ ਰਹੇ, ਕਿਸੇ ਇਨਾਮਾਂ ਲਈ ਨਹੀਂ ਲੜ ਰਹੇ। ਉਹ ਆਪਣੇ ਆਪਣੇ ਮੁਰਸ਼ਿਦ ਦੀ ਬਚਨ ਪਾਲਣ ਦੀ ਪ੍ਰੀਤ ਪਗਾਉਣ ਦੇ ਲਈ, ਉਹਦੇ ਸਾਜੇ ਨਵਾਜੇ ਰੂਪ ਨੂੰ ਦੁਨੀਆ ਦੇ ਵਿੱਚ ਜ਼ਾਹਰ ਕਰਨ ਲਈ ਲੜ ਰਹੇ ਹਨ। ਜਿਨ੍ਹਾਂ ਦੇ ਅੰਦਰ ਸਰਬਲੋਈ ਤਾਕਤ ਦਾ ਓਜ ਹੈ, ਉਹਨਾਂ ਪਿਆਰਿਆਂ ਨੇ ਜਿਹੜੇ ਸੀਸ ਦੇ ਸਕਦੇ ਹਨ, ਸੀਸ ਕੱਟਣ ਦੀ ਕਲਾ ਵੀ ਜਾਣਦੇ ਹਨ। ਐਸਾ ਫੌਲਾਦੀ ਸ਼ਮਸ਼ੀਰਾਂ ਦੇ ਨਾਲ ਯੁੱਧ ਕੀਤਾ, ਹਜ਼ਾਰਾਂ ਤੁਰਕਾਂ ਮੁਗਲਾਂ ਦੇ ਦਲ ਨੂੰ ਇੰਜ ਗਿਰਾ ਦਿੱਤਾ ਜਿਵੇਂ ਸਾਬਣ ਦੀ ਫੈਕਟਰੀ ਦੇ ਵਿੱਚ ਜਿਹੜੇ ਹਨ ਸਾਬਣ ਵਾਲੇ ਤਾਰਾਂ ਦੇ ਨਾਲ ਸਾਬਣ ਦੀਆਂ ਟਿੱਕੀਆਂ ਕੱਟਦੇ ਹਨ, ਇੰਜ ਸ਼ਮਸ਼ੀਰਾਂ ਨੇ ਤੁਰਕਾਂ ਮੁਗਲਾਂ ਦੇ ਸਿਰ ਵੱਢ ਕੇ ਜ਼ਮੀਨ ਤੇ ਗਿਰਾਏ। ਜਦੋਂ ਤੱਕ ਆਖਰੀ ਸਿੰਘ ਸ਼ਹੀਦ ਹੋ ਗਏ, ਪਿਆਰੇ ਭਾਈ ਹਿੰਮਤ ਸਿੰਘ, ਸਾਹਿਬ ਸਿੰਘ, ਠਾਕੁਰ ਸਿੰਘ, ਮਾਣਕ ਸਿੰਘ, ਸਰਦੂਲ ਸਿੰਘ ਜਥਾ ਸ਼ਹੀਦ ਹੋ ਗਿਆ। ਮਹਾਰਾਜ ਨੇ ਜਕਾਰੇ ਗੁੰਜਾਏ। ਮਹਾਰਾਜ ਨੇ 8 ਪੋਹ ਦਾ ਅੱਧਾ ਦਿਨ ਹੋ ਗਿਆ। ਮਹਾਰਾਜ ਜੀ ਨੇ ਦੇਖਿਆ ਹੁਣ ਜਿਹੜੇ ਹਨ ਖਵਾਜਾ ਜਿਹੜੇ ਹਨ ਜ਼ਬਰਦਸਤ ਖਾਂ ਵਰਗੇ ਕਹਿਣ ਲੱਗੇ ਪਹਿਲਾਂ ਇੱਕ ਸਿੰਘ ਆਇਆ, ਹੁਣ 5 ਸਿੰਘ ਆਏ ਤੇ ਅੱਧਾ ਦਲ ਮਾਰ ਕੇ ਖਾਲੀ ਕਰ ਗਏ ਨੇ।
ਕੀ ਲੜਾਂਗੇ ਯੁੱਧ ਆਪਸ ਵਿੱਚ, ਇੱਕ ਦੂਜੇ ਨੂੰ ਖਿੱਚ ਖਿੱਚ ਕੇ ਪੈਂਦੇ ਨੇ। ਖਿੱਚਣਾ ਜ਼ਰੂਰੀ ਹੈ ਇਹਨਾਂ ਦਾ। ਕਾਇਰ ਨੇ। ਜੇ ਹਿਰਨਾਂ ਦੀ ਭੇਡਾਂ ਦੀ ਡਾਰ ਹਜ਼ਾਰਾਂ ਦੀ ਗਿਣਤੀ ਵਿੱਚ ਵੀ ਹੋ ਜਾਵੇ ਨਾ, ਉਹਦੇ ਕੋਲ ਸ਼ੇਰ ਦੀ ਬਰਾਬਰੀ ਨਹੀਂ ਹੁੰਦੀ। ਜੇ ਸੈਂਕੜੇ ਚੂਚੇ ਵੀ ਇਕੱਠੇ ਹੋ ਜਾਣ ਨਾ, ਤੇ ਬਾਜ ਦੀ ਜਿਹੜੀ ਪਕੜ ਹੈ ਉਹ ਹਰੇਕ ਚੂਚੇ ਦੇ ਲਈ, ਹਰੇਕ ਚੂਹੇ ਦੇ ਲਈ ਕਾਲ ਹੀ ਹੁੰਦੀ ਹੈ। ਤੜਫ ਰਹੇ ਨੇ, ਕਿੱਲ ਰਹੇ ਨੇ, ਕਿਰਜ ਰਹੇ ਨੇ। ਕੀ ਕਰੀਏ ਉਸ ਸੂਰਬੀਰ ਵਰਿਆਮ ਦੇ ਸਾਹਮਣੇ? ਕੀ ਯੁੱਧ ਲੜਾਂਗੇ? ਮਨ 'ਚ ਹੌਸਲਾ ਹੀ ਨਹੀਂ ਹੈਗਾ ਇਹਨਾਂ ਦੇ। ਫਿਰ ਜਦੋਂ ਮਹਾਰਾਜ ਜੀ ਨੇ ਯੁੱਧ ਕੀਤਾ ਤੇ ਮਹਾਰਾਜ ਜੀ ਨੇ ਹੁਣ ਜੰਗ ਦੇ ਮੈਦਾਨ ਦੇ ਵਿੱਚ ਇਹ ਜਥਾ ਸ਼ਹੀਦ ਹੋ ਗਿਆ, ਤੇ ਮਹਾਰਾਜ ਦੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਮਹਾਰਾਜ ਦੇ ਸਾਹਮਣੇ ਖਲੋ ਗਏ। ਕਹਿਣ ਲੱਗੇ, ਮਹਾਰਾਜ ਇੱਥੇ ਜਿੰਨੇ ਵੀ ਸੂਰਬੀਰ ਸਿੰਘ ਇਕੱਠੇ ਹੋਏ ਨਾ ਮਹਾਰਾਜ ਤੁਹਾਡੇ ਨਾਲ, ਦਸ਼ਮੇਸ਼ ਪਿਤਾ ਜੀ, ਕਲਗੀਧਰ ਸਤਿਗੁਰੂ ਜੀ, ਇਹਨਾਂ ਸਾਰਿਆਂ ਦੇ ਵਿੱਚੋਂ ਮੈਂ ਤੇ ਮੇਰਾ ਭਰਾ ਹੀ ਹਾਂ ਜਿਹੜੇ ਸਭ ਤੋਂ ਨੌਜਵਾਨ ਉਮਰ ਦੇ ਹਾਂ। 14 ਤੇ 17 ਸਾਲ ਦੇ ਮਹਾਰਾਜ ਨੌਜਵਾਨਾਂ ਨੇ ਯੁੱਧ ਦੇ ਮੈਦਾਨ 'ਚ ਪਹਿਲਾਂ ਜਾਣਾ ਹੁੰਦਾ ਹੈ। ਲੱਗਦਾ ਹੈ ਆਪ ਜੀ ਨੇ ਦੇਰੀ ਕਰ ਦਿੱਤੀ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦੇਰੀ ਨਹੀਂ ਕੀਤੀ, ਮੈਂ ਉਡੀਕ ਰਿਹਾ ਸਾਂ ਕਿ ਕਦੋਂ ਮੇਰੇ ਸਾਹਿਬਜ਼ਾਦੇ, ਜਿਹੜੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਹਿਲਾਂ ਇੰਨੀਆਂ ਯੁੱਧਾਂ ਦੇ ਵਿੱਚ ਹਿੱਸਾ ਲਿਆ, ਕੀ 12 ਸਾਲ ਦੀ ਉਮਰ 'ਚ, 11 ਸਾਲ ਦੀ ਉਮਰ 'ਚ ਉਹਨਾਂ ਯੁੱਧ ਲੜ ਲਿਆ ਸੀ ਸਾਹਿਬਜ਼ਾਦਾ ਅਜੀਤ ਸਿੰਘ ਨੇ। ਤੇ ਉਹਦਾ ਨਾਮ ਵੀ ਉਦੋਂ ਰੱਖਿਆ ਜਦੋਂ ਮਹਾਰਾਜ ਭੰਗਾਣੀ ਦਾ ਜੰਗ ਦਾ ਮੈਦਾਨ ਜਿੱਤ ਕੇ ਆਏ ਸਨ। ਮਹਾਰਾਜ ਜੀ ਨੇ ਉਹਦਾ ਨਾਮ ਰੱਖਿਆ ਸੀ ਉਹਦਾ ਅਜੀਤ, ਜਿੱਤਿਆ ਨਹੀਂ ਜਾਣ ਵਾਲਾ। ਪਾਤਸ਼ਾਹ ਕਹਿਣ ਲੱਗੇ, ਮੈਂ ਦੇਖ ਰਿਹਾ ਸਾਂ ਕਿ ਮੇਰੇ ਪਿਆਰਿਆਂ ਨੂੰ ਜੂਝਦਿਆਂ ਦੇਖ ਕੇ ਮੇਰੇ ਲਾਲਾਂ ਦੇ ਅੰਦਰ ਕੀ ਭਾਵਨਾ ਬਣਦੀ। ਕਹਿਣ ਲੱਗੇ, ਮਹਾਰਾਜ ਸਾਨੂੰ ਆਗਿਆ ਦਿਓ। ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਾਹਿਬਜ਼ਾਦੇ ਦੇ ਨੇੜੇ ਆਏ। ਮਹਾਰਾਜ ਕਮਰ ਕੱਸੇ ਨੂੰ ਮਹਾਰਾਜ ਕਹਿਣ ਲੱਗੇ, ਅਜੀਤ ਸਿੰਘ ਚੰਗੀ ਤਰ੍ਹਾਂ ਕਮਰ ਕੱਸਾ ਕੀਤਾ। ਘੋੜੇ ਦੀ ਸਵਾਰੀ ਕਰਨ ਦੇ ਲਈ ਕਮਰ ਕੱਸਾ ਵੱਡਾ ਕਰਨਾ ਜ਼ਰੂਰੀ ਹੈ। ਪਿੱਠ ਨੂੰ ਆਸਰਾ ਰਹਿੰਦਾ ਹੈ, ਲੱਕ ਨੂੰ ਆਸਰਾ ਰਹਿੰਦਾ ਉਹਦਾ। ਮਹਾਰਾਜ ਨੇ ਕਮਰ ਕੱਸੇ ਵਿੱਚ ਸ਼ਸਤਰ ਹੈਗੇ, ਕਟਾਰ ਹੈਗੀ ਹੈ, ਪੇਚ ਕਬਜ਼ ਹੈਗਾ, ਬਾਗ ਨੱਖਾ ਹੈਗਾ, ਛੋਟੀ ਖੰਜਰ ਹੈਗੀ। ਕਹਿਣ ਲੱਗਾ, ਮਹਾਰਾਜ ਹੈਗੀ। ਮਹਾਰਾਜ ਕਹਿਣ ਲੱਗੇ, ਜਰਾ ਆਪਣੀ ਮਿਆਨ ਦੇ ਵਿੱਚੋਂ ਸ਼ਮਸ਼ੀਰ ਕੱਢ ਕੇ ਤੇ ਵਿਖਾ। ਸਹਿਥੀ ਇਹਦੇ ਕੋਲੋਂ ਸਹਿਥੀ ਸੀ ਜਿਹੜੀ ਤਲਵਾਰ ਦੀ ਕਿਸਮ ਹੁੰਦੀ ਹੈ। ਫਿਰ ਮਹਾਰਾਜ ਕਹਿਣ ਲੱਗੇ, ਤਰਕਸ਼ ਭਰਿਆ ਤੇਰਾ ਤੀਰਾਂ ਨਾਲ? ਕਹਿਣ ਲੱਗੇ, ਹਾਂ। ਕਹਿਣ ਲੱਗੇ, ਕਮਾਨ ਨੂੰ ਪਰਖ ਲਾ? ਕਮਾਨ ਵੀ ਪਰਖਿਆ। ਕਹਿਣ ਲੱਗਾ, ਮਹਾਰਾਜ ਕਹਿਣ ਲੱਗੇ, ਇੱਕ ਬਰਸ਼ਾ ਲੈ ਲਾ ਹੱਥ ਦੇ ਵਿੱਚ। ਕਹਿਣ ਲੱਗਾ, ਮਹਾਰਾਜ ਉਹ ਵੀ ਲਿਆ ਹੋਇਆ। ਕਲਗੀਧਰ ਪਾਤਸ਼ਾਹ ਦਾ ਸਾਹਿਬਜ਼ਾਦਾ ਅਜੀਤ ਸਿੰਘ ਯੁੱਧ ਲਈ ਤਿਆਰ ਹੋ ਰਿਹਾ। ਦੁਨੀਆ ਦੇ ਵਿੱਚ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਹਾਂ 4-5 ਪਿਆਰਿਆਂ 4 ਸਾਹਿਬਜ਼ਾਦਿਆਂ ਨੇ। ਕਿਉਂ ਕਹਿੰਦੇ ਹਾਂ? ਬਾਕੀ ਗੁਰੂ ਸਾਹਿਬਾਨਾਂ ਦੇ ਵੀ ਸਾਹਿਬਜ਼ਾਦੇ ਹੋਏ ਨੇ, ਪਰ ਦੁਨੀਆ ਦੇ ਵਿੱਚ ਜਿਵੇਂ ਪਿਤਾ ਜੂਝ ਰਿਹਾ ਉਵੇਂ ਪੁੱਤਰ ਵੀ ਜੂਝ ਰਹੇ ਹਨ। ਇਹ ਕਲਾ ਸਾਹਿਬਜ਼ਾਦਿਆਂ 'ਚ ਪ੍ਰਗਟ ਹੋਈ, ਤਾਂ ਅਰਦਾਸ 'ਚ ਰੋਜ਼ਾਨਾ ਉਹਨਾਂ ਦਾ ਧਿਆਨ ਧਰਦੇ ਹਾਂ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜਦੋਂ ਮਹਾਰਾਜ ਨੇ ਤਿਆਰ ਕੀਤਾ ਨਾ, ਇਹ ਦੁਨੀਆ ਦੇ ਵਿੱਚ ਅਜਬ ਤਿਆਰੀ ਹੈ ਕਿ ਪਿਤਾ ਖੁਦ ਆਪਣੇ ਪੁੱਤਰ ਨੂੰ ਤਿਆਰ ਕਰਕੇ ਭੇਜ ਰਿਹਾ। ਮਹਾਰਾਜ ਨੇ ਕੱਲਾ ਕੱਲਾ ਸ਼ਸਤਰ ਪਰਖਿਆ ਸਾਹਿਬਜ਼ਾਦਾ ਅਜੀਤ ਸਿੰਘ ਦਾ। ਆਪਣੇ ਲਾਲ ਦੇ ਪ੍ਰਚੰਡ ਯੁੱਧ ਨੂੰ ਮਹਾਰਾਜ ਦੇ ਦੇਖਣ ਦੀ ਕਿੰਨੀ ਭਾਵਨਾ ਹੋਏਗੀ, ਉਹਨਾਂ ਦੇ ਮਨ 'ਚ ਕਿੰਨਾ ਚਾਅ ਹੋਏਗਾ, ਇਸ ਗੱਲ ਦਾ ਅੰਦਾਜ਼ਾ ਵੀ ਲਗਾਓ ਨਾਲ ਨਾਲ। ਮਹਾਰਾਜ ਨੇ ਕਿਹਾ ਕਿ ਭਾਈ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਮੇਰੇ ਲਾਲ ਜੀ, ਤੁਹਾਡੇ ਨਾਲ ਵੀ 5 ਸਿੰਘਾਂ ਦਾ ਜਥਾ ਭੇਜਾਂਗੇ। ਮਹਾਰਾਜ ਜੀ ਨੇ ਇਹਨਾਂ ਦੇ ਨਾਲ ਭਾਈ ਖੜਗ ਸਿੰਘ ਨੂੰ, ਭਾਈ ਮਹਿਤਾਬ ਸਿੰਘ ਨੂੰ, ਖੜਗ ਸਿੰਘ ਤੇ ਮਹਿਤਾਬ ਸਿੰਘ ਦੋਵੇਂ ਭਰਾ ਹਨ, ਨਾਲ ਇਹਨਾਂ ਦੇ ਭਾਈ ਝੰਡਾ ਸਿੰਘ ਨੂੰ ਮਹਾਰਾਜ ਨੇ ਲਾਇਆ, ਤੇ ਨਾਲ ਮਹਾਰਾਜ ਨੇ ਉਸ ਸੂਰਬੀਰ ਨੂੰ ਲਾਇਆ ਜਿਹੜਾ ਕਿਰਪਾ ਰਾਮ ਦੱਤ ਤੋਂ ਕਿਰਪਾ ਸਿੰਘ ਸਜਿਆ ਹੈ, ਜਿਹੜਾ ਕਦੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਬਾਅਦ ਕਿਰਪਾ ਸਿੰਘ ਬਣ ਗਿਆ। ਉਹਨੇ ਦੇਖਿਆ ਸੀ ਕਿ ਕਿਵੇਂ ਨੌਵੇਂ ਪਾਤਸ਼ਾਹ ਨੇ ਸਾਡੇ ਧਰਮ ਦੀ ਰੱਖਿਆ ਦੇ ਲਈ ਸੀਸ ਦਿੱਤਾ, ਪਰ ਉਹਨਾਂ ਨੂੰ ਗਊਆਂ ਕਹੇ ਜਾਣ ਵਾਲਿਆਂ ਨੂੰ ਮਹਾਰਾਜ ਜੀ ਨੇ ਸ਼ੇਰਾਂ ਦੇ ਬਰਾਬਰ ਕਰ ਦਿੱਤਾ। ਮਹਾਰਾਜ ਜੀ ਨੇ ਜਿਹੜੇ ਮੁਗਲਾਂ ਦੇ ਸਾਹਮਣੇ ਗਊਆਂ ਵਰਗੇ ਸਨ, ਅੱਜ ਸ਼ੇਰਾਂ ਵਾਂਗ ਉਹਨਾਂ ਦੇ ਹੀ ਖਿਲਾਫ ਜੂਝਣ ਦੇ ਲਈ ਕਿਰਪਾ ਰਾਮ ਦੱਤ ਅੱਜ ਕਿਰਪਾ ਸਿੰਘ ਬਣ ਕੇ ਸ਼ਮਸ਼ੀਰ ਪਕੜ ਕੇ ਯੁੱਧ ਕਰਨ ਲਈ ਤਿਆਰ ਆ। ਉਹਨਾਂ ਦੇ ਨਾਲ ਉਹਦਾ ਭਰਾ ਸਨਮੁਖ ਹੈ, ਮਟਨ ਦੇ ਰਹਿਣ ਵਾਲੇ ਕਸ਼ਮੀਰ ਦੇ ਹਨ। ਮਹਾਰਾਜ ਕਹਿਣ ਲੱਗੇ, ਆਹ 2 ਸੂਰਬੀਰਾਂ ਨੂੰ ਲਓ ਨਾਲ ਆਪਣੇ।
ਭਾਈ ਖੜਗ ਸਿੰਘ, ਮਹਿਤਾਬ ਸਿੰਘ ਤੇ ਭਾਈ ਝੰਡਾ ਸਿੰਘ ਨੂੰ ਮਾਰਨ ਗਿਆ। 5 ਸਿੰਘੇ ਨਾਲ ਲਓ। ਜਕਾਰੇ ਗਜਾਉਂਦਿਆਂ ਹੋਇਆਂ ਦੁਸ਼ਮਣ ਦੇ ਦਲ ਦੇ ਵਿੱਚ ਵੜ ਕੇ ਇੰਨੀ ਕਟਾ ਵੱਡ ਕਰੋ ਕਿ ਦੁਸ਼ਮਣ ਦਾ ਸਿਰ ਉੱਠਣ ਦਾ ਹੀਆ ਨਾ ਰਹੇ। ਕਲਗੀਧਰ ਪਾਤਸ਼ਾਹ ਤੋਂ ਆਗਿਆ ਲਈ 10ਵੇਂ ਪਾਤਸ਼ਾਹ ਗੜੀ ਦਾ ਦਰਵਾਜ਼ਾ ਖੁੱਲਿਆ। ਨਗਾਰੇ ਤੇ ਚੋਟ ਲੱਗੀ, ਰਣ ਸਿੰਘੇ ਗੂੰਜੇ, ਤੁਰਰੀਆਂ ਦਾ ਨਾਦ ਗੂੰਜਿਆ, ਭੇਰੀਆਂ ਗੂੰਜੀਆਂ, ਹਾਥੀ ਵਰਗੀਆਂ ਚਿੰਗਾੜਾਂ ਹੋਈਆਂ ਤੇ ਜਿਹੜੇ ਗੜੀ ਤੋਂ ਬਾਹਰ ਖਲੋਤੇ ਨੇ ਸੁਚੇਤ ਹੋ ਗਏ। ਸੁਚੇਤ ਵੀ ਹੋ ਗਏ ਤੇ ਕੰਬਣ ਵੀ ਲੱਗ ਪਏ ਵੀ ਅੱਗੇ ਜਦੋਂ ਜਥਾ ਆਇਆ ਸੀ ਉਹ ਇੰਨੀ ਕੱਟ ਵੱਡ ਕਰ ਗਿਆ, ਹੁਣ ਦੂਜਾ ਜਥਾ ਆਇਆ। ਜਦੋਂ ਨਿਕਲਿਆ ਸਾਹਿਬਜ਼ਾਦਾ ਅਜੀਤ ਸਿੰਘ ਗੜੀ ਦੇ ਵਿੱਚੋਂ ਜ਼ਬਰਦਸਤ ਖਾਂ ਵਰਗੇ ਕਿੱਲ ਕੇ ਉੱਚੀ ਉੱਚੀ ਕਹਿਣ ਲੱਗੇ, ਇਹ 10ਵੇਂ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਜੇ। ਇੰਨੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਦਿਨ ਇੰਨੇ ਤੀਰ ਚਲਾਏ ਸਨ ਕਿ ਹਜ਼ਾਰਾਂ ਤੁਰਕ ਮੁਗਲ ਮਾਰੇ ਸਨ ਜੇ ਜਿਉਂਦਾ ਨਾ ਜਾ ਸਕੇ। ਸਾਰੇ ਦਲ ਨੂੰ ਹੱਲਾਸ਼ੇਰੀ ਦੇ ਕੇ ਨਾ ਅੱਗੇ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਲੇ ਵਿੱਚੋਂ ਨਿਕਲਦੇ ਸਾਰ ਤੇਜ਼ੀ ਨਾਲ ਘੋੜਾ ਭਜਾਇਆ। ਆਪਣੇ ਤਰਕਸ਼ ਵਿੱਚੋਂ ਤੀਰ ਕੱਢ ਕੱਢ ਕੇ ਇੰਨੀ ਜ਼ੋਰ ਜ਼ੋਰ ਦੀ ਮਾਰੇ ਨੇ, ਜਿਹੜਾ ਅੱਗੇ ਆਉਣ ਦਾ ਹੀਆ ਕਰਦਾ ਹੈ, ਜਿਹੜਾ ਤਲਵਾਰ ਲੈ ਕੇ ਭੱਜਾ ਆਉਂਦਾ ਉਹਦੇ ਮੱਥੇ 'ਚ ਤੀਰ ਮਾਰ ਕੇ ਉੱਥੇ ਹੀ ਸਵਾਈ ਜਾਂਦਾ। ਜਿਹੜਾ ਬੰਦੂਕ ਲੈ ਕੇ ਸਾਹਮਣੇ ਉਹ ਨਿਸ਼ਾਨਾ ਲਾਉਣ ਚਾਹੁੰਦਾ ਉਹਦੇ ਮੱਥੇ, ਉਹਦੇ ਛਾਤੀ ਦੇ ਵਿੱਚ ਤੀਰ ਮਾਰ ਕੇ ਛਾਤੀ ਦੇ ਵਿੱਚੋਂ ਲਹੂ ਦੀਆਂ ਤਤੀਰੀਆਂ ਕੱਢ ਦਿੰਦਾ। ਜਿਹੜਾ ਜ਼ਿਆਦਾ ਘੋੜਾ ਭਜਾਉਣ ਲੱਗਦਾ ਉਹਦੇ ਮਾਰ ਕੇ ਪੇਟ ਵਿੱਚ ਤੀਰ, ਜਾਂਘਾਂ ਵਿੱਚ ਤੀਰ। ਸਾਹਿਬਜ਼ਾਦਾ ਅਜੀਤ ਸਿੰਘ ਨੇ ਇੰਨੇ ਤੀਰ ਚਲਾਏ ਕਿ ਜਿੰਨੇ ਅੱਗੇ ਵੱਧ ਕੇ ਲੜਨ ਵਾਲੇ ਸਾਰੇ ਉਹਨੇ ਸੁਆ ਦਿੱਤੇ। ਜਦੋਂ ਤੀਰ ਮੁੱਕੇ ਕਮਾਨ ਛੱਡ ਕੇ ਬਾਅਦ ਦੇ ਵਿੱਚ ਨੇਜਾ ਫੜ ਲਿਆ। ਨੇਜਾ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਇੰਨੇ ਜ਼ੋਰ ਦੇ ਨਾਲ ਵਾਹਿਆ, ਇੱਕ ਦੇ ਸਮੇਤ ਦੋ ਨੂੰ, ਇੱਕ ਦੀ ਛਾਤੀ ਵਿੱਚ ਖੋਬਿਆ, ਦੂਜੇ ਦੀ ਕਿਸੇ ਦੇ ਪੇੜ 'ਚ ਮਾਰੇ, ਕਿਸੇ ਦੇ ਸਿਰ 'ਚ, ਕਿਸੇ ਦੀ ਗਰਦਨ ਦੇ ਵਿੱਚ। ਜਿਵੇਂ ਬੋਰੀਆਂ ਦੇ ਵਿੱਚ ਸੂਆ ਮਾਰ ਮਾਰ ਕੇ ਅਨਾਜ ਚੈੱਕ ਕਰਦੇ ਨੇ, ਸਾਹਿਬਜ਼ਾਦਾ ਅਜੀਤ ਸਿੰਘ ਦੇ ਨੇਜਿਆਂ ਨੇ ਮਾਰ ਮਾਰ ਛਾਤੀਆਂ, ਪੇਟਾਂ, ਉਦਰਾਂ, ਸਿਰਾਂ ਦੇ ਵਿੱਚ ਨੇਜਾ। ਕੱਲੇ ਕੱਲੇ ਸੂਰਮੇ ਦੇ ਲਹੂ, ਸਰੀਰ ਵਿੱਚੋਂ ਲਹੂ ਦੇ ਪਰਨਾਲੇ ਵਗਾ ਦਿੱਤੇ ਨੇ। ਧਰਤੀ ਲਾਲ ਰੰਗੀ ਹੋਣੀ ਸ਼ੁਰੂ ਹੋ ਗਈ ਹੈ। ਜਦੋਂ ਦੇਖਿਆ ਕਿ ਇੱਕ ਅਨਵਰ ਖਾਨ, ਸੂਬੇਦਾਰ ਵਜ਼ੀਰ ਖਾਨ ਦਾ ਇੱਕ ਜਿਹੜਾ ਵੱਡਾ ਜਰਨੈਲ, ਉਹ ਸਾਰੇ ਯੁੱਧ ਦੀ ਕਮਾਂਡ ਕਰ ਰਿਹਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਘੋੜਾ ਦੌੜਾ ਕੇ ਉਹਦੇ ਨੇੜੇ ਗਏ। ਆਪਣੇ ਘੋੜੇ ਤੋਂ ਜਰਾ ਉਛਲ ਕੇ ਇੰਨੀ ਜ਼ੋਰ ਦੀ ਨੇਜਾ ਮਾਰਿਆ, ਪਰ ਅਨਵਰ ਖਾਨ ਨੇ ਲੋਹੇ ਦਾ ਕਵਚ ਪਹਿਨਿਆ ਹੋਇਆ ਸੀ, ਨੇਜਾ ਖੁੱਭ ਗਿਆ ਉਹਦੇ ਵਿੱਚ। ਕੱਢਣ ਲੱਗਾ ਤੇ ਨੇਜਾ ਟੁੱਟ ਗਿਆ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਨੇਜਾ ਟੁੱਟਣ ਦੇ ਤੁਰੰਤ ਸਾਰ ਆਪਣੀ ਸ਼ਮਸ਼ੀਰ ਧੂ ਲਈ। ਜਿਹੜਾ ਨੇੜੇ ਆਵੇ ਵੱਢਦਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨੌਜਵਾਨ ਸਾਹਿਬਜ਼ਾਦਾ ਇੰਨੇ ਰੋਹ ਵਿੱਚ ਆਇਆ, ਇੰਨੇ ਜ਼ਿਆਦਾ ਉਹਨੇ ਜੰਗ ਦੇ ਮੈਦਾਨ ਵਿੱਚ ਭਿਆਨਕਤਾ ਧਾਰਨ ਕਰ ਲਈ। ਜਿਹੜੇ ਕਹਿੰਦੇ ਸਨ ਘੇਰ ਕੇ ਮਾਰਦੇ, ਉਹਨਾਂ ਨੇ ਦੇਖਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਕ ਘੜੀ ਤੋਂ ਵੱਧ ਯੁੱਧ ਕਰਦਾ ਰਿਹਾ, ਭਾਵ ਕਿ ਪੌਣੇ ਘੰਟੇ ਦੇ ਕਰੀਬ ਯੁੱਧ ਕਰਦਾ ਰਿਹਾ। ਕੋਈ ਉਹਦੇ ਨੇੜੇ ਵੀ ਨਹੀਂ ਫਟਕ ਸਕਿਆ। ਜਦੋਂ ਇੰਝ ਕਰਦਿਆਂ ਕਰਦਿਆਂ ਤਲਵਾਰ ਜਦੋਂ ਇੱਕ ਦੀ ਢਾਲ ਤੇ ਮਾਰੀ ਤੇ ਜਦੋਂ ਉਸ ਸੂਰਮੇ ਨੇ ਬਚਾਅ ਕਰਦਿਆਂ ਆਪਣੀ ਵੱਡੀ ਢਾਲ ਅੱਗੇ ਕਰ ਦਿੱਤੀ ਤੇ ਢਾਲ ਦੇ ਉੱਪਰ ਨਾ ਫੰਬੇ ਬਣੇ ਹੁੰਦੇ ਨੇ, ਫੰਬਿਆਲੇ ਕਹਿੰਦੇ ਨੇ, ਫੁੱਲ ਲੱਗੇ ਹੁੰਦੇ ਨੇ ਢਾਲ ਦੇ ਉੱਪਰ। ਜ਼ੋਰ ਦੀ, ਇੰਨੀ ਜ਼ੋਰ ਦੀ ਮਾਰੀ ਤਲਵਾਰ ਉਹਦੀ ਢਾਲ ਦੇ ਉੱਪਰ, ਮੁਗਲ ਪਠਾਨ ਦੀ ਦੇ, ਕਿ ਜਦੋਂ ਤਲਵਾਰ ਉਹਦੇ ਫੁੱਲ, ਢਾਲ ਦੇ ਫੁੱਲ ਤੇ ਵੱਜੀ, ਤਲਵਾਰ ਟੁੱਟ ਗਈ। ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਥੋਂ ਉਹਨਾਂ ਦੀ ਅਜਮ ਅੰਦਾਜ਼ਾ ਲਗਾਓ, ਜਿਹੜੇ ਸੂਰਮੇ ਦੇ ਨੇਜੇ ਨੇ ਲੋਹੇ ਦੇ ਕੋਟ ਵਿੰਨ ਦਿੱਤੇ, ਸੰਜੋਆਂ ਨੂੰ ਕੱਟ ਵੱਢ ਛੱਡਿਆ, ਜਿਹਦੀ ਤਲਵਾਰ ਨੇ ਢਾਲਾਂ ਦੇ ਵਿੱਚ ਛੇਕ ਬਾਦ ਦੇ ਚੰਗਿਆੜੇ ਕੱਢ ਦਿੱਤੇ, ਉਹਦੀ ਬਾਹਾਂ ਵਿੱਚ ਕਿੰਨਾ ਜ਼ੋਰ ਹੋਏਗਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਫਿਰ ਜਦੋਂ ਤਲਵਾਰ ਟੁੱਟ ਗਈ, ਤੀਰ ਵੱਜ ਰਹੇ ਹਨ ਆਲੇ ਦੁਆਲੇ ਤੋਂ, ਪਰ ਫੱਟਾਂ ਦੀ, ਜ਼ਖਮਾਂ ਦੀ ਪਰਵਾਹ ਨਾ ਕਰਦਾ ਕਲਗੀਧਰ ਦਾ ਲਾਲ ਇੰਝ ਜੂਝਿਆ। ਫਿਰ ਉਹਨੇ ਆਪਣੀ ਕਟਾਰ ਧੂ ਲਈ। ਕਟਾਰ ਦੇ ਨਾਲ ਕਿਸੇ ਦਾ ਪੇੜ ਚੀਰ ਦਿੱਤਾ, ਕਿਸੇ ਨੂੰ ਗਰਦਨ ਤੋਂ। ਕਰਦਿਆਂ ਕਰਦਿਆਂ ਜਦੋਂ ਕਟਾਰ ਵਾਹ ਰਹੇ ਸਨ ਤੇ ਦੁਸ਼ਮਣ ਦੀ ਵਾਛੜ ਨੇ ਇੱਕੋ ਵਾਰੀ ਤੀਰਾਂ ਤੇ ਬੰਦੂਕਾਂ ਦੀਆਂ ਛਲਖਾਂ ਮਾਰੀਆਂ। ਪਤਾ ਨਹੀਂ ਕਿੰਨੇ ਤੀਰ ਉਹਦੀ ਪਿੱਠ ਵਿੱਚ, ਕਿੰਨੇ ਉਹਦੇ ਸਿਰ ਤੇ, ਕਿੰਨੇ ਉਹਦੇ ਲੱਕ ਤੇ, ਕਿੰਨੀਆਂ ਉਹਦੀਆਂ ਲੱਤਾਂ ਤੇ ਕਿੰਨੇ ਉਹਦੇ ਜੂਝਣ ਵਾਲੇ ਘੋੜੇ ਦੇ ਉੱਪਰ, ਤੇ ਕਿੰਨੀਆਂ ਗੋਲੀਆਂ ਦੀ ਵਾਛੜ ਆ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੱਜੀ। ਜੂਝਦਾ ਹੋਇਆ ਜੰਗ ਦੇ ਮੈਦਾਨ ਵਿੱਚ ਆਖਰੀ ਕਤਰੇ ਤੱਕ ਜੂਝਦਾ ਹੋਇਆ ਚਮਕੌਰ ਗੜੀ ਵੱਲ ਮੂੰਹ ਕਰਕੇ ਸ਼ਹੀਦ ਹੋ ਗਿਆ। ਆਪਣੇ ਨਾਮ ਦੀ ਲੱਜ ਪਾਲੀ, ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਵੀ ਗਿਆ ਤਾਂ ਲੌਟ ਕਰ ਨਹੀਂ ਆਊਂਗਾ। ਕਲਗੀਧਰ ਪਾਤਸ਼ਾਹ ਨੇ ਆਪਣੇ ਲਾਲ ਦਾ ਪ੍ਰਚੰਡ ਯੁੱਧ ਵੇਖਿਆ। ਤੀਰ ਵਾਏ, ਨੇਜਾ ਵਾਇਆ, ਤਲਵਾਰ ਵਾਈ,
ਕਹਿਣ ਦੀ ਗੱਲ ਹੈ, ਜੇ ਕਿਤੇ ਸ਼ਸਤਰ ਨਾ ਟੁੱਟਦੇ ਹੋ ਸਕਦਾ ਸਾਹਿਬਜ਼ਾਦਾ ਅਜੀਤ ਸਿੰਘ ਸਾਰੇ ਦਲ ਦਾ ਕੱਟ ਵੱਢ ਕੇ ਨਾਸ਼ ਕਰ ਦਿੰਦਾ। ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਚਮਕੌਰ ਗੜੀ ਵੱਲ ਮੂੰਹ ਕਰਕੇ ਅਣਗਿਣਤ ਤੀਰਾਂ ਦੇ ਨਾਲ, ਭਾਵੇਂ ਸਾਡੇ ਕਈ ਇਤਿਹਾਸਕਾਰਾਂ ਨੇ ਉਹਨਾਂ ਦੇ ਸਰੀਰਾਂ ਦੇ ਫੱਟਾਂ ਦੀ ਵੀ ਗਿਣਤੀ ਕੀਤੀ, ਪਰ ਸੂਰਬੀਰ ਤਾਂ ਸੂਰਬੀਰ ਹੈ। ਜਦੋਂ ਅਨੇਕ ਤੀਰ ਵੱਜੇ ਹਨ ਸਾਹਿਬਜ਼ਾਦਾ ਅਜੀਤ ਸਿੰਘ ਨੂੰ, ਗੋਲੀਆਂ ਦੀ ਵਾਛੜ ਵੱਜੀ ਹੈ, ਜੰਗ ਦੇ ਮੈਦਾਨ ਜਦੋਂ ਗਿਰਿਆ ਚਮਕੌਰ ਗੜੀ ਵੱਲ, ਇੱਧਰ ਕਲਗੀਧਰ ਪਾਤਸ਼ਾਹ ਨੇ ਜਦੋਂ ਹੀ ਆਪਣੇ ਲਾਲ ਦਾ ਸ਼ਹੀਦੀ ਸਰੀਰ ਜ਼ਮੀਨ ਨੂੰ ਚੁੰਮਣ ਲੱਗਾ, ਡਿੱਗਣ ਲੱਗਾ ਸ਼ਹੀਦੀ ਦਾ ਜਾਮ ਪੀ ਕੇ, ਮਹਾਰਾਜ ਨੇ ਇੰਨੀ ਉੱਚੀ ਆਵਾਜ਼ ਦੇ ਵਿੱਚ ਜਕਾਰਾ ਗੁੰਜਾਇਆ ਤੇ ਮਹਾਰਾਜ ਦੇ ਜਕਾਰੇ ਨੂੰ ਸੁਣ ਕੇ ਸ਼ੇਰ ਸਿੰਘ ਨਾਹਰ ਸਿੰਘ ਨੇ ਨਗਾਰਿਆਂ ਦੇ ਉੱਪਰ ਐਸੀ ਚੋਟ ਲਾਈ ਕਿ ਜਿਹੜੇ ਬਾਹਰ ਖਲੋਤੇ ਸਨ, ਆਕਾਸ਼ ਗੂੰਜ ਪਿਆ ਉਸ ਜਕਾਰੇ ਦੇ ਨਾਲ। ਇਉਂ ਲੱਗਾ ਜਿਵੇਂ ਬੱਦਲਾਂ ਦੀ ਗਰਜਣ ਹੋਈ ਹੋਵੇ, ਪਹਾੜੀਆਂ ਦੇ ਦਿਲ ਕੰਬ ਗਏ। ਮਹਾਰਾਜ ਦੇ ਜਕਾਰੇ ਨੂੰ ਸੁਣ ਕੇ ਸਿੰਘ ਵੀ ਰੋਹ ਵਿੱਚ ਆਏ, ਉਨੀ ਚੜ੍ਹਦੀ ਕਲਾ ਨਾਲ ਜਵਾਬ ਦਿੱਤਾ। ਭਾਈ ਦਇਆ ਸਿੰਘ ਹੈਰਾਨ ਵੀ ਹਨ ਤੇ ਮਹਾਰਾਜ ਦੇ ਅਗੰਮੀ ਕੌਤਕ ਨੂੰ ਦੇਖ ਰਹੇ ਹਨ ਕਿ ਲਾਲ ਸ਼ਹੀਦ ਹੋਇਆ, ਹਜ਼ਾਰਾਂ ਫੱਟ ਖਾ ਕੇ, ਸੈਂਕੜੇ ਤੀਰਾਂ ਦੀ ਸਰੀਰ ਤੇ ਮਾਰ ਝੱਲ ਕੇ, ਸੈਂਕੜੇ ਗੋਲੀਆਂ ਦੀ ਵਾਛੜ ਝੱਲ ਕੇ, ਜਿੰਨੇ ਸਰੀਰ ਦੇ ਰੋਮ ਉਹਨੇ ਜ਼ਖਮ ਤੱਕ ਹੋ ਗਏ, ਫੱਟ ਆਏ ਨੇ। ਤੇ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਦੀ ਸ਼ਹੀਦੀ ਦੇ ਉੱਪਰ ਜਕਾਰੇ ਲਾ ਰਹੇ ਹਨ। ਨਾਲ ਜਾਣ ਵਾਲੇ ਭਾਈ ਕਿਰਪਾ ਸਿੰਘ ਨੇ ਇੰਨੀ ਤਲਵਾਰ ਵਾਹੀ, ਜਿਹੜੇ ਕਹਿੰਦੇ ਸੀ ਕਿ ਅਸੀਂ ਸ਼ਸਤਰ ਕਦੇ ਪਕੜਿਆ ਨਹੀਂ, ਉਹਨਾਂ ਨੂੰ ਮਹਾਰਾਜ ਨੇ ਪਕੜਾਇਆ ਤੇ ਚਮਕੌਰ ਗੜੀ ਦੇ ਵਿੱਚ ਭਾਈ ਕਿਰਪਾ ਸਿੰਘ ਜੀ ਤਲਵਾਰ ਆਹੂ ਲਾਉਂਦਿਆਂ ਹੋਇਆਂ ਦੁਸ਼ਮਣ ਦੇ ਸ਼ਹੀਦ ਹੋ ਗਏ। ਭਰਾ ਸਨਮੁਖ ਸਿੰਘ ਵੀ ਸ਼ਹੀਦ ਹੋਇਆ, ਸਨਮੁਖ ਹੋ ਕੇ ਯੁੱਧ ਵਿੱਚ ਲੜਿਆ, ਆਪਣੇ ਨਾਮ ਦੀ ਲੱਜ ਪਾਲੀ। ਨਾਲ ਭਾਈ ਖੜਗ ਸਿੰਘ ਹਨ, ਆਪਣੇ ਨਾਮ ਵਾਂਗ ਦੁਧਾਰੇ ਖੰਡੇ ਵਾਂਗ ਸੱਜੇ ਖੱਬੇ ਅੱਗੇ ਪਿੱਛੇ ਦੁਸ਼ਮਣ ਨੂੰ ਵੱਢਿਆ। ਨਾਲ ਭਾਈ ਮਤਾਬ ਸਿੰਘ ਹਨ, ਭਾਈ ਝੰਡਾ ਸਿੰਘ ਹਨ, ਸਾਰੇ ਸੂਰਮੇ ਜੂਝ ਕੇ ਸ਼ਹੀਦੀ ਪਾ ਗਏ ਤੇ ਦੁਸ਼ਮਣ ਦਲ ਵਿੱਚ ਐਸੀ ਤਰਥੱਲੀ ਮਚਾਈ ਕਿ ਕੋਈ ਉਹਦਾ ਅੰਤ ਨਾ ਰਿਹਾ। ਸਾਹਿਬ ਗੁਰੂ ਸਾਹਿਬ ਜੀ ਨੇ ਜਕਾਰੇ ਲਾਏ। ਹੁਣ ਇੱਥੇ ਮਹਾਰਾਜ ਜੀ ਨੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਯੁੱਧ ਹੋਇਆ ਤੇ ਜ਼ਬਰਦਸਤ ਖਾਨ ਨੇ ਜਦੋਂ ਵੇਖਿਆ ਵੀ 5 ਸੂਰਮੇ ਮਾਰੇ ਗਏ ਮਹਾਰਾਜ ਦੇ ਜਿਹੜੇ ਨਾਲ ਭੇਜੇ ਸਨ, ਤੇ ਸਾਹਿਬਜ਼ਾਦਾ ਵੀ ਮਾਰਿਆ ਗਿਆ, ਸ਼ਹੀਦ ਹੋ ਗਏ। ਆਪਣੇ ਦਲ ਵੱਲ ਝਾਤੀ ਮਾਰ ਕੇ ਦੇਖਣ ਲੱਗਾ ਜਿਵੇਂ ਫਸਲ ਦਾ ਅੱਧਾ ਹਿੱਸਾ ਵੱਢ ਦਿੱਤਾ ਹੋਵੇ। ਕਹਿਣ ਲੱਗਾ ਸਾਹਿਬਜ਼ਾਦਾ ਅਜੀਤ ਸਿੰਘ ਕਾਲ ਹੀ ਬਣ ਕੇ ਆਇਆ। ਕਹਿਣ ਲੱਗਾ ਸੈਂਕੜੇ ਤਾਂ ਕੀ, ਹਜ਼ਾਰਾਂ ਤਾਂ ਕੀ, ਮੈਨੂੰ ਲੱਗਦਾ ਸਾਡੇ ਦਲ ਦਾ ਤੀਜਾ ਹਿੱਸਾ ਉਹਨੇ ਮਾਰ ਛੱਡਿਆ, ਚੌਥਾ ਹਿੱਸਾ ਮਾਰ ਛੱਡਿਆ ਹੈ। ਕਹਿਣ ਲੱਗਾ ਇਹੋ ਜੇ ਗੁਰੂ ਸਾਹਿਬ ਦੇ ਫਰਜ਼ੰਦਾਂ ਦੇ ਸਾਹਮਣੇ ਸਾਡੇ ਆ ਪਹਾੜੇ ਦੇ ਸੈਨਿਕ ਕੀ ਯੁੱਧ ਕਰਨਗੇ। ਸਾਡੀ ਹਾਰ ਸਾਨੂੰ ਯਕੀਨੀ ਦਿਖਾਈ ਦਿੰਦੀ ਹੈ। ਦਿਨ ਡੁੱਬ ਰਿਹਾ, 8 ਪੋਹ ਦਾ, ਸਿਆਲ ਦੇ ਦਿਨ ਛੋਟੇ ਹੁੰਦੇ ਨੇ। ਜਦੋਂ ਆਪਣੇ ਭਰਾ ਨੂੰ ਸ਼ਹੀਦ ਹੁੰਦਾ ਦੇਖਿਆ ਨਾ, ਤੇ ਜੇ ਜਦੋਂ ਨਾਰ ਖਾਂ ਮਰਿਆ ਤੇ ਇਹ ਗਨੀ ਖਾਂ ਵਰਗੇ ਖਵਾਜਾ ਖਿਜਰ ਦੇ ਮਨ ਅੰਦਰ ਆਇਆ ਵੀ ਆਪਾਂ ਰੋਹ ਨਾਲ ਬਦਲਾ ਲਈਏ। ਤੇ ਇੱਧਰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੁਝਾਰ ਹੁੰਦਿਆਂ, ਜੂਝਦਿਆਂ ਹੋਇਆਂ, ਸ਼ਹੀਦ ਹੁੰਦਿਆਂ ਦੇਖਿਆ ਭਾਈ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਫੁੱਦ ਕੇ ਮਹਾਰਾਜ ਦੇ ਅੱਗੇ ਆਏ। ਮਹਾਰਾਜ ਕਹਿਣ ਲੱਗੇ ਪਾਤਸ਼ਾਹ ਜੀ, ਭਰਾ ਤੋਂ ਬਾਅਦ ਮੇਰਾ ਨੰਬਰ ਹੁੰਦਾ, ਮੇਰੀ ਵਾਰੀ ਆਉਂਦੀ ਹੈ। ਕਹਿੰਦੇ ਭਾਈ ਦਇਆ ਸਿੰਘ ਨੇ ਰੋਕ ਦਿੱਤਾ, ਮਹਾਰਾਜ ਨਹੀਂ, ਤੁਹਾਡਾ ਇੱਕ ਲਾਲ ਸ਼ਹੀਦ ਹੋ ਗਿਆ, ਦੂਜੇ ਨੂੰ ਨਹੀਂ ਜਾਣ ਦਿਆਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ, ਇਹ ਮੇਰੇ ਪੁੱਤਰ ਨਹੀਂ ਰਹੇ, ਹੁਣ ਇਹ ਵੀ ਖਾਲਸੇ ਨੇ। ਠੀਕ ਹੈ, ਮੇਰੀ ਬਿੰਦੀ ਸੰਤਾਨ ਹੈ, ਪਰ ਇਹਨਾਂ ਨੇ ਵੀ ਖੰਡੇ ਦੀ ਪੌਲ ਲਈ ਹੈ। ਨਾਲੇ ਮੈਂ ਆਪ ਤੇ ਨਹੀਂ ਕਿਹਾ, ਆਪਣੇ ਵੀਰ ਨੂੰ ਜੂਝਦਾ ਦੇਖ ਕੇ ਇਹਦੇ ਮਨ 'ਚ ਸ਼ਹੀਦੀ ਦਾ ਚਾਅ ਚੜਿਆ ਹੈ, ਇਹਨੂੰ ਤਿਆਰ ਕਰਾਂਗਾ। ਮਹਾਰਾਜ ਨੇ ਚੰਗੀ ਤਰ੍ਹਾਂ ਇਹਦਾ ਦਮਾਲਾ ਦੇਖਿਆ, ਮਹਾਰਾਜ ਨੇ ਕਮਰ ਕੱਸਾ ਸਾਰੇ ਸ਼ਸਤਰ ਦੇਖੇ। ਮਹਾਰਾਜ ਨੇ ਇਹਨੂੰ ਕਹਿੰਦੇ 2 ਛੋਟੀਆਂ ਬਰਸ਼ੀਆਂ ਦਿੱਤੀਆਂ। ਮਹਾਰਾਜ ਨੇ ਕਿਹਾ ਕਿ ਬਰਸ਼ੀਆਂ ਵਾਹੁੰਦਾ ਜਾਈ। ਇਹਦੇ ਨਾਲ ਫਿਰ ਮਹਾਰਾਜ ਜੀ ਨੇ ਜਦੋਂ ਇੰਜ ਸਿੰਘ ਕੀਤੇ ਤੇ ਮਹਾਰਾਜ ਜੀ ਨੇ ਫਿਰ ਇਹਦੇ ਨਾਲ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਨਾਲ ਮਹਾਰਾਜ ਜੀ ਨੇ ਫਿਰ ਜਿਹੜੇ ਨਾਲ ਦੇ ਸਿੰਘ ਭੇਜੇ, ਭਾਈ ਤੁਲਾ ਸਿੰਘ, ਭਾਈ ਮਾਲਾ ਸਿੰਘ, ਭਾਈ ਨਾਨੂ ਸਿੰਘ, ਇਹ ਸਿੰਘ ਮਹਾਰਾਜ ਜੀ ਨੇ ਇਹਦੇ ਨਾਲ ਤਿਆਰ ਕੀਤੇ। ਮਹਾਰਾਜ ਕਹਿਣ ਲੱਗੇ ਜੁਝਾਰ ਸਿੰਘ, ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਯੁੱਧ ਕੀਤਾ ਹੈ, ਆਪਣੇ ਵੀਰ ਤੋਂ ਜਾਂ ਉਹਦੇ ਬਰਾਬਰ ਜਾਈ, ਉਹਦੇ ਤੋਂ ਇੱਕ ਕਦਮ ਅੱਗੇ ਜਾਈ, ਪਿੱਛੇ ਨਾ ਰਹੀ। ਦੁਨੀਆ ਦੇ ਵਿੱਚ ਇੱਕ ਇਤਿਹਾਸ ਸਿਰਜਣਾ ਹੈ ਕਿ 2 ਵੀਰ ਜੂਝੇ ਤੇ ਦੋਵਾਂ ਵੀਰਾਂ ਨੇ ਐਸੀ ਵੀਰਤਾ ਦਿਖਾਈ ਕਿ ਦੁਸ਼ਮਣ ਦਲ ਦੰਦ ਪੀਂਦਾ ਰਹਿ ਗਿਆ ਪਰ ਕੁਝ ਨਹੀਂ ਕਰ ਸਕਿਆ। ਸਾਹਿਬਜ਼ਾਦਾ ਜੁਝਾਰ ਸਿੰਘ ਕਹਿਣ ਲੱਗੇ ਮਹਾਰਾਜ ਇੱਕ ਥਾਪੜਾ ਦੇ ਦਿਓ, ਤੁਹਾਡੇ ਥਾਪੜੇ ਦੇ ਨਾਲ
ਲੱਖਾਂ ਦਾ ਕੀ ਕਰੋੜਾਂ ਦਾ ਦਲ ਵੀ ਹੋਵੇ, ਮੈਂ ਪੈਰਾਂ ਹੇਠ ਲਤਾੜ ਕੇ ਆ ਜਾਵਾਂ। ਭਾਈ ਦਇਆ ਸਿੰਘ ਦੇਖ ਰਹੇ ਅਚਰਜ ਹੈ ਮਹਾਰਾਜ ਦੀ ਲੀਲਾ ਕਿ ਪੁੱਤਰਾਂ ਨੂੰ ਕੁਰਬਾਨ ਕਰਨ ਦਾ ਪਿਤਾ ਨੂੰ ਤੇ ਚਾਅ ਹੈ, ਪੁੱਤਰਾਂ ਨੂੰ ਦੁੱਗਣਾ ਚਾਅ ਹੈ। ਬੜੇ ਹੈਰਾਨ ਹਨ, ਦੁਨੀਆ ਦੇ ਵਿੱਚ ਇਹ ਮਿਸਾਲਾਂ ਨਹੀਂ ਮਿਲਣਗੀਆਂ। ਲਾ ਮਿਸਾਲ ਇਤਿਹਾਸ ਤਾਂ ਕਹਿੰਦੇ ਆ। ਸਾਹਿਬਜ਼ਾਦਾ ਜੁਝਾਰ ਸਿੰਘ, ਤੁਲਾ ਸਿੰਘ, ਮਾਲਾ ਸਿੰਘ ਦੇ ਨਾਲ ਲੈ ਕੇ ਭਾਈ ਨਾਨੂ ਵਰਗਿਆਂ ਨੂੰ, ਭਾਈ ਮੁਕੰਦ ਸਿੰਘ ਵਰਗਿਆਂ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਅੰਦਰ ਜਦੋਂ ਪ੍ਰਵੇਸ਼ ਕੀਤਾ, ਕਹਿਣ ਲੱਗੇ, ਇਹਨਾਂ ਨੂੰ ਪਤਾ ਲੱਗਿਆ, ਕਹਿਣ ਲੱਗੇ ਕਿ ਇਹ ਵੀ ਗੁਰੂ ਸਾਹਿਬ ਜੀ ਦਾ ਸਾਹਿਬਜ਼ਾਦਾ ਜੇ। ਕੰਨ ਹੋ ਗਏ ਇਹਨਾਂ ਨੂੰ, ਜੇ ਭੇਡਾਂ ਕੰਨ ਵੀ ਚੁੱਕ ਲੈ ਲੈਣ ਤੇ ਸ਼ੇਰ ਦਾ ਸ਼ਿਕਾਰ ਥੋੜਾ ਕਰ ਲੈਣਗੀਆਂ। ਸਾਹਿਬਜ਼ਾਦਾ ਜੁਝਾਰ ਸਿੰਘ ਜੂਝਦਾ ਆਇਆ। ਉਹਨੇ ਪਹਿਲਾਂ ਤੀਰਾਂ ਦੇ ਨਾਲ ਬੜੇ ਮੌਤ ਦੇ ਪਾਰ ਬੁਲਾ ਛੱਡੇ, ਫਿਰ ਆਪਣੀ ਬਰਸ਼ੀ ਵਾਈ। ਇੱਕ ਬਰਸ਼ੀ ਜਦੋਂ ਛੁੱਟ ਗਈ, ਦੂਜੀ ਬਰਸ਼ੀ ਵਾਈ। ਦੁਸ਼ਮਣਾਂ ਦੇ ਸਿਰ ਹਾਂਡੀਆਂ ਵਾਂਗ ਫੋੜ ਕੇ ਸੁੱਟੇ, ਛਾਤੀਆਂ ਵਿੰਨ ਦਿੱਤੀਆਂ, ਪੇਟ ਵਿੰਨ ਦਿੱਤੇ, ਲਹੂ ਦੇ ਪਰਨਾਲੇ ਸਰੀਰਾਂ 'ਚੋਂ ਚਲਾ ਦਿੱਤੇ। ਫਿਰ ਤਲਵਾਰ ਦਾ ਯੁੱਧ ਕੀਤਾ। ਜਦੋਂ ਤਲਵਾਰ ਲੜਦਿਆਂ ਤਲਵਾਰ ਤੇ ਤਲਵਾਰ ਵੱਜੀ ਤੇ ਤਲਵਾਰ ਦੀ ਅਗਲੀ ਧਾਰ ਕੱਟੀ ਗਈ ਨਾ, ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੀਆਂ ਬਾਹਾਂ ਦੇ ਪਰਾਕਰਮ ਦੇ ਨਾਲ ਕਟਾਰ ਧੂ ਕੇ ਯੁੱਧ ਕੀਤਾ। ਤੇ ਫਿਰ ਇੱਕ ਸੂਰਮੇ ਦੀ ਤਲਵਾਰ ਖੋ ਕੇ ਘੋੜਾ ਕਹਿੰਦੇ ਇੱਥੇ ਘਾਇਲ ਹੋ ਗਿਆ, ਤੇ ਘੋੜੇ ਤੋਂ ਬਿਨਾਂ ਜੁਝਾਰ ਸਿੰਘ ਨੇ ਯੁੱਧ ਕੀਤਾ। ਬਚਾਅ ਵੀ ਕਰਦਾ ਹੈ, ਵਾਰ ਵੀ ਮਾਰਦਾ, ਬੜਿਆਂ ਨੂੰ ਪਾਰ ਬੁਲਾ ਕੇ ਆਖਰ ਸ਼ਹੀਦੀ ਦਾ ਜਾਮ ਪੀ ਗਿਆ। ਸਿਰ ਕਲਮ ਹੋ ਗਿਆ ਜੰਗ ਦੇ ਮੈਦਾਨ ਵਿੱਚ ਜੂਝਦੇ ਦਾ। ਨਾਲ ਗਏ ਨੇ ਭਾਈ ਤੁਲਾ ਸਿੰਘ, ਮਾਲਾ ਸਿੰਘ, ਭਾਈ ਮੁਕੰਦ ਸਿੰਘ, ਭਾਈ ਨਾਨੋ ਜੀ ਵਰਗਿਆਂ ਨੇ ਸ਼ਹੀਦੀ ਪਾ ਦਿੱਤੀ। ਸੂਰਮਿਆਂ ਨੇ ਜੂਝਦਿਆਂ ਹੋਏ ਮਹਾਰਾਜ ਨੇ ਫਿਰ ਜਕਾਰਾ ਗੁੰਜਾਇਆ। ਸੂਰਮਿਆਂ ਨੇ ਉਨੀ ਉੱਚੀ ਆਵਾਜ਼ ਦੇ ਵਿੱਚ ਜਕਾਰੇ ਦਾ ਜਵਾਬ ਦਿੱਤਾ। ਧੌਂਸਿਆਂ ਨਗਾਰਿਆਂ ਤੇ ਚੋਟ ਲੱਗੀ। ਇਹ ਤੁਰਕ ਮੁਗਲ ਤੇ ਸਾਹਿਬਜ਼ਾਦੇ ਨੂੰ ਸ਼ਹੀਦ ਕਰਕੇ ਬਾਗੀਆਂ ਪਾ ਰਹੇ ਹਨ ਕਿ ਅਸੀਂ ਦੂਜਾ ਸਾਹਿਬਜ਼ਾਦਾ ਸ਼ਹੀਦ ਕਰ ਲਿਆ। ਪਰ ਕਲਗੀਧਰ ਪਾਤਸ਼ਾਹ ਦੇ ਜਕਾਰਿਆਂ ਦੇ ਨਾਲ ਇਹਨਾਂ ਦੇ ਦਿਲ ਡੋਲਦੇ ਨੇ ਵੀ ਜਿਹੜਾ ਆਪਣੇ ਪੁੱਤਰਾਂ ਦੀ ਸ਼ਹਾਦਤ ਤੇ ਜਕਾਰੇ ਲਾ ਰਿਹਾ ਹੈ, ਇਹਦੇ ਨਾਲ ਕੀ ਲੜਾਂਗੇ। ਇਸ ਕਰਕੇ ਜਕਾਰੇ ਦੇ ਦੋ ਮਤਲਬ ਨੇ ਦਸਵੇਂ ਪਾਤਸ਼ਾਹ ਦੇ ਜੋ ਜਕਾਰੇ ਲੱਗ ਰਹੇ ਨੇ। ਮਹਾਰਾਜ ਜੀ ਨੇ ਕੀ ਕਿਹਾ ਸੀ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਤੇ ਹੁਣ ਉਹ ਜੀਤ ਹੋ ਰਹੀ ਹੈ। ਮਹਾਰਾਜ ਦੇ ਜਿੱਤ ਦੇ ਜਕਾਰੇ ਲਾ ਰਹੇ ਨੇ। ਮਹਾਰਾਜ ਤੇ ਆਪਣੇ ਲਾਲਾਂ ਦੀ ਸ਼ਹਾਦਤ ਅਮਾਨਤ ਅਦਾ ਹੋਈ ਉਸ ਅਕਾਲ ਪੁਰਖ ਨੂੰ, ਉਹਦੇ ਜਕਾਰੇ ਲਾ ਰਹੇ ਨੇ। ਤੇ ਜਕਾਰੇ ਦਾ ਦੂਜਾ ਮਤਲਬ ਇਹ ਹੁੰਦਾ ਹੈ ਕਿ ਦੁਸ਼ਮਣ ਦੇ ਹੌਸਲੇ ਨੂੰ ਪਸਤ ਕਰ ਦੇਣਾ। ਜਦੋਂ ਦੇਖਣਗੇ ਵੀ ਉਹ ਤਾਂ ਸ਼ਹੀਦ ਹੋਣ ਦੇ ਬਾਵਜੂਦ ਵੀ ਜਕਾਰੇ ਲਾ ਰਹੇ ਹਨ, ਤੇ ਫਿਰ ਦੁਸ਼ਮਣ ਦਾ ਮਨੋਬਲ ਡਿੱਗ ਜਾਂਦਾ ਹੈ ਕਿ ਜਿਹੜਾ ਆਪਣੇ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਸ਼ਹੀਦੀ ਦੇ ਜਕਾਰੇ ਲਾ ਰਿਹਾ, ਉਹਦਾ ਹੌਸਲਾ ਕਿਹੜੇ ਅਸਮਾਨੀ ਹੋਏਗਾ। ਇਹਨਾਂ ਦੇ ਹੌਸਲੇ ਪਸਤ ਹੋ ਗਏ ਹਨ। ਸਾਹਿਬਜ਼ਾਦਾ ਅਜੀਤ ਸਿੰਘ ਦੇ, ਜੁਝਾਰ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਮਹਾਰਾਜ ਨੇ ਜਦੋਂ ਅਗਲੇ ਯੁੱਧ ਦੀ ਕਰਨ ਲੱਗੇ, ਤੇ ਭਾਈ ਆਲਮ ਸਿੰਘ ਮਹਾਰਾਜ ਦੇ ਸਾਹਮਣੇ ਆਏ। ਕਹਿਣ ਲੱਗੇ, ਮਹਾਰਾਜ ਤੁਹਾਡੇ ਲਾਲਾਂ ਨੇ ਤੇ ਅਜਮਤ ਦਿਖਾ ਦਿੱਤੀ, ਸਾਡੀ ਵਾਰੀ। ਭਾਈ ਆਲਮ ਸਿੰਘ ਦੀ ਨੱਚਣਾ ਦੀ ਪਤਨੀ ਬੀਬੀ ਭਿੱਖਾਂ ਝੱਖੀਆਂ ਪਿੰਡ ਦੀ ਜੂਹ ਵਿੱਚ ਜੂਝਦਿਆਂ ਹੋਇਆਂ ਸ਼ਹੀਦ ਹੋਈ ਹੈ। ਭਾਈ ਆਲਮ ਸਿੰਘ ਨੱਚਣਾ ਦਾ ਭਰਾ ਨਾਲ ਹੈ ਵੀਰ ਸਿੰਘ ਦਾ ਭਰਾ ਨਾਲ ਹੈ। ਮੋਹਰ ਸਿੰਘ ਤੇ ਅਮੋਲਕ ਸਿੰਘ ਦੇ ਦੋਵੇਂ ਪੁੱਤਰ ਨੇ। ਕਹਿਣ ਲੱਗਾ, ਮਹਾਰਾਜ ਮੈਨੂੰ ਵੀ ਯੁੱਧ ਦੇ ਮੈਦਾਨ 'ਚ ਆਗਿਆ ਦਿਓ। ਮਹਾਰਾਜ ਕਹਿਣ ਲੱਗੇ, ਜ਼ਰੂਰ। ਜਦੋਂ ਮਹਾਰਾਜ ਨੇ ਇੰਝ ਆਗਿਆ ਕੀਤੀ, ਭਾਈ ਆਲਮ ਸਿੰਘ ਨੱਚਣਾ ਇਹਨੂੰ ਤਾਂ ਕਹਿੰਦੇ ਬੜੀ ਤੁਰਤੀ ਫੁਰਤੀ ਨਾਲ ਯੁੱਧ ਲੜਦਾ ਸੀ। ਜਦੋਂ ਆਪਣੇ ਇੱਕ ਭਰਾ ਤੇ ਆਪਣੇ ਦੋ ਪੁੱਤਰਾਂ ਦੇ ਨਾਲ ਹੀ ਯੁੱਧ ਕਰਨ ਦੇ ਲਈ ਨਿਕਲਿਆ, ਇਹਨਾਂ ਦੀ ਕਹਿੰਦੇ ਨੇਜੇ ਦੇ ਵਿੱਚ ਤੇ ਤਲਵਾਰਬਾਜ਼ੀ 'ਚ ਇਹਨਾਂ ਦੀ ਬੜੀ ਮੁਹਾਰਤ ਸੀ। ਇਹਨਾਂ ਨੇ ਜਾ ਕੇ ਕਹਿੰਦੇ ਭਾਈ ਆਲਮ ਸਿੰਘ ਤੇ ਉਹਦੇ ਪੁੱਤਰਾਂ ਦੇ ਭਰਾ ਨੇ ਦਲ ਨੂੰ ਇੰਨਾ ਦੂਰ ਖਿੰਡਾ ਕੇ ਯੁੱਧ ਕਰ ਦਿੱਤਾ ਕਿ ਕਿੰਨੇ ਦੂਰੀ ਤੱਕ ਜਿਹੜੇ ਹਨ ਤੁਰਕ ਮੁਗਲ ਉਹਨਾਂ ਦੇ ਨੇੜੇ ਨਹੀਂ ਆ ਸਕੇ। ਭਾਈ ਆਲਮ ਸਿੰਘ ਨੇ ਪੂਰੇ ਦਲ ਦੇ ਵਿੱਚ ਘੁੰਮ ਕੇ ਇੰਨੇ ਦੁਸ਼ਮਣ ਮਾਰ ਗਿਰਾਏ ਕਿ ਜ਼ਬਰਦਸਤ ਖਾਂ ਵਰਗੇ ਹੈਰਾਨ ਰਹਿ ਗਏ ਕਿ ਇਹਨਾਂ ਨੇ ਸਾਡੇ ਦਲ ਨੂੰ ਹੀ ਖਿੰਡਾ ਦਿੱਤਾ। ਜੂਝਦੇ ਹੋਏ ਸ਼ਹੀਦੀਆਂ ਪਾ ਗਏ ਤੇ ਗੁਰੂ ਸਾਹਿਬ ਜੀ ਦੇ 5 ਮੁਕਤੇ। ਜ਼ਿਕਰ ਇਹ ਵੀ ਮਿਲਦਾ ਇਤਿਹਾਸ ਦੇ ਵਿੱਚ ਕਿ ਪਿਆਰਿਆਂ ਤੋਂ ਬਾਅਦ ਕਹਿੰਦੇ ਹਨ, ਜੂਝਣ ਤੋਂ ਬਾਅਦ 5 ਮੁਕਤਿਆਂ ਨੇ ਜਿਨ੍ਹਾਂ ਨੇ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਕਹਿੰਦੇ ਉਹਨਾਂ ਨੇ ਸ਼ਹੀਦੀ ਪਾਈ। ਪਰ ਜ਼ਿਕਰ ਯੁੱਧ ਵਿੱਚ ਇਹ ਵੀ ਮਿਲਦਾ ਹੈ ਕਿ ਮਹਾਰਾਜ ਜੀ ਨੇ, ਕਿਉਂਕਿ ਸੂਰਬੀਰਾਂ ਦੇ ਹਿਸਾਬ ਨਾਲ ਯੁੱਧ ਲੜਾਉਣਾ ਸੀ, ਮਹਾਰਾਜ ਜੀ ਦੇ ਸਾਹਮਣੇ 5 ਮੁਕਤੇ ਹਾਜ਼ਰ ਹੋਏ। ਕਹਿਣ ਲੱਗ ਮਰ ਗਏ, ਮਹਾਰਾਜ ਸਾਨੂੰ ਯੁੱਧ ਦੀ ਆਗਿਆ ਦਿਓ। ਹੁਣ ਇੱਕ ਗੱਲ ਦੱਸਾਂ ਕਿ ਜਿੰਨੀ ਵਾਰੀ ਕੋਈ ਨਵਾਂ ਜਥਾ ਜਾਂਦਾ ਹੈ, ਉਹ ਇੰਨੇ ਦਲ ਨੂੰ ਮਾਰ ਕੇ ਆ ਰਿਹਾ ਕਿ ਪਹਾੜੀਆਂ ਤੁਰਕਾਂ ਮੁਗਲਾਂ ਦਾ ਦਲ ਘਟਦਾ ਜਾ ਰਿਹਾ। ਇੱਕ ਪਾਸੇ ਦਿਨ ਅਸਤ ਹੋ ਰਿਹਾ ਹੈ, ਦੂਜੇ ਪਾਸੇ ਜਿਹੜਾ ਹੈ ਮੁਗਲਾਂ ਦਾ ਦਲ ਖਤਮ ਹੋ ਰਿਹਾ ਹੈ। ਜਦੋਂ 5 ਮੁਕਤੇ ਰਾਮ ਸਿੰਘ, ਈਸ਼ਰ ਸਿੰਘ, ਦੇਵਾ ਸਿੰਘ, ਫਤਿਹ ਸਿੰਘ,
ਟਹਿਲ ਸਿੰਘ ਮਹਾਰਾਜ ਦੇ ਅੱਗੇ ਹਾਜ਼ਰ ਹੋਏ। ਮਹਾਰਾਜ ਨੇ ਸਜਾਇਆ ਇਹਨਾਂ ਪੰਜਾਂ ਮੁਕਤਿਆਂ ਨੂੰ। ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹੋਏ ਇੰਨੀ ਦੂਰੀ ਤੱਕ ਜਾ ਕੇ ਲੜੇ, ਇੰਨੀ ਗਹਿ ਗਚ ਤਲਵਾਰ ਮਈ ਤਸ਼ਮਸ਼ ਕਟਾ ਵੱਡ ਯੁੱਧ ਕੀਤਾ ਕਿ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਾ ਰਿਹਾ। ਜਦੋਂ ਪੰਜ ਮੁਕਤੇ ਵੀ ਸ਼ਹੀਦ ਹੋ ਗਏ ਤੇ ਫਿਰ ਮਹਾਰਾਜ ਦੇ ਕੋਲ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਭਾਈ ਦਾਨ ਸਿੰਘ ਆਏ, ਭਾਈ ਦਾਨ ਸਿੰਘ ਭਾਈ ਮਨੀ ਸਿੰਘ ਦਾ ਭਰਾ, ਕਹਿਣ ਲੱਗੇ ਮਹਾਰਾਜ ਸਾਨੂੰ ਵੀ ਯੁੱਧ ਦੇ ਮੈਦਾਨ 'ਚ ਜਾਣ ਦੀ ਆਗਿਆ। ਮਹਾਰਾਜ ਕਹਿਣ ਲੱਗੇ ਹੁਣ ਆਗਿਆ ਨਹੀਂ, ਹੁਣ ਜੂਝਦੇ ਜਾਓ। ਭਾਈ ਦਾਨ ਸਿੰਘ ਮਨੀ ਸਿੰਘ ਦਾ ਭਰਾ, ਇਹਨੇ ਆਪਣੇ ਨਾਲ ਭਤੀਜਿਆਂ ਨੂੰ ਲਿਆ, ਅਨਕ ਸਿੰਘ, ਅਜਬ ਸਿੰਘ ਤੇ ਅਜਾਇਬ ਸਿੰਘ ਨੂੰ। ਹੁਣ ਭਾਈ ਅਨਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ ਨੇ ਵੇਖਿਆ ਕਿ ਸਾਡਾ ਇੱਕ ਵੱਡਾ ਭਰਾ ਉਦੈ ਸਿੰਘ, ਜਿਹਨੇ ਸ਼ਾਹੀ ਟਿੱਬੀ ਤੇ ਯੁੱਧ ਕੀਤਾ, ਦੇਖਿਆ ਕਿ ਸਾਡਾ ਭਰਾ ਬਚਿੱਤਰ ਸਿੰਘ, ਜਿਹਨੇ ਮਦਮਸਤ ਹਾਥੀ ਦੇ ਮੱਥੇ ਵਿੱਚ ਨੇਜੇ ਮਾਰੇ ਸਨ, ਇਹਨਾਂ ਤਿੰਨਾਂ ਭਰਾਵਾਂ ਨੇ ਦੇਖਿਆ ਸਾਡਾ ਚਾਚਾ ਨਾਲ ਹੈ ਦਾਨ ਸਿੰਘ। ਇਹ ਇੱਕ ਚਾਚਾ ਤੇ ਤਿੰਨੇ ਭਤੀਜੇ, ਤਿੰਨੇ ਭਾਈ ਮਨੀ ਸਿੰਘ ਦੇ ਪੁੱਤਰ, ਅਨਕ ਸਿੰਘ, ਅਜਬ ਸਿੰਘ, ਅਜੈਬ ਸਿੰਘ ਤੇ ਭਾਈ ਮਨੀ ਸਿੰਘ ਦਾ ਭਰਾ ਦਾਨ ਸਿੰਘ, ਇੰਨੀ ਤੇਜ਼ੀ ਦੇ ਨਾਲ ਗੜੀ ਦੇ ਵਿੱਚੋਂ ਨਿਕਲੇ। ਤੇ ਭਾਈ ਅਨਕ ਸਿੰਘ, ਅਜੈਬ ਸਿੰਘ, ਕਿਉਂਕਿ ਉਹਨਾਂ ਦੇ ਦੋ ਭਰਾ ਸ਼ਹੀਦ ਹੋਏ ਸਨ ਪਿੱਛੇ ਜੰਗ ਲੜਦੇ, ਇੰਨੇ ਰੋਹ ਵਿੱਚ ਆ ਕੇ ਵੜ ਗਏ ਜੰਗ ਦੇ ਮੈਦਾਨ ਦੇ ਵਿੱਚ। ਜਦੋਂ ਹੁਣ ਸਾਹਿਬਜ਼ਾਦੇ ਦੁਬਾਰਾ ਇਹ ਜਥਾ ਗਿਆ ਤੇ ਹੁਣ ਜੰਗ ਦਾ ਮੈਦਾਨ ਇਕੱਲਾ ਜੰਗ ਦਾ ਮੈਦਾਨ ਨਹੀਂ ਹੈ, ਲੋਥਾਂ ਦੇ ਲੋਥ ਚੜੀ ਪਈ ਹੈ, ਲਹੂ ਦੇ ਨਾਲ ਧਰਤੀ ਲਾਲ ਹੋ ਗਈ ਹੈ, ਮਿੱਝ ਮਾਸ ਦਾ ਗਾਰਾ ਬਣਿਆ ਹੋਇਆ ਹੈ, ਕੱਟੇ ਵੱਡੇ ਅੰਗ ਦੂਰ ਤੱਕ ਨਿਕੇ ਹਨ, ਸੂਰਬੀਰ ਮਰੇ ਹੋਏ ਸਹਿਕਦੇ ਹੋਏ ਹਨ, ਸ਼ਸਤਰ ਟੁੱਟੇ ਪਏ ਹਨ, ਹੱਥ ਅੰਗ ਕੱਟੇ ਵੱਡੇ ਪਏ ਹਨ। ਅਨਕ ਸਿੰਘ, ਅਜਬ ਸਿੰਘ, ਅਜੈਬ ਸਿੰਘ ਤਿੰਨਾਂ ਭਰਾਵਾਂ ਨੇ ਇੰਨਾ ਕਟਾ ਵੱਡ ਯੁੱਧ ਕੀਤਾ ਕਿ ਦਲ ਦੇ ਵਿੱਚ ਕੋਈ ਤੁਰਕ ਉਹਨਾਂ ਦੇ ਨੇੜੇ ਨਾ ਆਵੇ। ਭਾਈ ਦਾਨ ਸਿੰਘ ਜੂਝਦਿਆਂ ਹੋਇਆਂ ਜਦੋਂ ਦਲ ਵਿੱਚ ਬੜੀ ਦੇਰ ਤੱਕ ਘਮਸਾਣ ਮਚਾਉਂਦੇ ਸਨ, ਪਰ ਜਦੋਂ ਘਿਰ ਜਾਂਦੇ ਸਨ ਫਿਰ ਵਾਰ ਨਹੀਂ ਚੱਲਦੇ ਸਨ, ਆਖਰ ਸ਼ਹੀਦ ਹੋ ਗਏ। ਇਸ ਤੋਂ ਬਾਅਦ ਜਦੋਂ ਸਾਰਾ ਦਲ ਇਹ ਚਲਾ ਗਿਆ, ਫਿਰ ਗੁਰੂ ਸਾਹਿਬ ਜੀ ਦੇ ਸਾਹਮਣੇ ਦਰਵਾਜ਼ੇ ਤੇ ਖੜਨ ਵਾਲੇ ਭਾਈ ਸ਼ੇਰ ਸਿੰਘ, ਨਾਰ ਸਿੰਘ ਰਹਿ ਗਏ। ਭਾਈ ਸ਼ੇਰ ਸਿੰਘ, ਨਾਰ ਸਿੰਘ, ਭਾਈ ਮਾਣਕ ਸਿੰਘ ਵਰਗੇ ਸੂਰਮੇ ਰਹਿ ਗਏ ਮਹਾਰਾਜ ਜੀ ਦੇ ਨਾਲ। ਜ਼ਿਕਰ ਮਿਲਦਾ ਹੈ ਕੁਝ ਹੋਰ ਸੂਰਮੇ ਵੀ ਰਹਿ ਗਏ। ਮਹਾਰਾਜ ਕਹਿਣ ਲੱਗੇ ਕਿ ਭਾਈ ਸ਼ੇਰ ਸਿੰਘ ਹੁਣ ਸ਼ੇਰ ਵਾਂਗ ਗਰਜਿਓ, ਤੇ ਕਹਿੰਦੇ ਆਖਰੀ ਜਥਾ ਇਹਨਾਂ ਦਾ ਗਿਆ ਮਹਾਰਾਜ ਦੇ ਕੋਲ। ਜਦੋਂ ਇਹ ਸ਼ੇਰ ਸਿੰਘ, ਨਾਰ ਸਿੰਘ ਜਾ ਕੇ ਗਰਜੇ, ਬੜਾ ਘਮਸਾਣ ਦਾ ਯੁੱਧ ਕੀਤਾ, ਸਾਰਾ ਦਿਨ ਯੁੱਧ ਕਰਦਿਆਂ ਬਤੀਤ ਹੋ ਗਿਆ। ਜਿਹੜੇ ਕਹਿੰਦੇ ਸੀ ਗੜੀ ਅੰਦਰ ਵੜ ਕੇ ਹੱਲਾ ਮਚਾ ਦਿਆਂਗੇ, ਉਹ ਨੇੜੇ ਤੱਕ ਨਹੀਂ ਫਟਕ ਸਕੇ ਯੁੱਧ ਦੇ ਵਿੱਚ। ਦਸਮ ਪਾਤਸ਼ਾਹ ਜੀ ਨੇ 7 ਪੋਹ ਦੀ ਸ਼ਾਮ ਨੂੰ ਜਿਹੜੇ ਵਾਹ ਗਏ ਸਨ, ਜਬ ਆਵ ਕੀ ਔਦ ਨਿਧਾਨ ਬਨੇ ਅਤਹੀ ਰਣ ਮੈਂ ਤਬ ਜੂਝ ਮਰੂ। 8 ਪੋਹ ਦੀ ਸ਼ਾਮ ਹੋ ਰਹੀ ਹੈ, ਲੋਥਾਂ ਤੇ ਲੋਥ ਚੜੀ ਪਈ ਹੈ। ਗੁਰੂ ਸਾਹਿਬ ਜੀ ਦੇ ਤਾਂ ਗਿਣਤੀ ਦੇ ਸਿੰਘ ਸ਼ਹੀਦ ਹੋਏ ਨੇ, ਤੁਰਕ ਮੁਗਲ ਹਜ਼ਾਰਾਂ ਵਿੱਚ ਮਾਰੇ ਗਏ ਹਨ, ਕੋਈ ਮੁਕਾਬਲਾ ਨਹੀਂ ਅਜੇ। ਜਦੋਂ ਇੰਜ ਭਾਈ ਸ਼ੇਰ ਸਿੰਘ, ਨਾਰ ਸਿੰਘ ਸ਼ਹੀਦ ਹੋਏ ਨਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਦੇਖਿਆ ਕਿ ਬੜੇ ਸਿੰਘ, ਸ਼ਾਮ ਦਾ ਵੇਲਾ ਹੋਣ ਵਾਲਾ ਹੈ, 3 ਸਾਢੇ 3 ਤਾਂ ਸਮਾਂ ਹੋ ਗਿਆ, 3 ਪੈਰ 2.5 ਪੈਰ ਯੁੱਧ ਕਰਦਿਆਂ ਨੂੰ ਹੋ ਗਏ ਨੇ। ਕਲਗੀਧਰ ਪਾਤਸ਼ਾਹ ਨਾ ਆਪਣਾ ਕਮਰ ਕੱਸਾ ਕਰਨ ਲੱਗ ਪਏ। ਮਹਾਰਾਜ ਜੀ ਨੇ ਕਮਰ ਕੱਸਾ ਖੋਲ ਕੇ ਵੱਡਾ ਕੀਤਾ, 2 ਕਟਾਰਾਂ ਲਾਈਆਂ, ਮਹਾਰਾਜ ਨੇ ਖੰਜਰ ਲਾਇਆ ਨਾਲ। ਮਹਾਰਾਜ ਨੇ ਕਮਾਨ ਨੂੰ ਚੰਗੀ ਤਰ੍ਹਾਂ ਝਿੜਕਿਆ, ਪਰਖਿਆ, ਚੰਗੀ ਤਰ੍ਹਾਂ ਟਣਕਾਰ ਦੇਖੀ, ਉਹਦੀ ਤੰਦੀ ਦੀ ਬਾਗੜ ਨੂੰ, ਚੱਲੇ ਨੂੰ ਦੇਖਿਆ। ਤੇ ਮਹਾਰਾਜ ਜਦੋਂ ਇੰਜ ਕਰ ਰਹੇ ਸੀ ਤੇ ਭਾਈ ਦਇਆ ਸਿੰਘ ਨੇ ਦੇਖ ਲਿਆ ਵੀ ਮਹਾਰਾਜ ਕੋਈ ਤਿਆਰੀ ਕਰ ਰਹੇ ਨੇ, ਮਹਾਰਾਜ ਕਿਸੇ ਜੰਗ ਦੀ ਤਿਆਰੀ ਵਿੱਚ ਲੱਗਦੇ ਹਨ। ਭਾਈ ਦਇਆ ਸਿੰਘ ਨੇ ਦੇਖ ਲਿਆ, ਕਹਿਣ ਲੱਗੇ ਮਹਾਰਾਜ ਕਿਸ ਪੱਖ ਵੱਲ ਜਾ ਰਹੇ ਹੋ, ਕਿਹੜੀ ਤਿਆਰੀ? ਮਹਾਰਾਜ ਕਹਿਣ ਲੱਗੇ ਇੰਨੀਆਂ ਜੰਗਾਂ ਲੜੀਆਂ ਜੰਗ ਦੇ ਮੈਦਾਨ ਦੇ ਵਿੱਚ, ਆ ਚਮਕੌਰ ਗੜੀ ਮੈਨੂੰ ਬੜੀ ਚੰਗੀ ਲੱਗੀ ਹੈ, ਮੇਰੇ 3 ਪਿਆਰੇ 2 ਲਾਲ ਸ਼ਹੀਦ ਹੋਏ ਨੇ। ਜੇ ਇਸ ਗਲੀ ਦੇ ਵਿੱਚ ਮੇਰੀ ਰੱਤ ਵੀ ਡੁੱਲ ਗਈ ਨਾ, ਸ਼ਹੀਦੀ ਰੱਤ, ਤੇ ਮੈਂ ਜ਼ਿੰਦਗੀ ਦੇ ਵਿੱਚ ਸੱਚਾ ਮੁਰਸ਼ਦ ਕਹਿਲਾਵਾਂਗਾ। ਮੇਰੇ ਮਨ ਦੀ ਬੜੀ ਚਰੋਕਣੀ ਇੱਛਾ ਸੀ ਕੋਈ ਜੰਗ ਦਾ ਮੈਦਾਨ ਮਿਲਦਾ ਜਿੱਥੇ ਹਿੱਲਾ ਕਰਕੇ ਯੁੱਧ ਕਰਦੇ। ਬਾਕੀ ਥਾਵਾਂ ਦੇ ਯੁੱਧ ਲੜਾਏ ਹਨ, ਮਗਰ ਹੋ ਕੇ ਸੈਨਾਪਤੀ ਹੋ ਕੇ ਲੜੇ, ਅੱਗੇ ਹੋ ਕੇ ਵੀ ਲੜੇ ਹਾਂ, ਪਰ ਮੈਨੂੰ ਚਮਕੌਰ ਗੜੀ ਦਾ ਮੈਦਾਨ ਬੜਾ ਚੰਗਾ ਲੱਗ ਰਿਹਾ, ਮੈਂ ਵੀ ਇੱਥੇ ਆਪਣੇ ਸ਼ਸਤਰ ਦਾ ਜ਼ੋਰ ਦਿਖਾਉਣਾ ਚਾਹੁੰਦਾ। ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਆਪ ਜੀ ਪੰਥ ਦੇ ਵਾਲੀ ਹੋ, ਤੇ ਜਿੰਨਾ ਚਿਰ ਪੰਥ ਅਜੇ ਜਿਉਂਦਾ ਹੈ ਵਾਲੀ ਨੂੰ ਜੂਝਣ ਦਾ ਅਜੇ ਮੌਕਾ ਨਹੀਂ, ਅਜੇ ਤੁਹਾਡਾ ਮੌਕਾ ਦੂਰ ਹੈ ਮਹਾਰਾਜ। ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਨਹੀਂ, ਤਿਆਰ ਹੋ ਗਏ ਮਹਾਰਾਜ। ਭਾਈ ਦਇਆ ਸਿੰਘ ਉਸੇ ਵਕਤ ਉਹਨਾਂ ਧਰਮ ਸਿੰਘ, ਮਾਨ ਸਿੰਘ ਨੂੰ ਨਾਲ ਲਿਆ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਨੂੰ ਨਾਲ ਲੈ ਕੇ ਕਹਿਣ ਲੱਗੇ ਆਪਸ 'ਚ ਵਿਚਾਰ ਕਰਕੇ ਕਹਿਣ ਲੱਗੇ ਪਾਤਸ਼ਾਹ ਜੀ ਨੇ ਯੁੱਧ ਦੀ ਤਿਆਰੀ ਕਰ ਲਈ ਹੈ,
ਇਹ ਜ਼ਰੂਰ ਹੈ ਕਿ ਪਾਤਸ਼ਾਹ ਜੀ ਜੂਝਣਗੇ, ਇਹਨਾਂ ਨੇ ਦਲ ਜਿਹੜਾ ਖਤਮ ਕਰ ਦੇਣਾ ਸਾਰਾ। ਪਰ ਜੇ ਪਾਤਸ਼ਾਹ ਨੂੰ ਕੋਈ ਆਂਚ ਆਈ, ਜੇ ਵਾਲੀ ਨੂੰ ਆਂਚ ਕੋਈ ਆਈ ਤੇ ਪੰਥ ਕੀ ਕਰੇਗਾ। ਨਾਲ ਦੇ ਸਿੰਘ ਮੰਨ ਗਏ, ਕਹਿਣ ਲੱਗੇ ਪਰ ਪਾਤਸ਼ਾਹ ਜੀ ਨੇ ਸਾਨੂੰ ਇੱਕ ਵਚਨ ਦਿੱਤਾ ਕਿ ਮੈਂ ਸਦਾ ਪੰਜਾਂ ਦੇ ਅਧੀਨ ਹਾਂ, ਪੰਜ ਖਾਲਸੇ ਦਾ ਪਰਮ ਰੂਪ ਨੇ, ਮੈਂ ਸਦਾ ਇਹਨਾਂ ਦੀ ਆਗਿਆ ਦਾ ਤਾਬੇਦਾਰ ਹਾਂ। ਜਦੋਂ ਇੰਜ ਕਿਹਾ ਮਹਾਰਾਜ ਜੀ ਨੇ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਗਤ ਸਿੰਘ ਤੇ ਸੰਤ ਸਿੰਘ, ਇਹਨਾਂ ਨੇ ਆਪਣੇ ਗਲਾਂ ਅੰਦਰ ਹਜੂਰੀਏ ਪਾ ਕੇ ਸ਼ਸਤਰ ਤਿਆਰ ਹੋ ਕੇ ਮਹਾਰਾਜ ਦੇ ਸਾਹਮਣੇ ਆ ਕੇ ਖਲੋ ਗਏ। ਮਹਾਰਾਜ ਤਿਆਰੀ ਕਰ ਰਹੇ ਸਨ। ਮਹਾਰਾਜ ਦੇ ਇਹਨਾਂ ਨੂੰ ਜੰਗ ਦੇ ਮੈਦਾਨ 'ਚ ਲਿਜਾਣਾ ਚਾਹੁੰਦੇ ਸਨ। ਇਹ ਕਹਿਣ ਲੱਗੇ ਮਹਾਰਾਜ ਤੁਹਾਡੇ ਸਿਧਾਂਤ ਅਨੁਸਾਰ, ਖਾਲਸੇ ਦੀ ਮਰਜ਼ਾਦਾ ਅਨੁਸਾਰ ਪੂਰਨ ਤਿਆਰ ਖਾਲਸਾ ਤੁਹਾਡੇ ਸਾਹਮਣੇ ਤਿਆਰ ਹੈ, ਤੇ ਅਸੀਂ ਖਾਲਸੇ ਦਾ ਰੂਪ ਹੁੰਦਿਆਂ ਹੋਇਆਂ ਤੁਹਾਨੂੰ ਇਹ ਹੁਕਮ ਕਰਦੇ ਹਾਂ ਕਿ ਆਪ ਜੀ ਜੰਗ ਦੇ ਮੈਦਾਨ 'ਚ ਨਹੀਂ ਜਾਓਗੇ। ਪਾਤਸ਼ਾਹ ਜੀ ਆਪਣੀ ਮਿਆਨ ਦੇ ਵਿੱਚ ਤਲਵਾਰ ਪਾ ਰਹੇ, ਮਹਾਰਾਜ ਨੇ ਨਾਲੇ ਤਲਵਾਰ ਰੋਕ ਲਈ। ਮਹਾਰਾਜ ਜੀ ਕਹਿਣ ਲੱਗੇ ਖਾਲਸਾ ਜੀ ਕੀ? ਕਹਿਣ ਲੱਗੇ ਮਹਾਰਾਜ ਖਾਲਸੇ ਦੀ ਆਗਿਆ, ਆਪ ਜੀ ਜੰਗ ਦੇ ਮੈਦਾਨ 'ਚ ਨਹੀਂ ਜਾਓਗੇ। ਮਹਾਰਾਜ ਕਹਿਣ ਲੱਗੇ ਖਾਲਸਾ ਜੀ ਇਹ ਕਿਹੜੀ ਆਗਿਆ ਕਰ ਰਹੇ ਹੋ? ਜਿਹਦੇ ਲਾਲਾ ਨੇ ਸ਼ਹੀਦੀ ਪਾ ਦਿੱਤੀ, ਪਿਆਰਿਆਂ ਨੇ, ਮੇਰੇ ਜਾਨਾਂ ਤੋਂ ਪਿਆਰੇ ਸਿੰਘਾਂ ਨੇ ਸ਼ਹੀਦੀ ਪਾ ਦਿੱਤੀ, ਤੇ ਮੈਂ ਜੰਗ ਦੇ ਮੈਦਾਨ 'ਚ ਨਹੀਂ ਜਾਵਾਂ, ਇਹ ਕਿਹੋ ਜਿਹਾ ਜੰਗ ਦਾ ਮੈਦਾਨ ਹੋਏਗਾ? ਮੈਂ ਇੱਥੇ ਦਲ ਮਰਵਾਉਣ ਨਹੀਂ ਆਇਆ, ਖੁਦ ਵੀ ਜੂਝਣ ਆਇਆ ਹਾਂ। ਪਰ ਭਾਈ ਦਇਆ ਸਿੰਘ ਕਹਿਣ ਲੱਗੇ ਨਹੀਂ ਮਹਾਰਾਜ ਆਗਿਆ ਨਹੀਂ। ਮਹਾਰਾਜ ਕਹਿਣ ਲੱਗੇ ਆਗਿਆ ਨਹੀਂ। ਪਾਤਸ਼ਾਹ ਜੀ ਨੇ ਕਿਹਾ ਸੀ ਨਾ, ਅਸੀਂ ਸੁਣਦੇ ਹਾਂ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦੁਨੀਆ ਦੇ ਵਿੱਚ ਪਹਿਲਾ ਗੁਰਮਤਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ। ਪੰਜਾਂ ਦੇ ਹੁਕਮ ਦੇ ਤਾਬੇਦਾਰ ਮਹਾਰਾਜ ਕਹਿਣ ਲੱਗੇ ਜੇ ਖਾਲਸਾ ਜੀ ਜੂਝਣ ਦਾ ਨਹੀਂ, ਗੜੀ ਛੱਡਣ ਦਾ ਹੁਕਮ ਹੈ, ਤੁਹਾਡੇ ਹੁਕਮ ਦਾ ਤਾਬੇਦਾਰ ਹੈ, ਸਿਰ ਝੁਕਾ ਕੇ ਤੁਹਾਡਾ ਹੁਕਮ ਮੰਨਦਾ। ਦੁਨੀਆ 'ਚ ਲੱਭੇਗਾ ਇਹੋ ਜਿਹਾ ਮੁਰਸ਼ਦ, ਇਹੋ ਜਿਹਾ ਰਹਿਬਰ ਜਿਹੜੇ ਆਪਣੇ ਮੁਰੀਦਾਂ ਦੇ ਸਾਜੇ ਹੋਏ ਸਿਧਾਂਤ ਨੂੰ ਅਟੱਲ ਮੰਨਦਾ ਹੋਵੇ, ਕਿਤੇ ਵੀ ਸਿਧਾਂਤ ਨਹੀਂ ਛੱਡਿਆ, ਮਰਜ਼ਾਦਾ ਨਹੀਂ ਛੱਡੀ ਕਿਤੇ ਵੀ। ਫਿਰ ਮਹਾਰਾਜ ਕਹਿਣ ਲੱਗੇ ਮਹਾਰਾਜ ਦਿਨ ਦਾ ਢਾਲਾ ਹੋਣ ਵਾਲਾ ਹੈ, ਆਪ ਜੀ ਜੰਗ ਦੇ ਮੈਦਾਨ ਵਿੱਚੋਂ ਨਿਕਲ ਜਾਓਗੇ। ਮਹਾਰਾਜ ਕਹਿਣ ਲੱਗੇ ਜੇ ਮੈਨੂੰ ਯੁੱਧ ਕਰਨ ਦੀ ਆਗਿਆ ਨਹੀਂ ਨਾ ਹੋਈ ਖਾਲਸਾ ਜੀ, ਜੇ ਮੈਂ ਗੜੀ ਵਿੱਚੋਂ ਨਿਕਲ ਕੇ ਜਾਵਾਂਗਾ ਨਾ, ਤੇ ਮੈਂ ਦੱਬਿਆਂ ਵਾਂਗ, ਡਰਿਆਂ ਵਾਂਗ ਸ਼ਾਂਤੀ ਨਾਲ ਨਹੀਂ ਜਾਵਾਂਗਾ, ਮੈਂ ਸੂਰਬੀਰਾਂ ਵਾਂਗ ਜੂਝਦਾ ਹੋਵਾਂ ਜਾਵਾਂਗਾ। ਕਹਿਣ ਲੱਗੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੂੰ ਮਹਾਰਾਜ ਕਿ ਅਸੀਂ ਤੁਹਾਨੂੰ ਨਾਲ ਲੈ ਕੇ ਗੜੀ 'ਚੋਂ ਨਿਕਲਾਂਗੇ। ਪਰ ਮਹਾਰਾਜ ਨੇ ਕਿਹਾ ਕਿ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਆਪਣੀ ਕਲਗੀ ਤੋੜਾ ਉਤਾਰਿਆ। ਮਹਾਰਾਜ ਜੀ ਨੇ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਜਾਇਆ। ਅਸੀਂ ਵਾਕ ਪੜ੍ਹਦੇ ਗੁਰ ਸੰਗਤ ਕੀਨੀ ਖਾਲਸਾ। ਸੰਗਤ ਸਿੰਘ ਨੂੰ ਮਹਾਰਾਜ ਨੇ ਚੁਣਿਆ ਕਲਗੀ ਤੋੜੇ ਲਈ। ਇਹਨਾਂ ਦੀ ਸ਼ਕਲ ਹੂ ਬਹੂ ਮਿਲਦੀ ਸੀ, ਮਹਾਰਾਜ ਤੋਂ 1-2 ਸਾਲ ਵੱਡੇ ਸਨ ਭਾਈ ਸੰਗਤ ਸਿੰਘ। ਮਹਾਰਾਜ ਜੀ ਨੇ ਯੁੱਧ ਨੀਤੀ ਦਾ ਆਸਰਾ ਲੈਂਦਿਆਂ ਹੋਇਆ ਭਾਈ ਸੰਗਤ ਸਿੰਘ ਦੇ ਕਲਗੀ ਤੋੜਾ ਸਜਾ ਕੇ ਕਿਹਾ ਕਿ ਉੱਚੀ ਅਠਾਰੀ ਵਿੱਚ ਬਹਿ ਜਿਓ ਤੇ ਸਾਡੇ ਵਾਂਗ ਤੁਹਾਡੀ ਸ਼ਾਨ ਹੋਵੇਗੀ। ਜਿਹਨੂੰ ਮਹਾਰਾਜ ਆਪਣਾ ਕਲਗੀ ਤੋੜਾ ਦੇਣ, ਕਿਤੇ ਉਹ ਸਧਾਰਨ ਰਹਿ ਜਾਂਦਾ। ਭਾਈ ਸੰਗਤ ਸਿੰਘ ਸਿਰ ਤੇ ਮਹਾਰਾਜ ਜੀ ਨੇ ਕਲਗੀ ਤੋੜਾ ਸਜਾਇਆ। ਭਾਈ ਸੰਤ ਸਿੰਘ ਬੰਗੇਸ਼ਰੀ ਨੂੰ ਕਿਹਾ ਕਿ ਸਾਰੀ ਰਾਤ ਨਗਾਰੇ ਤੇ ਚੋਟ ਲਾਉਂਦੇ ਰਹੋ, ਸਾਡੇ ਜਾਣ ਤੋਂ ਪਹਿਲਾਂ ਦੁਸ਼ਮਣ ਦਲ ਵਿੱਚ ਹੱਲਾ ਚੱਲੀ ਮਚਾ ਕੇ ਰੱਖਿਓ, ਕੱਲ ਤੱਕ ਯੁੱਧ ਦਾ ਅੰਤ ਨਾ ਹੋਵੇ। ਕਲਗੀਧਰ ਪਾਤਸ਼ਾਹ ਜਦੋਂ ਜਾਣ ਲੱਗੇ ਚਮਕੌਰ ਗੜੀ ਦੇ ਵਿੱਚੋਂ, ਮਹਾਰਾਜ ਜਦੋਂ ਅਜੇ ਦਰਵਾਜ਼ੇ ਤੋਂ ਬਾਹਰ ਕਦਮ ਰੱਖਣਾ ਸੀ, 8 ਪੋਹ ਦੀ ਰਾਤ ਹੋ ਚੁੱਕੀ ਹੈ, ਸ਼ਾਮ ਢਲ ਚੁੱਕੀ ਹੈ। ਮਹਾਰਾਜ ਨੇ ਕੀ ਕੀਤਾ ਕਿ ਆਪਣਾ ਜੋੜਾ ਉਤਾਰ ਦਿੱਤਾ। ਮਗਰੇ ਭਾਈ ਦਇਆ ਸਿੰਘ, ਧਰਮ ਸਿੰਘ ਨੇ, ਮਾਨ ਸਿੰਘ ਨੇ ਵੀ ਉਤਾਰ ਦਿੱਤਾ। ਕਿਉਂ ਉਤਾਰਿਆ ਮਹਾਰਾਜ ਜੀ ਨੇ ਜੋੜਾ? ਜਿਹੜੇ ਜੰਗ ਦੇ ਮੈਦਾਨ 'ਚੋਂ ਮਹਾਰਾਜ ਨੇ ਲੰਘ ਕੇ ਜਾਣਾ ਨਾ, ਉਹਦੇ ਵਿੱਚ ਉਹਨਾਂ ਦੇ ਜਾਨਾਂ ਤੋਂ ਪਿਆਰੇ ਲਾਲ ਤੇ ਸਾਹਿਬਜ਼ਾਦੇ ਸ਼ਹੀਦ ਹੋਏ ਪਏ ਨੇ। ਸ਼ਹੀਦੀਆਂ ਦੀਆਂ ਪਈਆਂ, ਸ਼ਹੀਦਾਂ ਦੀ ਪਾਕ ਰਤ ਦੀ ਬੇਅਦਬੀ ਨਾ ਹੋਵੇ। ਮਹਾਰਾਜ ਚੱਲੇ ਗਏ ਤੇ ਮਹਾਰਾਜ ਜਦੋਂ ਜਾਣ ਲੱਗੇ, ਭਾਈ ਦਇਆ ਸਿੰਘ ਨੂੰ ਪਤਾ ਸੀ ਸਾਹਿਬਜ਼ਾਦਾ ਕਿੱਥੇ ਕਿ ਸ਼ਹੀਦ ਹੋਇਆ। ਕਹਿਣ ਲੱਗੇ ਭਾਈ ਦਇਆ ਸਿੰਘ ਉੱਥੇ ਰੁਕ ਗਏ ਤੇ ਕਹਿਣ ਲੱਗੇ ਕਿ ਮਹਾਰਾਜ ਮੇਰਾ ਜੀ ਕਰਦਾ ਆਪਣੀ ਦਸਤਾਰ ਪਾੜ ਕੇ ਇਹਨਾਂ ਦੇ ਸਰੀਰਾਂ ਤੇ ਕੱਪੜਾ ਪਾ ਦਿਆਂ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਸ਼ਹੀਦੀਆਂ ਦੇ ਚੋਲੇ ਪਹਿਨੇ ਹੋਣ ਉਹ ਕਫਨਾਂ ਨੂੰ ਨਹੀਂ ਲੋੜਦੇ। ਭਾਈ ਦਇਆ ਸਿੰਘ ਐਸਾ ਨਿਉ ਕਰਨ ਦੀ ਲੋੜ ਨਹੀਂ, ਚਲੋ ਅੱਗੇ ਸਾਡੀ ਅਜੇ ਵਾਟ ਬੜੀ ਦੁਰੇ ਲੰਮੇਰੀ ਹੈ। ਅਸੀਂ ਅਰਦਾਸ ਰੋਜ਼ ਸੁਣਦੇ ਹਾਂ, ਦੇਖ ਕੇ ਅਣਡਿੱਠ ਕੀਤਾ। ਇਹ ਕਿੱਥੇ ਵਾਪਰਿਆ ਜੀ? ਇਹ ਚਮਕੌਰ ਗੜੀ 'ਚ ਵਾਪਰਿਆ। ਆਪਣੇ ਲਾਲਾਂ ਦੀਆਂ ਸ਼ਹੀਦੀ ਦੇਹਾਂ ਪਈਆਂ ਹੋਣ
ਪਿਆਰੇ ਸ਼ਹੀਦ ਹੋਏ ਪਏ ਹੋਣ ਤੇ ਮਹਾਰਾਜ ਜਰਾ ਜਿੰਨਾ ਉਲਾਰ ਨਾ ਹੋਣ, ਜਰਾ ਜਿੰਨਾ ਸਨੇਹ ਨਾ ਪ੍ਰਗਟਾਉਣ। ਇੰਨੀ ਉੱਚੀ ਸੁਰਤ ਦਸਵੇਂ ਪਾਤਸ਼ਾਹ ਮਹਾਰਾਜ ਦੀ, ਇੰਨਾ ਨਿਰਲੇਪ ਕਲਗੀਧਰ ਪਾਤਸ਼ਾਹ ਆਪਣੇ ਲਾਲਾਂ ਦੀਆਂ ਸ਼ਹੀਦੀ ਦਿਆਂ ਦੇ ਮੈਦਾਨ ਵਿੱਚੋਂ ਲੰਘ ਕੇ ਮਹਾਰਾਜ ਪਿੱਪਲ ਦੇ ਰੁੱਖ ਦੇ ਨੇੜੇ ਗਏ। ਮਹਾਰਾਜ ਨੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੂੰ ਕਿਹਾ ਸੀ ਕਿ ਤਿੰਨੇ ਵੱਖੋ ਵੱਖ ਦਿਸ਼ਾਵਾਂ ਵੱਲ ਜਾ ਕੇ ਉੱਚੀ ਜਕਾਰੇ ਲਗਾਇਓ। ਇੱਧਰ ਭਾਈ ਸੰਗਤ ਸਿੰਘ ਨੂੰ, ਭਾਈ ਸੰਤ ਸਿੰਘ ਨੂੰ ਕਿਹਾ ਸੀ ਜਕਾਰੇ ਲਾ ਕੇ ਧੌਂਸਿਆਂ ਦੇ ਚੋਟ ਲਾਇਓ। ਜਦੋਂ ਮਹਾਰਾਜ ਨੇ ਉੱਥੇ ਜਾ ਕੇ ਪਿੱਪਲ ਦੇ ਰੁੱਖ ਦੇ ਨੇੜੇ ਉੱਚੀ ਆਵਾਜ਼ 'ਚ ਤਾੜੀ ਮਾਰੀ, ਜਕਾਰਾ ਲਾਇਆ, ਪੀਰੇ ਹਿੰਦ ਮੇਰ ਅਵਧ। ਇੱਧਰ ਭਾਈ ਸੰਗਤ ਸਿੰਘ ਨੇ ਜਕਾਰੇ ਗਜਾਏ, ਉੱਧਰ ਭਾਈ ਸੰਤ ਸਿੰਘ ਬੰਗੇਸ਼ਰੀ ਨੇ ਗਾਰੇ ਤੇ ਚੋਟ ਲਾਈ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੇ ਤਿੰਨਾਂ ਤਰਫਾਂ ਨਜ਼ਾਰੇ ਲਗਾਏ। ਜਿਹੜੇ ਸੁੱਤੇ ਪਏ ਸਨ ਜੰਗ ਦੇ ਮੈਦਾਨ ਵਿੱਚ, ਸਾਰਾ ਦਲ ਮਰਵਾ ਚੁੱਕੇ ਤੁਰਕ ਮੁਗਲ ਪਹਾੜੀ ਆਪਸ ਵਿੱਚ ਆਪੋ ਤਾਪੀ ਪੈ ਗਈ। ਤਲਵਾਰਾਂ ਮਸ਼ਾਲਾਂ ਜਗਾ ਕੇ ਭੱਜਣ ਲੱਗੇ, ਇੱਕ ਦੂਜੇ ਨੂੰ ਕੱਟਣ ਲੱਗ ਪਏ ਰਾਤ ਦੇ ਹਨੇਰੇ ਵਿੱਚ। ਮਹਾਰਾਜ ਨੇ ਸ਼ਮਸ਼ੀਰ ਪਕੜੀ, ਮਹਾਰਾਜ ਬਾਣ ਮਾਰਦੇ ਹੋਏ, ਤਲਵਾਰ ਵਾਹੁੰਦੇ ਹੋਏ ਸਾਰੇ ਦਲ ਨੂੰ ਚੀਰ ਕੇ ਮਹਾਰਾਜ ਅੱਗੇ ਨਿਕਲ ਗਏ ਹਨ। ਗੁਰਮੱਤੇ ਨੂੰ ਪ੍ਰਵਾਨ ਕਰਦਿਆਂ ਮਹਾਰਾਜ ਨੇ ਭਾਈ ਸਾਹਿਬਜ਼ਾਦਾ ਪਿਆਰੇ ਭਾਈ ਧਰਮ ਸਿੰਘ, ਮਾਨ ਸਿੰਘ ਨੂੰ ਤਾਰੇ ਦੀ ਸੇਧ ਨਾਲ ਸਾਨੂੰ ਆ ਮਿਲਿਓ। ਅੱਗੇ ਨਿਕਲ ਗਏ ਨਾ ਮਹਾਰਾਜ। ਦੁਸ਼ਮਣ ਦਾ ਆਪਸ ਵਿੱਚ ਇਹ ਵੀ ਹੁੰਦੀ ਯੁੱਧ ਦੀ ਨੀਤੀ ਕਿ ਬਿਨਾਂ ਕੁਝ ਕੀਤਿਆਂ ਬੜਾ ਦਲ ਮਰਵਾ। ਰਾਤ ਦੇ ਹਨੇਰੇ ਵਿੱਚ ਇਹਨਾਂ ਨੂੰ ਲੱਗਿਆ ਕਿ ਬਾਹਰੋਂ ਆ ਕੇ ਦਲ ਪੈ ਗਏ ਹਨ, ਕਿ ਜਾਂ ਗੁਰੂ ਸਾਹਿਬ ਜੀ ਨੇ ਰਾਤ ਦੇ ਸਮਲੇ 'ਚ ਹਮਲਾ ਕਰ ਦਿੱਤਾ। ਰਾਤ ਦੇ ਹਨੇਰੇ 'ਚ ਆਪਸ ਵਿੱਚ ਕੱਟ ਵੱਢ ਕੇ ਲੜ ਕੇ ਬੜਾ ਦਲ ਮਾਰਿਆ ਗਿਆ। ਮਹਾਰਾਜ ਦਾ ਲੰਘਣਾ ਵੀ ਇੰਨੇ, ਭਾਵੇਂ ਮਹਾਰਾਜ ਜੀ ਨੇ ਯੁੱਧ ਨਹੀਂ ਕੀਤਾ, ਪਰ ਮਹਾਰਾਜ ਦੀ ਇਸ ਯੁੱਧ ਨੀਤੀ ਦੇ ਨਾਲ ਹਜ਼ਾਰਾਂ ਮੁਗਲ ਆਪਸ ਵਿੱਚ ਰਾਤ ਦੇ ਹਨੇਰੇ 'ਚ ਲੜ ਕੇ ਮਰ ਗਏ। ਬੜੇ ਪਸਤ ਹੋਏ ਮਹਾਰਾਜ ਨਿਕਲ ਗਏ ਇੱਥੋਂ ਗੜੀ ਦੇ ਵਿੱਚ ਬੜੀ ਸ਼ਾਨ ਦੇ ਨਾਲ। ਹੁਣ ਚਮਕੌਰ ਗੜੀ ਦੇ ਵਿੱਚ ਇਸ ਯੁੱਧ ਦਾ ਅੰਤ ਹੋਇਆ। ਸ਼ਾਮ ਨੂੰ ਲੱਖਾਂ ਦਾ ਦਲ ਤੁਰਕਾਂ ਮੁਗਲਾਂ ਦਾ ਮਰਿਆ ਪਿਆ। ਮਹਾਰਾਜ ਦੇ 34 ਸਿੰਘ ਸ਼ਹੀਦ ਹੋਏ, ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਸ਼ਹੀਦ ਹੋਏ, 3 ਪਿਆਰੇ ਮਹਾਰਾਜ ਜੀ ਦੇ ਸ਼ਹੀਦ ਹੋਏ ਇਸ ਜੰਗ ਦੇ ਮੈਦਾਨ ਵਿੱਚ। ਭਾਈ ਮਨੀ ਸਿੰਘ ਦਾ ਭਰਾ 3 ਪੁੱਤਰ ਸ਼ਹੀਦ ਹੋਏ। ਭਾਈ ਆਲਮ ਸਿੰਘ ਨੱਚਣਾ ਦਾ ਭਰਾ ਵੀਰ ਸਿੰਘ ਤੇ 2 ਪੁੱਤਰ ਮੋਹਰ ਸਿੰਘ, ਮੁਲਕ ਸਿੰਘ ਸ਼ਹੀਦ ਹੋਏ। 2 ਭਰਾ ਮਦਨ ਸਿੰਘ ਤੇ ਕਾਠਾ ਸਿੰਘ, ਸ਼ੇਰ ਸਿੰਘ ਤੇ ਨਾਰ ਸਿੰਘ ਵੀ ਭਰਾ ਸਨ। ਖੜਗ ਸਿੰਘ ਤੇ ਮਤਾਬ ਸਿੰਘ ਵੀ ਭਰਾ ਸਨ। ਇਸੇ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਦੇ ਦਲ ਦੇ ਵਿੱਚੋਂ 5 ਮੁਕਤੇ ਵੀ ਸ਼ਹੀਦ ਹੋਏ। ਰਾਮ ਸਿੰਘ, ਈਸਰ ਸਿੰਘ, ਦੇਵਾ ਸਿੰਘ, ਟਹਿਲ ਸਿੰਘ ਤੇ ਫਤਿਹ ਸਿੰਘ ਗੁਰੂ ਸਾਹਿਬ ਜੀ ਦਲ 'ਚੋਂ ਸ਼ਹੀਦ ਹੋਏ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਦਲ ਦੇ ਵਿੱਚ ਭਾਈ ਕਿਰਪਾ ਸਿੰਘ ਤੇ ਉਹਦਾ ਭਰਾ ਸਨਮੁਖ ਸਿੰਘ ਵੀ ਸ਼ਹੀਦ ਹੋਇਆ। ਸ਼ੇਰ ਸਿੰਘ, ਨਾਰ ਸਿੰਘ ਵੀ ਸ਼ਹੀਦ ਹੋਏ। ਮਦਨ ਸਿੰਘ, ਕਾਠਾ ਸਿੰਘ ਵੀ ਦੋਵੇਂ ਭਰਾ ਸ਼ਹੀਦ ਹੋਏ। ਚੌਹਾਨ, ਪਰਮਾਰ, ਰਠੌਰ ਵੰਸ਼ ਦੇ ਜਿਹੜੇ ਸੂਰਮੇ ਸਨ, ਉਹਨਾਂ ਨੇ ਇਸ ਜੰਗ ਦੇ ਮੈਦਾਨ ਵਿੱਚ, ਬ੍ਰਾਹਮਣਾਂ ਨੇ ਵੀ ਯੁੱਧ ਕੀਤਾ ਇਸ ਜੰਗ ਦੇ ਮੈਦਾਨ ਦੇ ਵਿੱਚ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਗੇ ਨਿਕਲ ਗਏ। ਹੁਣ ਚਮਕੌਰ ਗੜੀ ਬੜੀ ਵਿਲੱਖਣ, ਦੁਨੀਆ ਦੀ ਅਸਾਵੀਂ ਜੰਗ ਲੜੀ ਗਈ। ਕਿਵੇਂ ਅਸਾਵੀਂ ਹੈ ਜਾਂ ਵਿਲੱਖਣ ਜੰਗ ਕਿਵੇਂ ਹੈ, ਚਮਕੌਰ ਦੀ ਕੁਝ ਨੁਕਤੇ ਅਰਜ਼ ਕਰਾਂਗਾ। ਕਹਿਣ ਲੱਗੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਅਰਜਨ ਦਾ ਪੁੱਤਰ ਅਭਿਮਨਯੂ ਚੱਕਰਵਿਊਹ ਦੇ ਵਿੱਚ ਘਿਰ ਕੇ ਮਾਰਿਆ ਗਿਆ ਨਾ, ਤੇ ਅਰਜਨ ਦੇ ਮਨ 'ਚ ਇੰਨਾ ਵੈਰਾਗ ਆਇਆ ਕਿ ਉਹ ਜੰਗ ਦਾ ਮੈਦਾਨ ਛੱਡ ਕੇ ਚੱਲਿਆ ਸੀ। ਬੜਾ ਵੈਰਾਗੀ ਹੋਇਆ ਸੀ ਉਹ। ਕਹਿਣ ਲੱਗੇ ਜਦੋਂ ਵਿਸ਼ਵਾਮਿੱਤਰ ਨੇ ਰਾਮਚੰਦਰ ਜੀ ਦੇ ਗੁਰੂ ਵਸ਼ਿਸ਼ਟ ਦੇ ਪੁੱਤਰ ਮਾਰ ਦਿੱਤੇ ਨਾ, ਤੇ ਜਿਹੜਾ ਵਸ਼ਿਸ਼ਟ ਸੀ, ਉਹ ਰਿਸ਼ੀ ਵਸ਼ਿਸ਼ਟ ਸੀ ਜਿਹੜਾ, ਉਹ ਡੁੱਬ ਕੇ ਮਰਨ ਲੱਗਾ ਸੀ। ਕਹਿਣ ਲੱਗੇ ਇਸੇ ਤਰ੍ਹਾਂ ਜਦੋਂ ਰਾਮਚੰਦਰ ਜੀ ਤੋਂ ਲਖਮਣ ਜੀ ਵਿਛੜ ਗਏ ਨਾ, ਬਾਣੀ 'ਚ ਆਉਂਦਾ ਹੈ, ਰੋਵੈ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ। ਇਹ ਜੰਗ ਦੇ ਅਸੀਂ ਦੁਨੀਆ 'ਚ ਹਾਲਾਤ ਸੁਣਦੇ, ਪਰ 10ਵੇਂ ਪਾਤਸ਼ਾਹ ਜਦੋਂ ਲਾਲ ਸ਼ਹੀਦ ਹੋਏ ਮਹਾਰਾਜ ਨੇ ਜਕਾਰੇ ਗੁੰਜਾਏ। ਇਸ ਕਰਕੇ ਚਮਕੌਰ ਗੜੀ ਵਿਲੱਖਣ ਹੈ। ਕਰਬਲਾ ਦੇ ਮੈਦਾਨ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਦਾ ਪੁੱਤਰ ਹੁਸੈਨ ਦਾ ਯੁੱਧ ਹੋਇਆ। ਉਸ ਸਮੇਂ ਜਿਹੜਾ ਖਲੀਫਾ ਜਜੀਤ ਸਿਮਰ ਨੇ ਜਿਹੜਾ ਯੁੱਧ ਕੀਤਾ ਸੀ, ਉਹਦੇ ਕੋਲੋਂ ਜਿੰਨੇ ਸੈਨਿਕ ਸਨ ਉਹਨਾਂ ਨੇ ਯੁੱਧ ਲੜਿਆ ਸੀ ਜੰਗ ਦੇ ਮੈਦਾਨ ਵਿੱਚ। ਜਿਹੜਾ ਹੁਸੈਨ ਸੀ ਉਹਦੀ ਇੱਕ ਸੈਨਾ ਦੇ ਨਾਲ 40-40 ਬਰਾਬਰ ਆਉਂਦੇ ਸਨ, ਪਰ ਇੱਥੇ ਚਮਕੌਰ ਗੜੀ ਦੇ ਵਿੱਚ 40 ਲੜੇ ਹਨ 2 ਲੱਖ ਨਾਲ। 5-5 ਹਜ਼ਾਰ ਸੂਰਮਾ ਇੱਕ ਨੂੰ ਆਉਂਦਾ। ਏਡੀ ਵੱਡੀ ਅਸਾਵੀਂ ਜੰਗ ਹੋਈ ਚਮਕੌਰ ਦੇ ਵਿੱਚ, ਜਿਹੜੀ ਮਹਾਰਾਜ ਨੇ ਅੰਮ੍ਰਿਤ ਦੀ ਸ਼ਕਤੀ ਕਿਹਾ ਸੀ ਨਾ, 1.25 ਲੱਖ ਸਾ ਏਕ ਲੜਾਊਂ, ਉਹ ਇੱਥੇ ਜੰਗ ਦੇ ਮੈਦਾਨ ਵਿੱਚ ਪੂਰੀ ਜ਼ਾਹਰ ਹੋਈ। ਕਲਗੀਧਰ ਪਾਤਸ਼ਾਹ ਜੀ ਨੇ ਐਸਾ ਯੁੱਧ ਕੀਤਾ। ਇਹਨੂੰ ਚਮਕੌਰ ਸਾਹਿਬ ਕਿਉਂ ਕਿਹਾ ਜਾਂਦਾ? ਬਾਦਸ਼ਾਹੀ ਰਾਜ ਘਰਾਣਿਆਂ ਦੇ ਵਿੱਚ ਜਿਹੜਾ ਵੱਡਾ ਪੁੱਤਰ ਹੁੰਦਾ ਨਾ, ਉਹਨੂੰ ਆਖਦੇ ਹਨ ਟਿੱਕਾ। ਜਿਹੜਾ ਛੋਟਾ ਪੁੱਤਰ ਹੁੰਦਾ ਨਾ, ਉਹਨੂੰ ਕਹਿੰਦੇ ਨੇ ਕੰਵਰ।
10ਵੇਂ ਪਾਤਸ਼ਾਹ जी ਦਾ ਟਿੱਕਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਛੋਟਾ ਪੁੱਤਰ ਕੰਵਰ ਜੁਝਾਰ ਸਿੰਘ, ਦੋਵੇਂ ਸ਼ਹੀਦ ਹੋਏ। ਇਸ ਕਰਕੇ ਚਮਕ ਪਲੱਸ ਕੌਰ, ਚਮਕੌਰ ਇਹਦਾ ਨਾਂ ਪਿਆ, ਚਮਕੌਰ ਸਾਹਿਬ। ਜਿੱਥੇ ਇੰਨੀ ਜ਼ਿਆਦਾ ਗਹਿਗੱਚ ਯੁੱਧ ਹੋਏ ਦਾ ਨਾਮ ਕਤਲਗੜ੍ਹ ਬਣਿਆ, ਸ਼ਹੀਦਾਂ ਗੰਜਾਂ ਦੀ ਥਾਂ ਬਣੀ ਇਹ ਚਮਕੌਰ ਦੀ ਗੜੀ ਦੇ ਵਿੱਚ। ਤੇ ਇਸ ਚਮਕੌਰ ਦੇ ਬਾਰੇ ਅੱਲਾ ਯਾਰ ਖਾਂ ਜੋਗੀ ਨੇ ਬੜਾ ਕਮਾਲ ਦਾ ਲਿਖਿਆ ਹੈ। कहने लगा चमक की मेहर चमकौर है तेरे जर्रों में, जहाँ से बन के सितारे गए समा के लिए। कहने लगा इत्थों शहीद होने वाले आसमान दे तारे बन के गए। फिर अल्लाह यार खां जोगी ने कहा गुरु गोबिंद सिंह के लखते जिगर अजीतो जुझार। कहने लगा फलक पे एक चांद जहाँ दो है जिया के लिए। अल्लाह यार खां जोगी लिखदा। कहने लगा घर एक हिंद में तीर्थ है यात्रा के लिए, कटाए बाप ने बच्चे जहाँ खुदा के लिए। फिर कहने लगा ये है वो जहाँ 40 तन शहीद हुए, खिताबे सररवी सिंहों ने सिर कटा के लिए। अल्लाह यार खां जोगी लगता क्यों भटकते फिरते हो जहाँ, क्यों भटकते फिरते हो जहाँ आकर देखो, यह काबा है आपके पास जिया के लिए। चमकौर गढ़ी ਦੇ ਕਤਲਗੜ੍ਹ ਬਾਰੇ ਇੰਜ ਦੇ ਵਾਕ ਲਿਖੇ। ਇਹ ਉਹ ਜੰਗ ਦਾ ਮੈਦਾਨ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਗੁਰਬਾਣੀ ਦੇ ਵਾਕ ਸੱਚ ਕਰਕੇ ਵਿਖਾਏ। ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲੋਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆਂ ਦਈਓ ਬੈਠਾ ਵੇਖਿਆ ਆਪ ਜੀ। 8 ਪੋਹ ਦੀ ਸ਼ਾਮ ਨੂੰ ਯੁੱਧ ਦਾ ਅੰਤ ਹੋਇਆ। ਕਲਗੀਧਰ ਪਾਤਸ਼ਾਹ ਤਾੜੀ ਤੇ ਤਾੜੀ ਵਜਾ ਕੇ ਹੀ ਹਿੰਦ ਦੇ ਪੀਰ ਰਵਦ ਹੋ ਗਏ ਤੇ ਲੱਖਾਂ ਦੇ ਦਲ ਨੂੰ ਦਲ ਮਲ ਕਰਕੇ ਪਾਤਸ਼ਾਹ ਜੀ ਲੰਘ ਗਏ। ਆਪਣੇ 2 ਲਾਲਾਂ ਦੀ, 3 ਪਿਆਰਿਆਂ ਦੀ, 34 ਸਿੰਘਾਂ ਦੀ ਕੁਰਬਾਨੀ ਦੇ ਕੇ, ਮਹਾਰਾਜ ਸ਼ਹੀਦੀ ਦੇ ਕੇ ਤੇ ਇੱਥੋਂ ਮਹਾਰਾਜ ਜਦੋਂ ਅੱਗੇ ਨਿਕਲੇ ਫਿਰ 8 ਪੋਹ ਤੋਂ ਬਾਅਦ ਮਹਾਰਾਜ ਜੀ ਕਿਵੇਂ ਮਾਛੀਵਾੜੇ ਪਹੁੰਚੇ। ਫਿਰ 9 ਪੋਹ ਨੂੰ ਕਿਵੇਂ ਭਾਈ ਸੰਗਤ ਸਿੰਘ ਨੇ, ਸੰਤ ਸਿੰਘ ਨੇ ਯੁੱਧ ਕੀਤਾ। ਬਾਕੀ ਇਹ ਸਾਰੀ ਵਾਰਤਾ ਕੱਲ੍ਹ ਆਪ ਜੀ ਦੇ ਸਨਮੁਖ ਅਰਜ ਕਰਾਂਗਾ। 10ਵੇਂ ਪਾਤਸ਼ਾਹ ਦੀ ਐਡੀ ਵੱਡੀ ਅਸਾਮੀ ਜੰਗ, ਉਸ ਜੰਗ ਨੂੰ ਆਪ ਜੀ ਨਮਨ ਕਰ ਰਹੇ ਹੋ। ਸ਼ਹੀਦਾਂ ਦੀ ਰਾਤ ਨੂੰ ਨਮਨ ਕਰ ਰਹੇ ਹੋ ਜਿਨ੍ਹਾਂ ਨੇ ਦੁਸ਼ਮਣ ਦੇ ਆਹੂ ਲਾ ਦਿੱਤੇ, ਵੱਡੇ ਦਲਾਂ ਨੂੰ ਦਲ ਮਲ ਕਰਕੇ ਰੱਖ ਦਿੱਤਾ। ਐਸੇ ਲਾਸਾਨੀ ਸੂਰਬੀਰ ਯੋਧਿਆਂ ਦੀ ਕਰਨੀ ਨੂੰ, ਉਹਨਾਂ ਦੇ ਜੂਝਣ ਦੀ ਸ਼ਹੀਦੀ ਭਾਵਨਾ ਨੂੰ ਬਾਰ-ਬਾਰ ਨਮਨ ਹੈ। ਉਹ ਥਾਵਾਂ ਸਾਡੇ ਲਈ ਪੂਜਨ ਲਈ ਹਨ। ਸ਼ਹੀਦਾਂ ਬਾਰੇ ਕਿਹਾ ਕਿਸੇ ਕਵੀ ਨੇ, ਅੱਲਾ ਤੁਮਕੋ ਨਹੀਂ ਕਹਿ ਖੁਦਾ ਤੁਮਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਕਿ ਤੁਸੀਂ ਖੁਦਾ ਦੀ ਸ਼ਾਨ ਹੋ, ਸ਼ਹੀਦ ਖੁਦਾ ਦੀ ਸ਼ਾਨ ਹੁੰਦੇ ਹਨ। ਅੱਜ ਪਿਆਰਿਆਂ ਦਾ ਸ਼ਹੀਦ ਪਿਆਰਿਆਂ ਦਾ ਰਹਿਬਰ, ਸ਼ਹੀਦ ਪੁੱਤਰਾਂ ਦਾ ਪਿਤਾ ਗੜੀ ਦੇ ਵਿੱਚੋਂ ਨਿਕਲਿਆ ਹੈ। ਤੇ ਚਮਕੌਰ ਗੜੀ ਦੇ ਜੰਗ ਦੇ ਮੈਦਾਨ ਦਾ ਇੱਕ ਅਧਿਆਏ 8 ਪੋਹ ਨੂੰ ਸਮਾਪਤ ਹੋਇਆ ਤੇ 9 ਪੋਹ ਨੂੰ ਦੂਜਾ ਅਧਿਆਏ ਭਾਈ ਸੰਗਤ ਸਿੰਘ ਜੀ ਲਿਖਦੇ ਹਨ। ਇਸ ਪ੍ਰਕਾਰ 10ਵੇਂ ਪਾਤਸ਼ਾਹ ਜੀ ਦੇ ਲਾਸਾਨੀ ਧਰਮ ਯੁੱਧ ਦੀ ਮਹਾਂਗਾਥਾ ਦਾ ਵਰਣਨ ਆਪ ਜੀ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਪਾਤਸ਼ਾਹ ਸਾਨੂੰ ਐਸੇ ਸਿੱਧਕੀ ਸਿੱਖੀ ਜਜ਼ਬੇ ਦੇ ਨਾਲ, ਜੂਝਣ ਵਾਲੀ ਭਾਵਨਾ ਦੇ ਨਾਲ ਬਖਸ਼ਿਸ਼ ਕਰਕੇ ਸਾਰਿਆਂ ਨੂੰ ਨਿਵਾਜਣ, ਸਾਰਿਆਂ ਦਾ ਬਾਰ-ਬਾਰ ਨਮਨ ਉਹਨਾਂ ਸ਼ਹੀਦਾਂ ਦੀ ਕਰਨੀ ਨੂੰ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਜੂਝਣ ਦੀ ਭਾਵਨਾ ਨੂੰ ਹੋਵੇ ਤੇ ਸਿੱਖਾਂ ਦੇ ਇਸ ਕਾਬੇ ਦੀ ਜ਼ਿਆਰਤ ਦਾ ਚਾਅ ਸਾਰਿਆਂ ਦੇ ਮਨ ਪੈਦਾ ਹੋਵੇ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਲਾਸਾਨੀ ਇਤਿਹਾਸ ਦੀ ਵਿਚਾਰ ਆਪਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ